ਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ਜਪੁ ਆਦਿ ਸਚ ਜੁਗਾਦਿ ਸਚ ਆਦਿ ਸਚ ਜੁਗਾਦਿ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਅੰਤ ਨ ਪਾਵਤ ਦੇਵ ਸਭੈ ਮਨ ਇੰਦਰ ਮਹਾ ਸਿਵ ਜੋਗ ਕਰੀ। ਫੁਨ ਵੇਦ ਬਰੰਚ ਵਿਚਾਰ ਰਹਿਓ ਹਰ ਜਾਪ ਨ ਛਾਡੋ ਏਕ ਕਰੀ। ਮਥੁਰਾ ਜਨ ਕੋ ਪ੍ਰਭ ਦੀਨ ਦਇਆਲ ਹੈ ਸੰਗ ਤੋ ਸ੍ਰਿਸ਼ਟ ਨਿਹਾਲ ਕਰੀ। ਰਾਮਦਾਸ ਗੁਰੂ ਜਗ ਤਾਰਨ ਕੋ ਗੁਰ ਜੋਤ ਅਰਜਨ ਮਾਹੇ ਤਰੀ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਬੈਰਾਗੋ। ਗੁਰੂ ਗ੍ਰੰਥ ਸਾਹਿਬ ਉਦਧ ਬੰਦੋ ਕਰ ਅਨੁਰਾਗੋ। ਪਤਿਤ ਪਾਵਨ ਭਗਤ ਵਤਸਲ ਕਿਰਪਾ ਦੇਖ ਜਾਨੇ। ਹਾਜ਼ਰਾ ਹਜੂਰ ਜਹਰਾ ਜਹੂਰ ਸਰਬ ਕਲਾ ਭਰਪੂਰ। ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਸੱਚੇ ਪਾਤਸ਼ਾਹ ਦੀਨ ਦੁਨੀਆ ਦੇ ਮਾਲਕੋ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਸੰਗਤ ਜੀਓ ਜਵਾਬ ਜੀ। ਸੰਗਰਾਂਦ ਦੇ ਦਿਹਾੜੇ ਤੇ ਹਾਜ਼ਰੀਆਂ ਭਰ ਰਹੇ ਹੋ। ਸੱਚੇ ਪਾਤਸ਼ਾਹ ਸਤਿਗੁਰੂ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਨ੍ਹਾਂ ਦੀ ਪਾਵਨ ਪਵਿੱਤਰ ਬਾਣੀ 12 ਮਾਹ ਦਾ ਜਾਪ ਆਪ ਜੀ ਨੇ ਸਰਵਣ ਕੀਤਾ ਹੈ। ਸੋ ਆਓ ਹੁਣ ਕੁਝ ਕੁ ਸਮਾਂ ਸੱਚੇ ਪਾਤਸ਼ਾਹ ਮਹਾਰਾਜ ਦੀ ਵਿਚਾਰ ਕਥਾ ਵਖਿਆਨ ਸਰਵਣ ਕਰੀਏ ਕਿ ਗੁਰੂ ਸਾਹਿਬ ਜੀ ਬਾਣੀ ਦੇ ਦੁਆਰਾ ਸਾਨੂੰ ਕਲਯੁਗੀ ਜੀਵਾਂ ਨੂੰ ਕੀ ਸਮਝਾਉਂਦੇ ਹੈ, ਸਾਨੂੰ ਕੀ ਉਪਦੇਸ਼ ਬਖਸ਼ਦੇ ਹੈ। ਭਾਦੋਂ ਦਾ ਮਹੀਨਾ ਆਇਆ ਹੈ। ਸੋ ਸਾਧ ਸੰਗਤ ਜੀ ਹਰੇਕ ਸੰਗਰਾਂਦ ਤੇ ਆਪ ਜੀ ਕਥਾ ਸੁਣਦੇ ਹੋ। ਜੋ ਜੋ ਵੀ ਬਚਨ ਸਤਿਗੁਰੂ ਜੀ ਸਾਨੂੰ ਬਾਣੀ ਦੁਆਰਾ ਕਹਿੰਦੇ ਹੈ ਉਸ ਗੁਰਬਾਣੀ ਦੇ ਬਚਨਾਂ ਤੇ ਪਹਿਰਾ ਦੇਈਏ ਮੰਨੀਏ। ਮੈਂ ਵੇਖਦਾ ਹਾਂ ਅੱਜ ਸਾਧ ਸੰਗਤ ਦੀ ਕਥਾ ਦੀ ਘਾਟ ਨਹੀਂ ਹੈ, ਕੀਰਤਨ ਦੀ ਕੋਈ ਘਾਟ ਨਹੀਂ ਹੈ। ਬੜਿਆਂ ਪਿੰਡਾਂ ਸ਼ਹਿਰਾਂ 'ਚ ਕਥਾ ਕੀਰਤਨ ਸਮਾਗਮ ਹੁੰਦੇ ਹੈ ਪਰ ਗੱਲ ਫਿਰ ਉੱਥੇ ਦੀ ਉੱਥੇ ਹੀ ਹੈ। ਸੋ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਇਹ ਜਿਹੜਾ ਮਨੁੱਖ ਹੈ ਪਰਮੇਸ਼ਰ ਦੇ ਮਾਰਗ ਤੇ ਕਿਉਂ ਨਹੀਂ ਚੱਲਦਾ। ਸੋ ਸਾਧ ਸੰਗਤ ਦੀ ਘਾਟ ਫਿਰ ਅਮਲ ਤੇ ਆਉਂਦੀ ਹੈ। ਕਈ ਸੁਣਾਉਣ ਵਾਲਿਆਂ ਨੇ ਵੀ ਅਮਲ ਨਹੀਂ ਕੀਤਾ
ਨਾ ਸੁਣਨ ਵਾਲਿਆਂ ਨੇ ਅਮਲ ਕੀਤਾ। ਉਹਨੇ ਸਾਧ ਸੰਗਤ ਜੀ ਸਮਾਂ ਪੂਰਾ ਕੀਤਾ ਵੀ ਘੰਟਾ ਸਵਾ ਘੰਟਾ ਮਿਲਿਆ ਹੈ। ਕਥਾ ਸੁਣਾ ਕੇ ਬਸ ਚਲੇ ਜਾਈਏ। ਸੁਣਨ ਵਾਲੇ ਬੈਠੇ ਐ ਕਈ ਕਣ ਰਸ ਲੈਣ ਵਾਸਤੇ। ਦੁਨੀਆ ਦੇ ਉਹ ਥੋੜ੍ਹੇ ਵਿਰਲੇ ਗੁਰਮੁਖ ਪਿਆਰੇ ਨੇ ਜਿਹੜੇ ਸਤਿਗੁਰੂ ਦੇ ਬਚਨ ਨੂੰ ਸੁਣ ਕੇ ਫਿਰ ਮੰਨਦੇ ਐ, ਫਿਰ ਉਹਦਾ ਨਿਧਿਆਸਨ ਕਰਦੇ ਐ। ਤਿਸ ਕਰਕੇ ਸਾਧ ਸੰਗਤ ਜੀ ਉਹੀ ਜਿਹੜੀਆਂ ਇਹ ਅਵਸਥਾਵਾਂ ਨੇ ਮੰਨਦੇ ਐ। ਸੁਣ ਕੇ ਛੱਡ ਦੇਣਾ ਜਾਂ ਸੁਣ ਕੇ ਉਹਨੂੰ ਮੰਨਣਾ ਨਹੀਂ। ਸਤਿਗੁਰੂ ਜੀ ਸੱਚੇ ਪਾਤਸ਼ਾਹ ਜੀ ਭਾਦੋ ਦੇ ਮਹੀਨੇ ਇਹੀ ਸਮਝਾਉਣਗੇ ਕਿ ਭਰਮ ਕੀ ਹੈ। ਸਾਧ ਸੰਗਤ ਜੀ ਇਸ ਮਨੁੱਖ ਨੇ ਸੁਣ ਲਿਆ, ਫਿਰ ਇਹਨੇ ਮੰਨਿਆ ਨਹੀਂ। ਇਹਨੇ ਮੰਨ ਵੀ ਲਿਆ, ਉਹਦੀ ਕਮਾਈ ਨਹੀਂ ਕੀਤੀ ਵਾਰ-ਵਾਰ। ਤੁਸੀਂ ਸੁਣ ਲਿਆ, ਮੈਂ ਕਹਿ ਦਿੱਤਾ ਕਿ ਵਾਹਿਗੁਰੂ ਹੈ, ਤੁਹਾਨੂੰ ਸੁਣ ਗਿਆ। ਹੁਣ ਤੁਸੀਂ ਮੰਨ ਵੀ ਲਿਆ ਵੀ ਹਾਂ ਹੈ, ਪਰ ਕਮਾਈ ਜਿੰਨਾ ਚਿਰ ਨਹੀਂ ਹੈ ਉਨਾ ਚਿਰ ਉਸ ਅਵਸਥਾਵਾਂ ਨੂੰ, ਉਨਾ ਚਿਰ ਅਭੇਦਤਾ ਜਿਹੜੀ ਹੈ ਉਹ ਨਹੀਂ ਪ੍ਰਾਪਤ ਹੁੰਦੀ। ਉਸ ਵਾਸਤੇ ਤਾਂ ਕਮਾਈ ਕਰਨੀ ਪੈਂਦੀ ਹੈ। ਵਾਰ-ਵਾਰ ਬਾਣੀ ਕਿਉਂ ਗੁਰੂ ਜੀ ਨੇ ਵਾਰ-ਵਾਰ ਪੜ੍ਹਨ ਲਈ ਆਖਿਆ? ਬਾਣੀ ਵਿੱਚ ਤਾਕਤ ਹੈ। ਬਾਣੀ ਵਿੱਚ ਮਹਾਰਾਜ ਦਾ ਪਰਮੇਸ਼ਰ ਦਾ ਨਾਮ ਹੈ। ਉਹਦੇ ਨਾਮ ਦੀ ਤਾਕਤ ਹੀ ਇੰਨੀ ਹੈ ਕਿ ਸੱਚੇ ਪਾਤਸ਼ਾਹ ਜਿਵੇਂ ਕਹਿੰਦੇ ਨੇ ਕਿ ਆਜਾ ਅਮਰ ਪ੍ਰੀਤ ਪੁੱਤਰ ਪ੍ਰਤ ਕੀਨੀ ਕਰ ਨਾਰਾਇਣ ਬੁਲਾਰੇ। ਮੇਰੇ ਠਾਕੁਰ ਕੈ ਮਨ ਭਾਏ ਭਾਵਨੀ ਜਮ ਕੰਕਰ ਮਾਰ ਵਿਦਾਰੇ। ਇੱਕ ਨਾਰਾਇਣ ਅੱਲਾ ਦੇ ਨਾਮ ਨੂੰ ਕਹਿਣ ਮਾਤਰ ਹੀ ਉਹਦਾ ਉਧਾਰ ਹੋ ਗਿਆ। ਜੋ ਕਲ ਕੋ ਇੱਕ ਵਾਰ ਧਿਆਏ ਹੈ ਤਾਂ ਕਿ ਕਾਲ ਨਿਕਟ ਨੇ ਆਇਆ ਹੈ। ਇੱਕ ਚਿਤ ਜਿਹ ਇੱਕ ਛਿਨ ਧਿਆਇਓ ਕਾਲ ਫਸ ਕੇ ਵੀਚ ਨਾ ਆਇਓ। ਕਲਗੀਧਰ ਜੀ ਮਹਾਰਾਜ ਕਹਿੰਦੇ ਕਿ ਇੱਕ ਵਾਰ ਕਹਿਣ ਦੇ ਨਾਲ ਹੀ ਜਿਹੜਾ ਮਨੁੱਖ ਹੈ ਕਾਲ ਦੀ ਫਾਂਸੀ 'ਚ ਨਹੀਂ ਪੈਂਦਾ। ਪਰ ਸਾਧ ਸੰਗਤ ਜੀ ਉਹ ਜਿਹੜਾ ਇਹ ਸਮਾਂ ਹੈ ਕਦੋਂ ਆਵੇਗਾ? ਜਿਸ ਵੇਲੇ ਸਾਧ ਸੰਗਤ ਜੀ ਮਨ ਦੀ ਮੈਲ ਲੈ ਜਾਏਗੀ। ਸੁਣ ਕੇ ਮਨ ਦੀ ਮੈਲ ਦੂਰ ਨਹੀਂ ਹੁੰਦੀ, ਮੰਨ ਕੇ ਵੀ ਮਨ ਦੀ ਮੈਲ ਦੂਰ ਨਹੀਂ ਹੁੰਦੀ ਜਿੰਨਾ ਚਿਰ ਕਮਾਈ ਨਹੀਂ ਕਰਦੇ। ਤੇ ਸਾਧ ਸੰਗਤ ਜੀ ਸੁਣਿਆ ਤੁਸੀਂ ਕਿ ਉਹ ਜਿਹੜਾ ਸਾਬਣ ਹੈ ਕੱਪੜੇ ਧੋਂਦਾ ਹੈ, ਘਰ ਵੀ ਲੈ ਆਏ, ਘਰੇ ਪਿਆ ਹੈ, ਪਰ ਜਿੰਨਾ ਚਿਰ ਉਹਨੂੰ ਘਸਾਉਂਦੇ ਨਹੀਂ ਕੱਪੜੇ ਤੇ ਉਹਨੂੰ ਯੂਜ਼ ਨਹੀਂ ਕਰਦੇ, ਵਰਤਦੇ ਨਹੀਂ, ਮੈਲ ਨਹੀਂ ਲਏਗੀ। ਸਤਿਗੁਰੂ ਜੀ ਦਾ ਸੱਚੇ ਪਾਤਸ਼ਾਹ ਦਾ ਨਾਮ ਬਾਣੀ ਵੀ ਇਦਾਂ ਹੀ ਹੈ। ਰੋਜ਼ ਮਹਾਰਾਜ ਦੇ ਦਰ ਘਰ ਆਉਂਦੇ ਹੋ, ਸੁਣਦੇ ਹੋ, ਕਮਾਈ ਨਹੀਂ ਨਾ ਹੈ, ਬਸ ਇੱਥੇ ਘਾਟ ਹੈ। ਤੋ ਗੁਰੂ ਜੀ ਨੇ ਪਹਿਲਾਂ ਤੇ ਆਖਿਆ ਕਿ ਪਹਿਲਾਂ ਜਿਹੜਾ ਸੁਣਾਉਣ ਵਾਲਾ ਸੋ ਪੰਡਤ ਜੋ ਮਨ ਪ੍ਰਬੁੱਧ ਹੈ, ਰਾਮ ਨਾਮ ਆਤਮ ਮੈਂ ਸੁਧ ਹੈ। ਸਾਧ ਸੰਗਤ ਜੀ ਸੁਣਾਉਣ ਵਾਲਾ ਜਿਹੜਾ ਬਖਤਾ ਹੈ ਉਹ ਪਹਿਲਾਂ ਆਪ ਸੋਧਿਆ ਹੋਇਆ ਹੋਵੇ, ਆਪ ਕਮਾਈ ਕਰਨ ਵਾਲਾ ਅਭਿਆਸੀ ਗੁਰਮੁਖ ਹੋਵੇ, ਸੱਚੇ ਪਾਤਸ਼ਾਹ ਮਹਾਰਾਜ ਦੀ ਗੁਰਬਾਣੀ ਦਾ ਉਹਨੂੰ ਗਿਆਨ ਹੋਵੇ, ਨਾਮ ਰਸ ਪੀਂਦਾ ਹੋਵੇ, ਅੰਮ੍ਰਿਤ ਵੇਲੇ ਉੱਠ ਕੇ ਬਾਣੀ ਰਸ ਨੂੰ ਚੱਖਦਾ ਹੋਵੇ। ਤੇ ਫੇਰ ਸਾਧ ਸੰਗਤ ਜੀ ਤੁਸੀਂ ਜਿੰਨੇ ਵੀ ਬੈਠੇ ਹੋ ਸੁਣ ਕੇ ਇਹਨੂੰ ਮੰਨੀਏ, ਕਮਾਈਏ, ਫਿਰ ਸਾਡਾ ਕਿਤੇ ਪਾਰੋ ਤਾਰਾ ਹੋਣਾ। ਮਹਾਰਾਜ ਨੇ ਟਿਕਟਾਂ ਨਹੀਂ ਦਿੱਤੀਆਂ ਹਰੇਕ ਨੂੰ ਕਿ ਆ ਜਾਓ ਜੀ ਟਿਕਟ ਲੈ ਲਓ ਸੱਚਖੰਡ ਦੀ, ਆ ਜਾਓ ਜੀ ਟਿਕਟ ਲੈ ਲਓ ਬ੍ਰਹਮ ਗਿਆਨ ਦੀ, ਆਤਮਿਕ ਗਿਆਨ ਦੀ ਮੈਂ ਤੁਹਾਨੂੰ ਟਿਕਟ ਦੇ ਦੇਵਾਂ। ਮਹਾਰਾਜ ਟਿਕਟਾਂ ਨਹੀਂ ਵੰਡਦਾ ਫਿਰਦਾ, ਬਸ ਕਮਾਈ ਹੈ। ਤੋ ਸਾਧ ਸੰਗਤ ਜੀ ਆਓ, ਦੀਨ ਦੁਨੀਆ ਦੇ ਗੁਰੂ ਜੀ ਕੀ ਸਮਝਾਉਂਦੇ ਐ, ਭਾਦੋ ਦੇ ਮਹੀਨੇ ਮਹਾਰਾਜ ਜੀ ਕੀ ਉਪਦੇਸ਼ ਬਖਸ਼ਦੇ ਐ। ਸਾਧ ਸੰਗਤ ਜੀ ਆਪਣੇ ਮਨ ਦੀਆਂ ਬਿਰਤੀਆਂ ਨੂੰ ਇਕਾਗਰ ਕਰਕੇ ਸਰਵਣ ਕਰੀਏ। ਸੱਚੇ ਪਾਤਸ਼ਾਹ ਦੇ ਸੰਗਰਾਮ ਤੇ ਦਿਹਾੜੇ ਤੇ ਸਾਨੂੰ ਕੀ ਉਪਦੇਸ਼ ਬਖਸ਼ਦੇ ਹਨ। ਭਾਦੋਏ ਪਰਮ ਭੁਲਾਣੀਆ। ਸਾਧ ਸੰਗਤ ਜੀ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ
ਭਾਦੋ ਦੇ ਮਹੀਨੇ ਉਪਦੇਸ਼ ਸਤਿਗੁਰੂ ਜੀ ਬਖਸ਼ ਰਹੇ ਨੇ। ਭਾ ਦੋਏ, ਭਾ ਨਾਮ ਹੈ ਪ੍ਰੇਮ ਦਾ, ਦੋਏ ਨਾਮ ਦਵੈਤ ਦਾ। ਮਹਾਰਾਜ ਕਹਿੰਦੇ ਇੱਕ ਅਦਵੈਤ ਸਰੂਪ ਵਿੱਚ ਇਹਨੇ ਪ੍ਰੇਮ ਨਹੀਂ ਲਾਇਆ। ਅਦਵੈਤ ਦਾ ਭਾਵ ਕੀ ਹੈ? ਜਿਹਦੇ ਵਿੱਚ ਕੋਈ ਦੁਬਦਾ ਨਾ ਹੋਵੇ। ਦਵੈਤ ਦੁਬਦਾ ਨੂੰ ਵੀ ਕਹਿੰਦੇ ਹੈ। ਦੁਬਦਾ ਕਿਹਨੂੰ ਆਖਿਆ? ਸਾਧ ਸੰਗਤ ਜੀ, ਜਿਵੇਂ ਦੋ ਰਸਤੇ ਹੈ, ਉੱਥੇ ਵਿਚਾਰ ਸਾਧ ਸੰਗਤ ਜੀ ਵਿਚਕਾਰ ਮਨੁੱਖ ਖੜਾ ਹੈ ਕਿ ਮੈਂ ਕਿਸ ਰਸਤੇ ਜਾਵਾਂ, ਇਹ ਸੱਜੇ ਰਸਤੇ ਜਾਵਾਂ ਕਿ ਖੱਬੇ ਰਸਤੇ ਜਾਵਾਂ, ਉਹਨੂੰ ਦੁਬਦਾ ਆਖਿਆ। ਤੇ ਸਾਧ ਸੰਗਤ ਜੀ, ਜਦੋਂ ਦੁਬਦਾ ਦੇ ਵਸ ਪਿਆ ਹੋਇਆ ਮਨੁੱਖ ਜਿਸ ਵੇਲੇ ਸਾਧ ਸੰਗਤ ਜੀ ਗਲਤ ਰਸਤੇ ਜਾਂ ਝੂਠੇ ਰਸਤੇ ਪੈ ਜਾਂਦਾ ਹੈ, ਉਹਨੂੰ ਭਰਮ ਕਹਿ ਦਿੰਦੇ। ਦੁਬਦਾ ਤੇ ਭਰਮ ਦਾ ਥੋੜਾ ਥੋੜਾ ਹੀ ਅੰਤਰ ਹੈ। ਦੁਬਦਾ ਪੈ ਗਈ, ਭਰਮ ਆ ਗਿਆ, ਭਰਮ ਪੈ ਗਿਆ। ਤਾਂ ਹੀ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਐ, ਇਨ ਦੁਬਦਾ ਕਰ ਬਹੁਤੇ ਗਾਲੇ। ਸਾਧ ਸੰਗਤ ਜੀ, ਇਹ ਦੁਬਦਾ ਨੇ ਤਾਂ ਬਹੁਤੀ ਘਰ ਗਾਲੇ ਐ। ਪਰਿਵਾਰ ਵਿੱਚ ਰਹਿੰਦੇ ਆ, ਕੋਈ ਦੁਬਦਾ ਪੈ ਗਈ ਭੈਣ ਤੇ ਭਰਾ ਤੇ, ਸਾਧ ਸੰਗਤ ਦੀ ਰਿਸ਼ਤੇਦਾਰੀ 'ਚ ਦੁਬਦਾ ਪੈ ਗਈ ਤਾਂ ਵੇਖ ਲਓ ਫਿਰ ਬਖੇੜਾ ਸ਼ੁਰੂ ਹੋ ਜਾਏਗਾ। ਬਖੇੜਾ ਖੜਾ ਹੋ ਗਿਆ ਕਿ ਦੁਬਦਾ ਆ ਗਈ। ਤਾਂ ਮਹਾਰਾਜ ਕਹਿੰਦੇ ਨੇ ਇਸ ਦੁਬਦਾ ਨੇ ਬਾਹਰੀ ਘਰ ਵੀ ਗਾਲਿਆ ਤੇ ਇਹ ਸਰੀਰ ਰੂਪੀ ਘਰ ਵੀ ਗਾਲਿਆ। ਦੁਬਦਾ ਪੈ ਗਈ ਦੁਨੀਆ ਤੇ ਸੰਸਾਰ ਸੱਚਾ ਹੈ, ਇਹ ਪਦਾਰਥ ਸੱਚੇ ਨੇ, ਦੁਬਦਾ ਪੈ ਗਈ ਪਰ ਹੈ ਨਹੀਂ। ਤਾਂ ਮਹਾਰਾਜ ਕਹਿੰਦੇ ਨੇ ਇਸ ਜੀਵ ਰੂਪੀ ਇਸਤਰੀ ਨੇ, ਭਾਵ ਇਹ ਮਨ ਆਤਮਾ ਨੇ। ਸਾਧ ਸੰਗਤ ਜੀ, ਹੋਇਆ ਕੀ ਹੈ ਕਿ ਇਹ ਭਾ ਦੋਏ, ਦੁਐਤ ਭਾਵਨਾ ਵਿੱਚ ਲੱਗ ਗਿਆ। ਜਿਸ ਵਿੱਚ ਦੁਬਦਾ ਸੀ, ਏਕਤਾ ਨਹੀਂ ਸੀ, ਉਹਦੇ ਵਿੱਚ ਲੱਗ ਗਿਆ। ਤਾਂ ਮਹਾਰਾਜ ਕਹਿੰਦੇ ਅਦਵੈਤ ਨੂੰ ਭੁੱਲ ਗਿਆ, ਇਹਦੇ ਅੰਦਰ ਦੋਸ਼ ਆ ਗਿਆ। ਫਿਰ ਇਸ ਦੁਬਦਾ ਨੂੰ ਗੁਰਬਾਣੀ ਕੱਢਦੀ ਹੈ। ਇਸ ਦੁਬਦਾ ਨੂੰ ਫਿਰ ਮਹਾਤਮਾ ਜਨ ਗੁਰਮੁਖ ਪਿਆਰੇ ਕੱਢਦੇ ਐ। ਇਸ ਦੁਬਦਾ ਨੂੰ ਮਹਾਰਾਜ ਦੀ ਸੱਚੇ ਪਾਤਸ਼ਾਹ ਦੀ ਬਾਣੀ ਪੜ੍ਹਨ ਦੇ ਨਾਲ ਦੂਰ ਚਲੀ ਜਾਂਦੀ ਹੈ। ਤੇ ਤਾਂ ਕਰਕੇ ਭਾਈ ਗੁਰੂ ਜੀ ਕਹਿੰਦੇ ਨੇ ਕਿ ਭਾ ਦੋਏ, ਦੁਐਤ ਭਾਵਨਾ ਲੱਗ ਗਈ ਮਨੁੱਖ ਨੂੰ। ਇੱਕ ਨਿਰੰਕਾਰ ਦੇ ਨਾਲ ਪ੍ਰੇਮ ਲਾਉਣਾ ਨਹੀਂ ਕੀਤਾ। ਸੱਚੇ ਪਾਤਸ਼ਾਹ ਕਹਿੰਦੇ ਦੁਐਤ ਹੋਣੀ ਕਰਕੇ ਉਸ ਅਦਵੈਤ ਸਰੂਪ ਵਾਹਿਗੁਰੂ ਪਰਮੇਸ਼ਰ ਨੂੰ ਭੁੱਲ ਗਿਆ। ਫਿਰ ਪੜੋ ਜੀ। ਭਾ ਦੋਏ ਭਰਮ ਭੁਲਾਣੀਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਦੁਬਦਾ ਪੈਣੇ ਕਰਕੇ ਭਰਮ ਵਿੱਚ ਪੈ ਕੇ ਜੀਵ ਰੂਪੀ ਇਸਤਰੀ ਭੁੱਲ ਗਈ। ਭਰਮ ਕਿਹਨੂੰ ਆਖਿਆ? ਸਾਧ ਸੰਗਤ ਜੀ, ਭਰਮ ਅਸਲੀਅਤ ਤੋਂ ਉਲਟ ਪ੍ਰਤੀਤ ਹੋਣਾ, ਉਹਨੂੰ ਭਰਮ ਕਹਿੰਦੇ ਐ। ਸਾਧ ਸੰਗਤ ਜੀ, ਅਸਲ ਗੱਲ ਤੋਂ ਉਲਟ ਪ੍ਰਤੀਤ ਹੋਣਾ। ਪਰ ਜਿੰਨਾ ਚਿਰ ਕਬੀਰ ਜੀ ਨੇ ਆਖਿਆ ਨਾ ਕਿ ਕਹਿਬੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ। ਸਾਰੀ ਦੁਨੀਆ ਕਹਿੰਦੀ ਹੈ ਕਿ ਪਦਾਰਥ ਸੱਚੇ ਹੈ, ਦੁਨੀਆ ਸੱਚੀ ਹੈ, ਪਰ ਗੁਰਬਾਣੀ ਤਾਂ ਕਹਿੰਦੀ ਨਹੀਂ। ਦੁਬਦਾ ਪੈ ਗਿਆ, ਭਰਮ ਪੈ ਗਿਆ। ਮਹਾਰਾਜ ਕਹਿੰਦੇ ਜੀਵ ਰੂਪੀ ਇਸਤਰੀ ਭੁੱਲੀ ਫਿਰਦੀ ਹੈ, ਇਹਦੇ 'ਚ ਭਰਮ ਪੈ ਗਿਆ। ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਹੇ ਮਰਦਾਨੇ ਦੇਖ ਕੇ ਸੱਚ ਨਾ ਮੰਨੀਏ। ਕਹਿੰਦੇ ਮਹਾਰਾਜ ਦੇਖ ਕੇ ਤੇ ਸੱਚ ਮੰਨ ਲੈਣਾ ਚਾਹੀਦਾ। ਕਹਿੰਦੇ ਨਾ। ਹੋਇਆ ਕੀ ਹੈ ਕਿ ਸਾਧ ਸੰਗਤ ਜੀ ਉਦੋਂ ਕਣਕਾਂ ਨਾ ਖੇਤਾਂ 'ਚ ਪਈਆਂ ਹੁੰਦੀਆਂ ਸੀ, ਉਦੋਂ ਵੱਢਦੇ ਸਨ। ਹੁਣ ਤੇ ਮਸ਼ੀਨਾਂ ਘਰ ਲੈ ਆਉਂਦੀਆਂ, ਟਰੈਕਟਰ ਟਰਾਲੀਆਂ ਘਰ ਲੈ ਜਾਂ ਸਿੱਧੀ ਮੰਡੀ ਵਿੱਚ ਜਾ ਕੇ ਲਾਉਨੇ ਆ। ਮਹਾਰਾਜ ਤੁਰੇ ਜਾਂਦੇ ਆ ਤੇ ਖੇਤ ਵਿੱਚ ਦੋ ਢੇਰ ਲੱਗੇ ਨੇ ਕਣਕ ਦੇ। ਕੀ ਵੇਖਿਆ ਭਾਈ ਮਰਦਾਨੇ ਨੇ? ਮਹਾਰਾਜ ਕਹਿੰਦੇ ਉਹ ਵੇਖ ਭਾਈ ਮਰਦਾਨੇ ਉੱਧਰ। ਸਾਧ ਸੰਗਤ ਜੀ, ਇੱਕ ਪੁਰਸ਼ ਕੀ ਕਰ ਰਿਹਾ ਕਿ ਇੱਕ ਢੇਰ ਤੋਂ ਦੂਜੇ ਢੇਰ ਵੱਲ ਭਰ ਭਰ ਕੇ ਸਾਧ ਸੰਗਤ ਜੀ ਕਣਕ ਹੈ ਜਿਹੜੀ ਉਹ ਸੁੱਟ ਰਿਹਾ। ਭਾਈ ਮਰਦਾਨਾ ਕਹਿੰਦੇ ਦੇਖੋ ਮਹਾਰਾਜ, ਕਲਯੁਗ ਇੰਨਾ ਵੱਧ ਗਿਆ, ਇੰਨਾ ਲਾਲਚ, ਇੰਨਾ ਧੋਖਾ, ਇੰਨੀ ਬੇਈਮਾਨੀ ਹੋ ਗਈ ਹੈ ਕਿ ਇੱਕ ਢੇਰ ਤੋਂ ਦੂਜੇ ਆਪਣੇ ਵੱਲ ਸੁੱਟ ਰਿਹਾ। ਤੇ ਤੁਹਾਨੂੰ ਪਤਾ ਹੈ ਕਿ ਸਾਧ ਸੰਗਤ ਜੀ
ਮਨੁੱਖ ਚਾਹੁੰਦਾ ਕਿ ਮੇਰਾ ਹੀ ਭਲਾ ਹੋਵੇ, ਮੇਰੀ ਘਰ ਦਾਣੇ ਬਹੁਤੇ ਹੋਣ, ਮੇਰੀ ਘਰ ਮਾਇਆ ਹੋਵੇ, ਮੇਰਾ ਹੀ ਆਦਰ ਹੋਵੇ, ਮੇਰੀ ਵੀ ਬੱਲੇ ਬੱਲੇ ਹੋਵੇ। ਭਰਮ ਹੈ। ਸਾਧ ਸੰਗਤ ਜੀ, ਭਾਈ ਮਰਦਾਨਾ ਜੀ ਨੇ ਉਹ ਭਰਮ ਹੋ ਗਿਆ। ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ, ਨਾ ਭਾਈ ਮਰਦਾਨੇ, ਵੇਖ ਕੇ ਸੱਚ ਨਾ ਮੰਨ, ਪੁੱਛ ਕੇ ਆ। ਇਹ ਚਲਿਆ ਗਿਆ। ਕਹਿੰਦਾ ਵੀ ਅਸੀਂ 2-3 ਫਕੀਰ ਆਏ ਆ, ਤੂੰ ਕੀ ਕਰ ਰਹੇ ਆ ਕਿ ਆਪਣੇ ਢੇਰ ਦੂਜੇ ਦੇ ਢੇਰ ਵਿੱਚ ਚੁੱਕ ਕੇ ਕਣਕ ਆਪਣੇ ਢੇਰ ਵਿੱਚ ਸੁੱਟ ਰਹੇ ਆ। ਕਹਿੰਦਾ ਨਾ, ਇਹ ਨਹੀਂ ਹੈ। ਭਾਈ ਮਰਦਾਨਾ ਜੀ ਕਹਿੰਦੇ, ਕਿਉਂ? ਕਹਿੰਦੇ ਅਸੀਂ 2 ਭਰਾ ਹਾਂ, 2 ਭਰਾ। ਮੈਂ ਛੋਟਾ ਆ, ਘਰ ਰੋਟੀ ਲੈਣ ਵਾਸਤੇ ਗਿਆ, ਉਹ ਵੱਡਾ ਹੈ। ਹੋਇਆ ਕੀ, ਉਹਦੇ ਧੀਆਂ ਪੁੱਤਰ ਨੇ, ਘਰ ਵਾਲੀ ਹੈ, ਕਬੀਲਦਾਰੀ ਵੱਡੀ ਹੈ, ਤੇ ਮੈਂ ਇਕੱਲਾ ਹੀ ਹਾਂ। ਇਸੇ ਕਰਕੇ ਮੈਂ ਆਪਣੇ ਢੇਰ ਵਿੱਚੋਂ ਕਣਕ ਸੁੱਟ ਕੇ ਉਧਰ ਸੁੱਟ ਰਿਹਾ ਕਿ ਇਹਦਾ ਗੁਜ਼ਾਰਾ ਚੰਗੀ ਤਰ੍ਹਾਂ ਹੋ ਜਾਏ। ਮੈਂ ਤੇ ਇਕੱਲਾ ਹੀ, ਮੇਰਾ ਤੇ ਗੁਜ਼ਾਰਾ ਹੋ ਜਾਏਗਾ। ਉਸ ਵੇਲੇ ਜਦੋਂ ਸਾਧ ਸੰਗਤ ਜੀ ਅਸਲੀਅਤ ਭਾਵ ਇਹਨੂੰ ਸੱਚ ਪ੍ਰਤੀਤ ਹੋਇਆ ਨਾ, ਭਰਮ ਦੂਰ ਹੋ ਗਿਆ। ਮਹਾਰਾਜ ਦੇ ਚਰਨੀ ਆ ਕੇ ਡਿੱਗਿਆ। ਸਤਿਗੁਰੂ ਨਾਨਕ ਦੇਵ ਮਹਾਰਾਜ ਨੂੰ ਕਹਿੰਦਾ, ਸਤਿਗੁਰੂ ਜੀ, ਸੁਆਮੀ ਜੀ, ਬਚਨ ਸੱਚ ਹੈ ਤੁਹਾਡਾ ਕਿ ਦੇਖ ਕੇ ਸੱਚ ਨਾ ਮੰਨੀਏ। ਭਰਮ ਕਹਿੰਦੇ ਨੇ ਅਸਲੀਅਤ ਤੋਂ ਉਲਟ ਪ੍ਰਤੀਤ ਹੋਣਾ, ਇਹਨੂੰ ਭਰਮ ਆਖਿਆ। ਸਾਧ ਸੰਗਤ ਜੀ, ਇਸੇ ਪ੍ਰਕਾਰ ਇਹ ਜਿਹੜਾ ਝੂਠ ਪ੍ਰਤੀਤ ਹੋਣਾ, ਸਭ ਕੁਝ ਇਹ ਜਿਹੜਾ ਅਸਤ ਪ੍ਰਤੀਤੀ ਹੋਣੀ, ਪਰ ਜਦੋਂ ਸਤ ਦਾ ਗਿਆਨ ਹੁੰਦਿਆਂ ਹੀ ਨਾਸ਼ ਹੋ ਜਾਂਦੀ ਹੈ। ਜਿੰਨਾ ਚਿਰ ਸੱਚ ਦਾ ਗਿਆਨ ਨਹੀਂ ਹੈ, ਗੁਰੂ ਸਾਹਿਬ ਨੇ ਆਖਿਆ ਨਾ ਕਿ ਗਿਆਨ ਖੰਡ ਮੈਂ ਗਿਆਨ ਪ੍ਰਚੰਡ। ਜਿਸ ਵੇਲੇ ਮਨੁੱਖ ਦੀ ਬੁੱਧੀ ਗਿਆਨ ਖੰਡ ਵਿੱਚ ਪਹੁੰਚਦੀ ਹੈ, ਜਿਸ ਵੇਲੇ ਨਾਮ ਅਭਿਆਸੀ ਦਾ ਸਾਧ ਸੰਗਤ ਦੀ ਅਵਸਥਾ ਉਹ ਗਿਆਨ ਖੰਡ ਵਿੱਚ ਜਾਂਦੀ ਹੈ, ਤਾਂ ਉੱਥੇ ਗਿਆਨ ਹੀ ਪ੍ਰਚੰਡ ਹੁੰਦਾ ਹੈ। ਸਭ ਭਰਮਾਂ ਦਾ ਨਾਸ਼ ਹੋ ਜਾਂਦਾ। ਤਿੱਥੈ ਨਾਦ ਬਨੋਦ ਕੋਡ ਆਨੰਦ। ਤੇ ਸਾਧ ਸੰਗਤ ਜੀ, ਜਿੰਨਾ ਚਿਰ ਤੁਹਾਡੇ ਤੇ ਦੁਬਿਧਾ ਪਈ ਰਹੂਗੀ, ਚਾਹੇ ਮਾਇਆ ਦੀ ਹੈ, ਮੋਹ ਦੀ ਹੈ, ਕ੍ਰੋਧ ਦੀ ਹੈ, ਹੰਕਾਰ ਦੀ ਹੈ, ਇਹ ਜਿੰਨਾ ਚਿਰ ਦੁਬਿਧਾ ਭਰਮ ਪਏ ਰਹਿਣਗੇ, ਦੁੱਖਾਂ ਦਾ ਹੀ ਕਾਰਨ ਹੈ। ਸਭ ਭਰਮ ਹੈ ਹੀ ਦੁੱਖ ਦਾ ਕਾਰਨ ਹੈ, ਦੁਬਿਧਾ ਹੈ ਹੀ ਦੁੱਖ ਦਾ ਕਾਰਨ ਹੈ। ਸਤਿਗੁਰੂ ਪੰਜਵੇਂ ਸੁਆਮੀ ਕਹਿੰਦੇ, ਇਸ ਦੁਬਿਧਾ ਘਰ ਬਹੁਤੇ ਗੱਲ ਹੈ। ਗੌੜੀ ਰਾਗ ਚ ਆਉਂਦਾ ਆ। ਮਹਾਰਾਜ ਕਹਿੰਦੇ, ਦੁਬਿਧਾ ਨੇ ਬਹੁਤੇ ਘਰ ਗਾਲ ਦਿੱਤੇ, ਬਹੁਤੇ। ਮਹਾਰਾਜ ਕਹਿੰਦੇ, ਬਹੁ ਵਚਨ ਉਚਾਰ ਰਹੇ, ਬਹੁਤੇ ਘਰ ਗਾਲੇ। ਦੁਬਿਧਾ ਹੀ ਦੁੱਖ ਦਾ ਕਾਰਨ ਹੈ, ਗਲਤ ਫਹਿਮੀ ਹੀ ਦੁੱਖ ਦਾ ਕਾਰਨ ਹੈ। ਤੇ ਸਾਧ ਸੰਗਤ ਜੀ, ਤਾਂ ਮਹਾਰਾਜ ਕਹਿੰਦੇ, ਗਿਆਨ ਹੁੰਦਿਆਂ ਹੀ ਨਾਸ਼ ਹੋ ਜਾਂਦੀ ਹੈ। ਇਹ ਅਸਤ ਪ੍ਰਤੀਤੀ, ਝੂਠੀ ਪ੍ਰਤੀਤੀ, ਗਿਆਨ ਹੁੰਦਿਆਂ ਹੀ। ਜਦੋਂ ਮਨੁੱਖ ਦੇ ਅੰਦਰ ਗਿਆਨ ਪ੍ਰਚੰਡ ਹੁੰਦਾ, ਗਿਆਨ ਦੀ ਅਗਨੀ ਪ੍ਰਚੰਡ ਹੁੰਦੀ, ਗੁਰ ਗਿਆਨ ਪ੍ਰਚੰਡ ਬੁਲਾਇਆ, ਬੱਲਿਆ ਗੁਰ ਗਿਆਨ ਅੰਧੇਰਾ ਬਿਨਸਿਆ, ਹਰ ਰਤਨ ਪਦਾਰਥ ਲਾਧਾ। ਦੇਖੋ ਮਹਾਰਾਜ ਦੇ ਅਮੋਲਕ ਬਚਨ। ਸਤਿਗੁਰੂ ਕਹਿੰਦੇ, ਵਿਆਹੋ ਹੁਆ ਮੇਰੇ ਬਾਬਲਾ, ਗੁਰਮੁਖੇ ਹਰ ਪਾਇਆ, ਅਗਿਆਨ ਅੰਧੇਰਾ ਕੱਟਿਆ। ਸਾਧ ਸੰਗਤ ਜੀ, ਗੁਰੂ ਜੀ ਨੇ ਅਗਿਆਨ ਦਾ ਹਨੇਰਾ ਕੱਟ ਦਿੱਤਾ, ਗੁਰ ਗਿਆਨ ਪ੍ਰਚੰਡ ਬੁਲਾਇਆ। ਐਸਾ ਗਿਆਨ ਦੀ ਅਗਨੀ ਪ੍ਰਚੰਡ ਹੋਈ ਬਲੀ, ਖਾ ਗਈ ਹਨੇਰੇ ਨੂੰ, ਦੁਬਿਧਾ ਨੂੰ ਖਾ ਗਈ ਗਿਆਨ ਦੀ ਅਗਨੀ। ਤੇ ਸਾਧ ਸੰਗਤ ਜੀ, ਗਿਆਨ ਐਸਾ ਹੈ, ਵਾਹਿਗੁਰੂ ਤੱਕ ਮਿਲਾ ਸਕਦੀ ਹੈ। ਗਿਆਨ ਲੈਣਾ, ਗਿਆਨ ਹੋਣਾ ਵੀ ਇੱਕ ਭਗਤੀ ਹੈ। ਐਵੇਂ ਨਹੀਂ 12-12 ਸਾਲ ਮਹਾਤਮਾ ਦੇ ਕੋਲ ਰਹਿ ਕੇ ਗੁਰਮੁਖ ਪਿਆਰੇ ਜਗਿਆਸੂ ਗਿਆਨ ਲੈਂਦੇ ਸੀ। ਅੱਜ ਦਾ ਤੇ ਸਮਾਂ ਕੁਝ ਹੋ ਰਿਹਾ, ਜਿੱਤੇ ਘੰਟਾ ਕਥਾ ਨਹੀਂ ਕੋਈ ਸੁਣ ਸਕਦਾ, ਕਿ ਟਾਈਮ ਵਾਲਾ ਹੋ ਗਿਆ ਜੀ। ਤੇ ਵੇਖੋ 12 ਸਾਲ ਵੇਦ ਵਿਆਸ ਜੀ ਆਪ ਬੜੇ ਵੱਡੇ ਗਿਆਨੀ ਹੈ, ਵਿਦਵਾਨ ਹੈ, ਪਰ ਸਾਧ ਸੰਗਤ ਜੀ ਕਹਿੰਦੇ ਗੁਰੂ ਧਾਰਨ ਕਿਹਨੂੰ? ਰਾਜੇ ਜਨਕ ਨੂੰ। ਇਹਦਾ ਪਿਤਾ ਸਾਧ ਸੰਗਤ ਜੀ ਗਿਆਨੀ ਹੈ, ਪਰ ਜਨਕ ਰਾਜਾ ਜੀ ਨੂੰ ਗੁਰੂ ਧਾਰਿਆ, ਗੁਰੂ ਧਾਰਨ ਕੀਤਾ।
ਤੇ ਤਾਂ ਕਰਕੇ ਫਿਰ ਕਿਤੇ ਸਤ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਆ ਬਾਹਰੀ ਗਿਆਨ ਤੇ ਹਰੇਕ ਨੂੰ ਹੈ ਕਿ ਪ੍ਰਮਾਤਮਾ ਹੈ, ਬਈ ਰੱਬ ਹੈ, ਦੁਨੀਆ ਤੋਂ ਜਾਣਾ ਹੈ ਜੀ, ਪਰ ਅੰਦਰ ਨਹੀਂ ਉਹ ਚੀਜ਼ ਹੈ। ਬਾਹਰੋਂ ਬਾਹਰ ਹੀ ਹੈ ਕਿ ਜਿਵੇਂ ਪੱਥਰ ਨੂੰ ਪਾਣੀ ਵਿੱਚ ਰੱਖ ਦਿਓ, ਪਾਣੀ ਨਾਲ ਤੇ ਉਹ ਸਾਧ ਸੰਗ ਜੀ ਉਹ ਲਿਪਟਿਆ ਹੋਏਗਾ, ਪਾਣੀ ਨਹੀਂ ਤੇ ਗਿੱਲਾ ਹੋਏਗਾ ਹੀ ਪੱਥਰ, ਪਰ ਹੈ ਪੱਥਰੀ ਹੈ ਪੱਥਰੀ ਹੈ, ਪਾਣੀ ਵਿੱਚ ਰੱਖ ਦੋ ਗਿੱਲਾ ਹੀ ਹੈ ਬਸ। ਸੋ ਇਉਂ ਸਾਧ ਸੰਗਤ ਜੀ ਕਈਆਂ ਨੂੰ ਤੇ ਗਿਆਨ ਤੇ ਹੈ, ਬਾਹਰੋਂ ਬਾਹਰੀ ਗਿਆਨ ਹੈ, ਅੰਤਰੀਵ ਗਿਆਨ ਨਹੀਂ ਹੈ। ਮਹਾਰਾਜ ਕਹਿੰਦੇ ਗਿਆਨ ਖੰਡ ਮੈਂ ਗਿਆਨ ਪ੍ਰਚੰਡ, ਤਿੱਥੈ ਨਾਦ ਵਿਨੋਦ ਕੋਟ ਆਨੰਦ, ਦੁਬਦਾ ਹੀ ਦੁੱਖ ਦਾ ਕਾਰਨ ਹੈ, ਇਹ ਭਰਮ ਹੀ ਦੁੱਖ ਦਾ ਕਾਰਨ ਹੈ। ਪਰ ਸਾਧ ਸੰਗਤ ਜੀ ਜਿਸ ਵੇਲੇ ਗਿਆਨ ਪ੍ਰਚੰਡ ਹੋਵੇਗਾ ਨਾ, ਮਹਾਰਾਜ ਕਹਿੰਦੇ ਕਰੋੜਾਂ ਹੀ ਆਨੰਦ ਨੇ ਉਸ ਪੁਰਖ ਨੂੰ। ਦੇਖੋ ਜਪਜੀ ਸਾਹਿਬ ਦੇ ਵਿੱਚ ਮਹਾਰਾਜ ਨੇ ਇਹ ਕਿੱਡੇ ਅਮੋਲਕ ਵਚਨ ਕੀਤੇ ਐ, ਅਮੋਲਕ ਵਚਨ। ਤਾਂ ਹੀ ਤੇ ਮਹਾਪੁਰਖ ਕਹਿੰਦੇ ਸੀ ਕਿ ਜਪਜੀ ਸਾਹਿਬ ਦੇ ਬਹੁਤੇ ਬਹੁਤੇ ਪਾਠ ਕਰੋ। ਸ਼੍ਰੀਮਾਨ ਸੰਤ ਬਾਬਾ ਖਜ਼ਾਨ ਸਿੰਘ ਜੀ ਮਹਾਰਾਜ ਨੇ ਕਿੰਨੇ ਹੀ ਜਪਜੀ ਸਾਹਿਬ ਦਾ ਪਾਠ ਆਪਣੀ ਪੈਲੀ ਜ਼ਮੀਨ ਵਿੱਚ ਕੀਤਾ। ਜਪਜੀ ਸਾਹਿਬ ਕਿਉਂ? ਬ੍ਰਹਮ ਗਿਆਨ ਕਰਵਾਉਣ ਵਾਲੀ ਬਾਣੀ ਹੈ, ਸਾਰੀ ਬਾਣੀ ਹੀ ਬ੍ਰਹਮ ਗਿਆਨ ਕਰਵਾਉਣ ਵਾਲੀ ਹੈ। ਪਰ ਜੇ ਕੋਈ ਇਹਦਾ ਬਹੁਤਾ ਅਭਿਆਸ ਕਰੇ, ਪ੍ਰਥਮ ਬਾਣੀ ਹੈ ਸਤਿਗੁਰੂ ਨਾਨਕ ਸਾਹਿਬ ਦੀ। ਸੋ ਸਾਧ ਸੰਗਤ ਜੀ ਮੈਂ ਗੱਲ ਕਰ ਰਿਹਾ ਸੀ ਕਿ ਜਦੋਂ ਸਤ ਦਾ ਗਿਆਨ ਹੁੰਦਾ ਹੈ, ਭਰਮ ਨਾਸ਼ ਹੋ ਜਾਂਦਾ ਹੈ। ਤੇ ਭਰਮ ਦੀਆਂ ਕਿਸਮਾਂ ਕਿੰਨੀਆਂ ਨੇ? 5 ਪ੍ਰਕਾਰ ਦਾ ਭਰਮ ਹੈ ਭਾਈ, 5 ਪ੍ਰਕਾਰ ਦਾ। ਭੇਦ ਭਰਮ, ਕਰਤੱਤ ਭਰਮ, ਪੁੰਨ ਸੰਗ ਭਰਮ, ਵਿਕਾਰ, ਬ੍ਰਹਮ ਇਤਰ ਜਗ ਭਰਮ ਹੈ। ਵਾਹਿਗੁਰੂ ਬ੍ਰਹਮ ਇਤਰ ਜਗ ਸਤ ਹੈ, ਪੰਚੋ ਭਰਮ ਸੰਸਾਰ। ਸਤਿਗੁਰੂ ਜੀ ਨੇ ਭਾਦੋਏ ਭਰਮ ਭੁਲਾਣੀਆਂ ਕਿਹਾ ਹੈ। ਤੇ ਭਰਮ ਕੀ ਹੈ? ਭਰਮ ਕੀ ਹੈ? ਕਿਉਂ ਪੈਂਦਾ ਭਰਮ? ਕਿਹਨੂੰ ਕਹਿੰਦੇ ਨੇ ਭਰਮ? ਅਸਲੀਅਤ ਤੋਂ ਉਲਟ ਪ੍ਰਤੀਤ ਹੋਣਾ ਭਰਮ ਹੈ। ਪਰ ਇਹ ਭਰਮ ਵੀ 5 ਤਰ੍ਹਾਂ ਦਾ ਹੈ। ਜਿਸ ਵੇਲੇ ਸਾਧ ਸੰਗਤ ਜੀ ਵਿਦਵਾਨ ਦੇ ਲਿਖੇ ਹੋਏ ਗ੍ਰੰਥ ਪੜ੍ਹਦੇ ਆ, ਅਧਿਆਤਮ ਪ੍ਰਕਾਸ਼, ਵਿਚਾਰ ਸਾਗਰ ਜਾਂ ਹੋਰ ਗ੍ਰੰਥ ਅਧਿਆਤਮਕ ਦੇ ਪੜ੍ਹੀ ਦੇ ਨੇ, ਪਤਾ ਲੱਗਦਾ। ਸਤਿਗੁਰੂ ਦੀ ਬਾਣੀ ਪੜ੍ਹੀ ਦੀ ਹੈ, ਪਤਾ ਲੱਗਦਾ ਕਿ ਭਰਮ ਕੀ ਹੈ। ਤੇ ਸਾਧ ਸੰਗਤ ਜੀ ਕਹਿੰਦੇ ਕਿ ਭੇਦ ਭਰਮ, ਕਰਤੱਤ ਭਰਮ। ਪਹਿਲਾ ਭਰਮ ਹੈ ਭੇਦ ਭਰਮ। ਇਹ ਜਿਹੜੀ ਆਤਮਾ ਸਾਡੇ ਅੰਦਰ ਹੈ, ਧਿਆਨ ਦੇ ਕੇ ਬਚਨ ਸੁਣਨੇ ਆ ਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ। ਸਭ ਮੈਂ ਜੋਤ ਜੋਤ ਹੈ ਸੋਏ, ਸਾਰਿਆਂ ਦੇ ਅੰਦਰ ਆਤਮਾ ਹੈ ਨਾ ਵਾਹਿਗੁਰੂ ਦੀ। ਸਭਨੀ ਘਟੀ 100 ਵਸੈ, ਸਭੈ ਘਟ ਰਾਮ ਬੋਲੇ। ਸਾਰਿਆਂ ਦੇ ਅੰਦਰ ਆਤਮਾ ਹੈ, ਵਾਹਿਗੁਰੂ ਦੀ ਅੰਸ਼ ਹੈ। ਕਹੋ ਕਬੀਰ ਇਹ ਰਾਮ ਕੀ ਅੰਸ਼। ਸਾਰਿਆਂ ਦੇ ਵਿੱਚ ਅੰਸ਼ ਹੈ ਮਹਾਰਾਜ ਦੀ। ਕਹਿੰਦੇ ਇਹ ਜਿਹੜੀ ਜੋ ਆਤਮਾ ਹੈ ਨਾ, ਇਹ ਨਿਰੰਕਾਰ ਵਾਹਿਗੁਰੂ ਦੀ ਸ਼ੁੱਧ ਅੰਸ਼ ਹੈ, ਉੱਥੋਂ ਆਈ ਹੈ। ਜਿਵੇਂ ਇੱਕ ਬੀਜ ਵਿੱਚ ਅੰਬ ਹੈ, ਬੀਜ ਦਿੱਤਾ, ਦਰਖਤ ਵੱਡਾ ਹੋ ਗਿਆ। ਹੁਣ ਕੀ ਹੈ? ਉਹ ਬੀਜ ਵਿੱਚ ਅੰਬ ਸੀ, ਦਰਖਤ ਨੂੰ ਵੀ ਅੰਬ ਹੀ ਲੱਗਿਆ। ਬਸ ਇਸੇ ਤਰ੍ਹਾਂ ਹੀ ਨਿਰੰਕਾਰ ਹੈ। ਆਪ ਬੀਜ ਰੂਪ ਹੈ, ਬੀਜ ਮੰਤਰ ਸਰਬ ਕੋ ਗਿਆਨ, ਚਹੁਵਰਨਾ ਮੈਂ ਜਪੇ ਕੋ ਨਾਮ। ਆਪ ਬੀਜ ਮੰਤਰ ਹੈ। ਦੇਖੋ ਉੱਥੇ ਆਪਾਂ ਕਿੰਨੇ ਬੈਠੇ ਆ, ਸਾਰਿਆਂ ਦੇ ਅੰਦਰ ਉਹਦਾ ਬੀਜ ਹੈ, ਸਾਰੇ ਦੇ ਅੰਦਰ ਉਹਦਾ ਫਲ ਹੈ। ਤੇ ਤਾਂ ਕਰਕੇ ਸਾਧ ਸੰਗਤ ਜੀ ਇਹ ਜੋ ਵਾਹਿਗੁਰੂ ਹੈ, ਉਹਦੀ ਆਤਮਾ ਸਾਰਿਆਂ 'ਚ ਹੀ ਹੈ, ਸਾਰਿਆਂ 'ਚ ਹੈ ਆਤਮਾ। ਮਿੱਟੀ ਇੱਕ ਹੈ ਨਾ, ਘੁਮਿਆਰ ਨੇ ਭਾਂਡੇ ਕਿੰਨੀ ਬਣਾਏ ਹੈ, ਲੱਖਾਂ ਘਰ ਭਾਂਡੇ ਪਏ ਨੇ ਮਿੱਟੀ ਦੇ, ਮਿੱਟੀ ਇੱਕ ਹੈ। ਤੇ ਤਾਂ ਕਰਕੇ ਸਾਧ ਸੰਗਤ ਜੀ ਇਹ ਜੋ ਆਤਮਾ ਹੈ, ਨਿਰੰਕਾਰ ਵਾਹਿਗੁਰੂ ਦੀ ਸ਼ੁੱਧ ਅੰਸ਼ ਹੈ। ਤੇ ਤੁਸੀਂ ਕਹਿਣਾ ਜੀ ਜੇ ਸਾਰੇ ਸਾਡੇ ਅੰਦਰ ਅਕਾਲ ਪੁਰਖ ਦੀ ਆਤਮਾ ਸ਼ੁੱਧ ਅੰਸ਼ ਹੈ, ਸ਼ੁੱਧ ਬ੍ਰਹਮ ਬੈਠਾ ਅੰਦਰ, ਪ੍ਰਤੀਤ ਕਿਉਂ ਨਹੀਂ ਆਉਂਦਾ? ਬਸ ਇਹੀ ਭਰਮ ਹੈ। ਉਹ ਨਿਰੰਕਾਰ ਯਾਦ ਕਿਉਂ ਨਹੀਂ ਆਉਂਦਾ? ਤਾਂ ਹੀ ਤੇ ਆਖਿਆ ਨਾ ਗੁਰੂ ਮਹਾਰਾਜ ਸਾਹਿਬ ਜੀ ਨੇ ਕਿ ਨਿਰੰਕਾਰ ਦੇ ਕੋਲ ਹੁੰਦਿਆਂ ਹੋਇਆਂ ਵੀ ਇਹ ਮਨ, ਇਹ ਜੀਵ ਦੂਰ ਬੈਠਾ, ਪਰ ਪ੍ਰਭ ਨੇੜੇ ਹਰ ਦੂਰ ਨਾ ਜਾਣੋ। ਸਤਿਗੁਰੂ ਮਹਾਰਾਜ ਕਹਿੰਦੇ ਹਰੀ ਨੇੜੇ, ਇਹਨੂੰ ਦੂਰ ਨਾ ਜਾਣ।
ਪਰ ਭੇਦ ਭਰਮ ਹੋਣੇ ਕਰਕੇ ਸਾਧ ਸੰਗ ਜੀ ਅਗਿਆਨ ਕਰਕੇ ਜੀਵ ਨੂੰ ਬ੍ਰਹਮ ਨਾਲੋਂ ਭਿੰਨਤਾ ਪ੍ਰਾਪਤ ਹੋ ਗਈ। ਇਹ ਤੁਹਾਡੇ ਸੁਣਨ ਵਾਲੀ ਕਥਾ ਹੈ। ਹੋਇਆ ਕੀ ਹੈ, ਅਕਾਲ ਪੁਰਖ ਅੰਦਰ ਹੀ ਹੈ, ਪਰ ਜੀਵ ਨੂੰ ਅਗਿਆਨਤਾ ਹੋਣੀ ਕਰਕੇ, ਅਗਿਆਨ ਅਵਿਦਿਆ, ਇਹਨੂੰ ਗਿਆਨ ਨਹੀਂ ਸੀ ਹੋਇਆ। ਜੀਵ ਸਾਧ ਸੰਗਤ ਜੀ ਪਰਮੇਸ਼ਰ ਨਾਲ ਭਿੰਨ ਸਮਝਣ ਲੱਗ ਗਿਆ ਕਿ ਗੁਰੂ ਗ੍ਰੰਥ ਸਾਹਿਬ ਗੁਰਦੁਆਰੀ ਬੈਠਾ ਆ, ਕਿ ਗੁਰੂ ਗ੍ਰੰਥ ਸਾਹਿਬ ਮੰਦਰਾਂ ਮਸੀਤਾਂ, ਰਾਮ ਅੱਲਾ ਮੰਦਰਾਂ ਮਸੀਤਾਂ ਜੀ ਹੈ। ਕਬੀਰ ਜੀ ਕਹਿੰਦੇ ਨਹੀਂ, ਸੱਚੇ ਪਾਤਸ਼ਾਹ ਕਹਿੰਦੇ ਨਹੀਂ, ਜੋ ਸਭ ਮੈਂ ਜੋ ਉਹ ਕਹਿੰਦੇ ਕਿ ਅਕਾਲ ਪੁਰਖ ਦਾ ਉਹ ਮੁਕਾਮ ਕਿੱਥੇ ਹੈ, ਠੌਰ ਕਿੱਥੇ ਹੈ, ਉਹਦੀ ਥਾਂ ਕਿੱਥੇ ਹੈ। ਤੇ ਕਬੀਰ ਜੀ ਕਹਿੰਦੇ ਦਿਲ ਮੈਂ ਖੋਜ ਦਿਲੇ ਦਿਲ ਖੋਜੋ, ਇਹੀ ਠੌਰ ਮੁਕਾਮ। ਮਹਾਰਾਜ ਕਹਿੰਦੇ ਦੱਖਣ ਦੇਸ਼ ਹਰੀ ਕਾ ਵਾਸਾ, ਹਿੰਦੂ ਵੀਰ ਕਹਿੰਦੇ ਦੱਖਣ ਦੇਸ਼ ਵਿੱਚ ਹਰੀ ਦਾ ਵਾਸਾ ਆ, ਪੱਛਮ ਅੱਲ੍ਹ ਮੁਕਾਮਾ। ਹੱਸ ਕੇ ਕਬੀਰ ਜੀ ਕਹਿੰਦੇ ਲੈ, ਮੁਸਲਮਾਨ ਕਹਿੰਦੇ ਅੱਲਾ ਪੱਛਮ ਵਿੱਚ ਹੀ ਹੈ, ਤੇ ਬਾਕੀ ਥਾਂ ਇੱਕ ਥਾਂ ਤੇ ਮੰਨ ਲਿਆ ਕਿ ਅੱਲਾ ਬੈਠਾ ਹੈ, ਤੇ ਬਾਕੀ ਥਾਂ ਕਹਿੰਦੇ ਨਹੀਂ। ਬਸ ਗੁਰੂ ਗ੍ਰੰਥ ਸਾਹਿਬ ਵਿੱਚ ਇਹੀ ਸਾਧ ਸੰਗਤ ਜੀ ਸਭ ਤੋਂ ਵੱਡਾ ਗੁਣ ਕਹਿ ਲਓ। ਗੁਣ ਵੀ ਛੋਟਾ ਹੋ ਜਾਂਦਾ ਹੈ। ਮਹਾਰਾਜ ਦੀ ਜਦੋਂ ਬਾਣੀ ਪੜ੍ਹਦੇ ਆ, ਉਹ ਸਿੱਖੋ ਚੰਗੀ ਤਰ੍ਹਾਂ ਪੜ੍ਹਿਆ ਕਰੋ ਬਾਣੀ, ਚੰਗੀ ਤਰ੍ਹਾਂ। ਤੇ ਸਾਧ ਸੰਗਤ ਜੀ ਬਸ ਇਹੀ ਗੁਰੂ ਗ੍ਰੰਥ ਸਾਹਿਬ ਨੂੰ ਫਿਰ ਨਮਸਕਾਰਾਂ ਕਰਨ ਦਾ ਮਨ ਕਰਦਾ। ਮਹਾਰਾਜ ਆਹੀ ਗੱਲਾਂ ਨੇ ਤੁਹਾਡੇ ਅੰਦਰ। ਤਾਂ ਮਹਾਰਾਜ ਕਹਿੰਦੇ ਦਿਲ ਮੈਂ ਖੋਜ ਦਿਲੇ ਦਿਲ ਖੋਜੋ, ਇਹੀ ਠੌਰ ਮੁਕਾਮ। ਸੱਚਖੰਡ ਵਸੈ ਨਿਰੰਕਾਰ, ਹਰ ਮੰਦਰ ਹਰ ਜੀਉ ਸਾਜਿਆ, ਰੱਖਿਆ ਹੁਕਮ ਸਵਾਰ। ਇਹ ਹਰੀ ਦਾ ਮੰਦਰ ਹੈ ਸਰੀਰ, ਪਰ ਕਹਿੰਦੇ ਜੀ ਇੱਥੇ ਤਵਾ ਲਾ ਦਿੱਤਾ ਜਾਂਦਾ, ਸ਼ਰਾਬ ਨਾਲ ਮੈਲਾ ਕਰ ਦਿੱਤਾ ਹਰੀ ਦੇ ਮੰਦਰ ਨੂੰ। ਮੀਟ ਖਾ ਕੇ ਮਾਸ ਖਾ ਕੇ ਨਿੰਦਿਆ ਚੁਗਲੀ ਕਰਕੇ ਮੈਲਾ ਕਰ ਦਿੱਤਾ ਹਰੀ ਦੇ ਮੰਦਰ ਨੂੰ। ਗੁਰਦੁਆਰੇ ਕਿਉਂ ਕਹਿੰਦੇ ਆ? ਕਹਿੰਦੇ ਜੀ ਗੁਰੂ ਦਾ ਦੁਆਰਾ ਇੱਥੇ, ਗੁਰੂ ਬੈਠਾ ਇੱਥੇ, ਤੇ ਗੁਰੂ ਤੇ ਸਾਡੇ ਅੰਦਰ ਵੀ ਬੈਠਾ ਹੈ ਆਤਮ ਰੂਪ ਹੋ ਕੇ। ਆਤਮ ਮੈਂ ਰਾਮ, ਰਾਮ ਹੈ ਆਤਮ, ਚੀਨਸ ਗੁਰ ਵਿਚਾਰ। ਕੀ ਕਹੇਗਾ ਤੂੰ? ਪਰ ਨਾ ਗਿਆਨ ਹੋਣੇ ਕਰਕੇ ਭੇਦ ਪੈ ਗਿਆ, ਭਰਮ ਪੈ ਗਿਆ। ਸੋ ਸਾਧ ਸੰਗਤ ਜੀ ਇਹ ਸਰੀਰ ਹਰੀ ਦਾ ਮੰਦਰ ਹੈ, ਇਹਦੇ ਵਿੱਚ ਹਰੀ ਬੈਠਾ। ਕਬੀਰ ਸਾਹਿਬ ਨੇ ਕਿਤੇ ਜੰਗਲਾਂ ਵਿੱਚ ਨਹੀਂ ਤੁਰੇ ਭਜਦੇ ਫਿਰਦੇ ਸੀ। ਕਬੀਰ ਸਾਹਿਬ ਗੁਫਾ 'ਚ ਨਹੀਂ ਬੈਠੇ, ਘਰੀ ਬਹਿ ਕੇ ਬਸ ਨਿਰੰਕਾਰ ਨੂੰ ਖੋਜਦੇ ਰਹੇ। ਤੇ ਜੇ ਤੁਹਾਡੇ ਵਿੱਚ ਭਰਮ ਹੈ ਤੇ ਬੜਾ ਵੱਡਾ ਦੋਸ਼ ਹੈ। ਗੁਰਬਾਣੀ ਤਾਂ ਕਹਿੰਦੀ ਹੈ ਕਿ ਜੋ ਬ੍ਰਹਮੰਡੇ ਸੋਈ ਪਿੰਡੇ, ਬਸ ਖੋਜਣ ਦੀ ਲੋੜ ਹੈ। ਤਾਂ ਕਰਕੇ ਗੁਰਬਾਣੀ ਨੇ ਆਖਿਆ ਸੂਸ਼ਮ ਤੇ ਸੂਸ਼ਮ ਕਰ ਚੀਨੇ। ਕਲਗੀਧਰ ਸਵਾਮੀ ਕਹਿੰਦੇ ਦਸਮ ਬਾਣੀ 'ਚ, ਮਨ ਸੂਖਮ ਹੈ ਤੇ ਆਤਮਾ ਮਨ ਤੋਂ ਵੀ ਸੂਖਮ ਹੈ। ਦੇਖੋ ਕਿੱਡੀ ਵੱਡੀ ਗੱਲ ਹੈ। ਆਹ ਸੰਸਾਰ ਤੁਹਾਨੂੰ ਵੇਖ ਰਿਹਾ, ਇਹ ਅਸਥੂਲ ਹੈ, ਇਹ ਵੇਖ ਰਿਹਾ ਨਾ ਸਥੂਲ ਹੈ। ਗੁਰੂ ਸੂਖਮ ਹੈ ਤੇ ਨਿਰੰਕਾਰ ਅਤੀ ਸੂਖਮ ਹੈ। ਕਿੰਨੀ ਸਾਧ ਸੰਗਤ ਜੀ ਬ੍ਰਹਮ ਗਿਆਨੀ ਦੀ ਬਿਰਤੀ ਸੂਖਮ ਹੈ ਕਿ ਮਨ ਤੋਂ ਵੀ ਅੱਗੇ ਚਲੇ ਗਏ। ਕਲਗੀਧਰ ਜੀ ਨੇ ਆਖਿਆ ਕਿ ਸੂਸ਼ਮ ਤੇ ਸੂਸ਼ਮ ਕਰ ਚੀਨੇ। ਚੀਨੇ ਨਾਮ ਗੁਰਬਾਣੀ ਵਿੱਚ ਬਹੁਤ ਵਾਰ ਆਉਂਦਾ। ਬੜੇ ਸਿੰਘ ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪਾਠ ਕਰਦੇ ਐ, ਚੀਨੇ ਲਫ਼ਜ਼ ਬਹੁਤ ਵਾਰੀ ਆਉਂਦਾ ਗੁਰੂ ਗ੍ਰੰਥ ਸਾਹਿਬ 'ਚ। ਇੱਕ ਹੀ ਮਤਲਬ ਹੈ ਜੀ ਇਹਦਾ, ਚੀਨੇ ਜਾਣ ਲੈਣਾ, ਸਮਝ ਲੈਣਾ। ਮਹਾਰਾਜ ਕਹਿੰਦੇ ਸੂਸ਼ਮ ਤੇ ਸੂਸ਼ਮ ਕਰ ਚੀਨੇ, ਬ੍ਰਿਧਨ ਬ੍ਰਿਧ ਬਤਾਏ। ਕਲਗੀਧਰ ਮਹਾਰਾਜ ਦਸਮ ਬਾਣੀ 'ਚ ਕਹਿੰਦੇ ਹੇ ਜੀਵ ਤੂੰ ਜੇ ਆਪ ਹਰੀ ਹੋਣਾ ਨਾ, ਇਹ ਬ੍ਰਹਮ ਗਿਆਨੀ ਆਪ ਨਿਰੰਕਾਰ ਗੁਰੂ ਜੀ ਨੇ ਐਵੇਂ ਨਹੀਂ ਕਹਿ ਦਿੱਤਾ ਕਿ ਪੰਜਵੇਂ ਪਾਤਸ਼ਾਹ ਲਿਖ ਵੀ ਭਾਈ ਗੁਰਦਾਸ ਕੇ ਬ੍ਰਹਮ ਗਿਆਨੀ ਆਪ ਨਿਰੰਕਾਰ। ਨਹੀਂ ਨਹੀਂ, ਆਪ ਨਿਰੰਕਾਰ ਹੋ ਜਾਣਾ, ਬ੍ਰਹਮ ਗਿਆਨੀ ਸਭ ਸ੍ਰੇਸ਼ਟ ਕਾ ਕਰਤਾ ਹੋ ਜਾਣਾ, ਕਰਤਾ ਹੋ ਜਾਣਾ, ਸਭ ਕੁਝ ਕਰ ਸਕਦਾ ਬੈਠਾ ਬੈਠਾ ਬ੍ਰਹਮ ਗਿਆਨੀ। ਕਿਵੇਂ? ਜਦੋਂ ਸਾਧ ਸੰਗਤ ਜੀ ਮਨ ਸੂਖਮ ਤੋਂ ਵੀ ਅੱਗੇ ਲੰਘ ਜਾਊਗਾ। ਮਨ ਤੋਂ ਸੂਖਮ ਕੌਣ ਹੈ? ਆਤਮਾ, ਬਸ ਉਹ ਨਿਰੰਕਾਰ ਹੈ।
ਤਾਂ ਪੰਜ ਤਰ੍ਹਾਂ ਦੇ ਭਰਮ ਪਏ ਨੇ। ਤਾਂ ਮਹਾਰਾਜ ਫਿਰ ਕਹਿੰਦੇ ਹਨ, ਭਾਦੋਏ ਭਰਮ ਭੁਲਾਣੀਆ। ਮਹਾਰਾਜ ਕਹਿੰਦੇ ਭਰਮ ਪੈ ਗਿਆ, ਪੰਜ ਪ੍ਰਕਾਰ ਦੇ ਭਰਮ ਹੈ ਭਾਈ। ਭੇਦ ਭਰਮ ਪਹਿਲਾਂ ਜੋ ਵਿਚਾਰ ਕਰ ਰਹੇ ਆ, ਇਹ ਆਤਮਾ ਨਿਰੰਕਾਰ ਦੀ ਸ਼ੁੱਧ ਅੰਸ਼ ਹੈ। ਹੋਇਆ ਕੀ ਹੈ, ਜੀਵ ਦੇ ਅੰਦਰ ਅਗਿਆਨਤਾ ਆ ਗਈ, ਇਹ ਨਿਰੰਕਾਰ ਤੋਂ ਭਿੰਨ ਸਮਝਣ ਲੱਗ ਗਿਆ, ਨਿਰੰਕਾਰ ਤੋਂ ਵੱਖਰਾ ਜਾਣਨ ਲੱਗ ਗਿਆ। ਪਰ ਸਾਧ ਸੰਗਤ ਜੀ ਹੈ ਇਹ ਨਿਰੰਕਾਰ ਦਾ ਹੀ ਰੂਪ ਹੈ। ਤੇ ਸਾਧ ਸੰਗਤ ਜੀ ਜੀਵ ਈਸ਼ਰ ਦਾ ਭੇਦ ਹੋ ਗਿਆ। ਇਹਨੂੰ ਈਸ਼ਰ ਨੂੰ ਸਰਬੱਗ ਮੰਨਦਾ ਆ, ਆਪਣੇ ਆਪ ਨੂੰ ਅਲਪੱਗ ਮੰਨੀ ਬੈਠਾ। ਨਿਰੰਕਾਰ ਨੂੰ ਸਰਬ ਕਲਾ ਸਮਰੱਥ ਜਾਣਦਾ ਆ, ਆਪਣੇ ਆਪ ਨੂੰ ਕਹਿੰਦਾ ਮੇਰੇ ਕੋਲ ਤੇ ਕੁਝ ਵੀ ਨਹੀਂ, ਮੈਂ ਤੇ ਨੰਗ ਹੋ ਗਿਆ, ਮੈਂ ਤੇ ਮਲੰਗ ਹਾਂ। ਤੇ ਸਾਧ ਸੰਗਤ ਜੀ ਇਹ ਜੀਵ ਈਸ਼ਰ ਦਾ ਭਰਮ ਹੈ, ਇਹ ਜੀਵ ਈਸ਼ਰ ਦਾ ਭੇਦ ਹੈ। ਫਿਰ ਨਿਰੰਕਾਰ ਨੂੰ ਸੁਤੰਤਰ ਜਾਣਦਾ, ਆਪਣੇ ਆਪ ਨੂੰ ਬੰਧਨ ਚ ਪਿਆ ਜਾਣਦਾ। ਤੇ ਸਾਧ ਸੰਗਤ ਜੀ ਇਸੇ ਪ੍ਰਕਾਰ ਨਿਰੰਕਾਰ ਨੂੰ ਸਰਬ ਕਲਾ ਸਮਰੱਥ ਕਰਾਮਾਤੀ ਜਾਣਦਾ, ਆਪਣੇ ਆਪ ਨੂੰ ਨਹੀਂ ਜਾਣਦਾ। ਇਹ ਜੀਵ ਈਸ਼ਰ ਦਾ ਭੇਦ ਹੈ। ਤੇ ਸਾਧ ਸੰਗਤ ਜੀ ਇਸੇ ਪ੍ਰਕਾਰ ਫਿਰ ਜੀਵ ਜੀਵ ਦਾ ਭੇਦ ਹੋ ਗਿਆ। ਜੀਵ ਜੀਵ ਦਾ ਭਰਮ ਪੈ ਗਿਆ ਕਿ ਉਹ ਪਸ਼ੂ ਹੈ, ਮੈਂ ਮਨੁੱਖ ਹਾਂ। ਪਰ ਬਾਬਾ ਨਾਮਦੇਵ ਤਾਂ ਛੰਨਾ ਚੱਕੀ ਫਿਰਦੇ ਨੇ ਘਿਓ ਦਾ ਕੁੱਤੇ ਮਗਰ। ਜੇ ਉਹਨੂੰ ਜੀਵ ਜੀਵ ਦਾ ਭੇਦ ਹੁੰਦਾ, ਕਦੇ ਛੰਨਾ ਨਾ ਚੱਕਦੇ ਬਾਬਾ ਨਾਮਦੇਵ ਮਹਾਰਾਜ। ਚੱਕਿਆ ਨਾ ਘਿਓ ਦਾ ਛੰਨਾ, ਉਹ ਭਗਵਾਨ ਰੁੱਖੀ ਕਾਹਦੋਂ ਖਾਈ ਜਾਂਦਾ, ਘਿਓ ਦਾ ਲੈ ਲੈ। ਪਰ ਜੀਵ ਜੀਵ ਦਾ ਭੇਦ ਹੀ ਨਹੀਂ ਸੀ, ਨਹੀਂ ਸੀ ਭੇਦ। ਤੇ ਤਾਂ ਕਰਕੇ ਸਾਧ ਸੰਗਤ ਜੀ ਇਹ ਮਨੁੱਖ ਕਹਿੰਦਾ ਉਹ ਪਸ਼ੂ ਹੈ, ਉਹ ਕੁੱਤਾ ਆ, ਉਹ ਬਲਦ ਹੈ, ਉਹ ਗਾਂ ਹੈ, ਮੈਂ ਮਨੁੱਖ। ਜੀਵ ਜੀਵ ਦਾ ਵੀ ਭੇਦ ਪੈ ਗਿਆ। ਫਿਰ ਸਾਧ ਸੰਗਤ ਜੀਵ ਜੜ ਦਾ ਭੇਦ ਪੈ ਗਿਆ ਇਸ ਮਨੁੱਖ ਨੂੰ। ਜੀਵ ਨੇ ਆਪਣੇ ਆਪ ਨੂੰ ਪ੍ਰਾਣਾ ਧਾਰੀ ਜਾਣ ਲਿਆ ਕਿ ਮੈਂ ਹੱਥ ਪੈਰ ਹਿਲਾ ਸਕਦਾ ਆ, ਮੈਂ ਵੇਖ ਸਕਦਾ ਆ। ਤੇ ਪੱਥਰ ਉਹਨੂੰ ਜੜ ਮੰਨ ਲਿਆ। ਸਾਧ ਸੰਗਤ ਜੀ ਧਰਤੀ ਨੂੰ ਜੜ ਮੰਨ ਲਿਆ, ਇਹ ਦਰਖਤ ਨੂੰ ਜੜ ਮੰਨ ਲਿਆ ਜੀਵ ਨੇ, ਨਿਰਜਿੰਦ ਮੰਨ ਲਿਆ। ਜੀਵ ਜੜ ਦਾ ਭੇਦ ਹੋ ਗਿਆ। ਫਿਰ ਸਾਧ ਸੰਗਤ ਜੀ ਜੜ ਜੜ ਦਾ ਭੇਦ ਹੋ ਗਿਆ। ਦੇਖੋ ਇਹ ਬੜੀ ਗੁੰਝਲਦਾਰ ਗੱਲ ਹੈ। ਮੁਕਤ ਹੋਣਾ ਕਿਤੇ ਸੌਖੀ ਖੇਡ ਹੈ। ਲਓ ਜੀ ਦੇ ਕੇ 3100 ਰੁਪਇਆ ਪਾਠ ਕਰਾ ਲਓ, ਮੁਕਤ ਹੋ ਗਿਆ ਜੀ ਮੈਂ। ਨਾ ਨਾ ਨਾ, ਮੁਕਤੀ ਬੜੀ ਔਖੀ ਹੈ। ਪਤਾ ਨਹੀਂ ਇਹ ਤੇ ਸੰਤ ਗਿਆਨੀ ਮੋਹਨ ਸਿੰਘ ਮਹਾਂਪੁਰਖੀ ਸੀ ਜਿਹੜੇ ਕਿੰਨੀਆਂ ਬੰਦਗੀਆਂ ਕਰਦੇ ਰਹੇ। ਸੰਤ ਬਾਬਾ ਠਾਕੁਰ ਸਿੰਘ ਮਹਾਰਾਜ, ਸੰਤ ਗਿਆਨੀ ਗੁਰਬਚਨ ਸਿੰਘ ਮਹਾਰਾਜ। ਇਹ ਸਾਧ ਸੰਗਤ ਜੀ ਜੜ ਜੜ ਦਾ ਭੇਦ ਹੋ ਗਿਆ। ਧਰਤੀ ਤੇ ਇਹ ਦਰਖਤ ਨੂੰ ਜੀਵ ਕਹਿ ਰਿਹਾ ਕਿ ਇਹ ਜੜ ਹੈ, ਇਹ ਕਹਿੰਦਾ ਜੜ ਹੈ। ਪਰ ਗੁਰਬਾਣੀ ਤਾਂ ਕਹਿੰਦੀ ਹੈ ਕਿ ਨਿਰੰਕਾਰ ਸਾਰੇ ਜੀ, ਇਹ ਧਰਤ ਪਤਾਲ ਆਕਾਸ਼ ਹੈ ਮੇਰੀ ਜਿੰਦੜੀਏ, ਸਭ ਹਰ ਹਰ ਨਾਮ ਧਿਆਵੇ ਰਾਮ। ਜੇ ਜੜ ਹੈ ਤਾਂ ਫਿਰ ਹਰੀ ਦੇ ਨਾਮ ਨੂੰ ਕਿਉਂ ਧਿਆਰਿਆ? ਧਰਤ ਆਕਾਸ਼ ਪਤਾਲ ਹੈ ਮੇਰੀ ਜਿੰਦੜੀਏ। ਗੁਰਬਾਣੀ ਤਾਂ ਇਹ ਕਹਿ ਰਹੀ ਹੈ, ਏਕਲ ਮਾਟੀ ਕੁੰਜਰ ਚੀਤੀ ਭਾਂਜਨ ਹੈ ਬਹੁ ਨਾਨਾ ਰੇ। ਅਸਥਾਵਰ ਜੰਗਮ ਕੀਟ ਪਤੰਗਮ ਘਟ ਘਟ ਰਾਮ ਸਮਾਨਾ। ਅਸਥਾਵਰ ਜੰਗਮ ਕੀਟ ਪਤੰਗਮ ਘਟ ਘਟ ਰਾਮ ਸਮਾਨਾ ਰੇ। ਏਕਲ ਚਿੰਤਾ ਰਾਖ ਅਨੰਤਾ ਔਰਤ ਦੂ ਸਭ ਆਸਾ ਰੇ। ਪ੍ਰਣਵੈ ਨਾਮਾ ਭਏ ਨਹਿ ਕਾਮਾ ਕੋ ਠਾਕੁਰ ਕੋ ਦਾਸਾ ਰੇ। ਬ੍ਰਹਮ ਗਿਆਨੀ ਮਹਾਰਾਜ ਭਗਤ ਨਾਮਦੇਵ ਜੀ। ਤੇ ਮੈਂ ਬਹੁਤ ਵਾਰ ਕਹਿਣਾ ਹੁੰਨਾ, ਗੁਰਮੁਖੋ ਸਿੱਖੋ, ਤੁਸੀਂ ਭਗਤਾਂ ਨੂੰ ਵੀ ਵੰਡ ਲਿਆ। ਕਹਿੰਦੇ ਕਬੀਰ ਸਾਹਿਬ ਸਾਡਾ ਆ, ਮੇਰੇ ਵਰਗਾ ਕਹਿੰਦਾ ਭਗਤ ਧੰਨਾ ਸਾਡਾ ਆ। ਤੇ ਰਵਿਦਾਸੀਏ ਕਹਿੰਦੇ ਕਿ ਜੀ ਬਾਬਾ ਰਵਿਦਾਸ ਸਾਡਾ ਆ। ਤੇ ਗੁਰਬਾਣੀ ਤਾਂ ਕਹਿੰਦੀ ਨਹੀਂ, ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ। ਪਰ ਭਰਮ ਪੈ ਗਿਆ ਸਾਨੂੰ, ਗਿਆਨ ਹੁੰਦਿਆਂ ਹੋਇਆ ਵੀ। ਪਰ ਇਹਨੂੰ ਕਹਿੰਦੇ ਨੇ ਭਰਮ। ਭਰਮ ਕਿਤੇ ਇੱਕ ਪ੍ਰਕਾਰ ਦਾ ਆ। ਤੇ ਤਾਂ ਕਰਕੇ ਜੜ ਜੜ ਦਾ ਭੇਦ ਹੋ ਗਿਆ। ਫਿਰ ਇਹਨੂੰ ਜੜ ਈਸ਼ਰ ਦਾ ਭੇਦ ਹੋ ਗਿਆ ਜੀਵ ਨੂੰ। ਸਾਧ ਸੰਗਤ ਜੀ ਈਸ਼ਰ ਨੇ ਮਾਇਆ ਨੂੰ ਆਪਣੇ ਅਧੀਨ ਕੀਤਾ ਹੋਇਆ ਨਿਰੰਕਾਰ ਨੇ। ਤੁਸੀਂ ਸੁਣਿਆ ਹੈ ਕਿ ਏਕਾ ਮਾਈ ਜੁਗਤ ਵਿਆਈ। ਪਹਿਲਾਂ ਇੱਕ ਵਾਹਿਗੁਰੂ ਸੀ, ਕਿਹਦੇ ਨਾਲ ਵਿਆਹੀ ਗਈ ਮਾਇਆ? ਨਿਰੰਕਾਰ ਨਾਲ। ਦੋ ਹੋ ਗਏ ਉੱਥੋਂ। ਵਾਹਿਗੁਰੂ ਪਰਮੇਸ਼ਰ ਨੇ ਆਪਣੇ ਤੋਂ ਮਾਇਆ ਵੱਖ ਕਰ ਲਈ, ਖੇਡਾਂ ਖੇਡਣ ਵਾਸਤੇ, ਇਹ ਸੰਸਾਰ ਨੂੰ ਵੇਖਣ ਵਾਸਤੇ। ਉਹ ਮਾਇਆ ਅਲੱਗ ਕਰ ਲਈ, ਆਪਣੇ ਆਪ ਤੋਂ ਬਾਹਰ ਕੱਢ ਦਿੱਤੀ। ਸਿੱਧੀ ਭਾਸ਼ਾ ਵਿੱਚ ਆਖਾਂ
ਹੈ ਅਧੀਨ ਹੈ ਮਹਾਰਾਜ ਦੇ ਅੰਦਰ, ਉਹ ਮਾਇਆ ਅਧੀਨ ਹੈ, ਪਰਮੇਸ਼ਰ ਦੇ ਹੱਥ 'ਚ ਹੈ। ਮਾਇਆ ਦੇ ਅਧੀਨ ਹੋਣ ਕਰਕੇ, ਮਾਇਆ ਦਾ ਪ੍ਰਭਾਵ ਹੋਣੇ ਕਰਕੇ ਈਸ਼ਰ ਨਾਲੋਂ ਸਾਧ ਸੰਗਤ ਜੀ ਜੜ ਪਦਾਰਥ ਵੱਖਰਾ ਪ੍ਰਤੀਤ ਹੋ ਰਿਹਾ। ਇਹ ਜਿਹੜਾ ਪਦਾਰਥ ਜੜ ਹੈ ਨਾ, ਧਰਤੀ, ਦਰਖਤ, ਇਹ ਸਾਧ ਸੰਗਤ ਜੀ ਜੋ ਪੱਥਰ ਹੈ, ਵੱਡੇ ਵੱਡੇ ਸਾਧ ਸੰਗਤ ਜੀ ਪਹਾੜ ਹੈ, ਇੱਕ ਥਾਂ ਤੇ ਖੜੇ ਹੈ, ਉਹਨੂੰ ਜੜ ਕਹਿੰਦੇ ਨੇ। ਜੜ ਦਾ ਭਾਵ ਕੀ? ਜਿਹੜੇ ਇੱਕ ਥਾਂ ਤੇ ਹੀ ਰਹਿਣ। ਜਿਵੇਂ ਦਰਖਤ ਤੁਰਿਆ ਤਾਂ ਨਹੀਂ ਫਿਰਦਾ, ਇੱਕ ਥਾਂ ਦੀ ਹੈ ਨਾ, 5 ਸਾਲ 10 ਸਾਲ 15 20 ਸਾਲ ਇੱਕ ਥਾਂ ਦੀ ਹੈ, ਉਹਨੂੰ ਜੜ ਕਹਿੰਦੇ ਨੇ। ਪਰ ਹੈ ਨਿਰੰਕਾਰ ਦੀ ਉੱਚ ਅੰਸ਼ ਹੈ, ਤਾਂ ਹੀ ਤੇ ਜਿਉਂ ਰਿਹਾ। ਇਹ ਭੇਦ ਹੈ ਸਾਰੇ। ਫਿਰ ਸਾਧ ਸੰਗਤ ਜੀ ਕਰਤਵ ਭਰਮ, ਇਹ ਜੋ ਆਤਮਾ ਹੈ ਇਹ ਸਦਾ ਹੀ ਕਰਤਾ ਭੁਗਤਾ ਆਦਿਕ ਧਰਮਾਂ। ਆਤਮਾ ਦਾ ਕੋਈ ਧਰਮ ਨਹੀਂ ਹੈ, ਕੋਈ ਧਰਮ ਨਹੀਂ ਆ। ਸ਼੍ਰੀ ਕ੍ਰਿਸ਼ਨ ਮਹਾਰਾਜ ਨੇ ਅਰਜਨ ਨੂੰ ਆਖਿਆ ਸੀ, ਅਰਜਨ ਪਹਿਲਾਂ ਤੂੰ ਇਹ ਗੱਲ ਜਾਣ ਲੈ, ਇਹ ਧਰਮ ਹੈ, ਸਰੀਰਾਂ ਦੇ ਧਰਮ ਹੈ ਸਾਰੇ, ਆਤਮਾ ਦਾ ਕੋਈ ਧਰਮ ਨਹੀਂ ਹੈ, ਕੋਈ ਧਰਮ ਨਹੀਂ ਹੈ। ਤਾਂ ਕਰਕੇ ਜੇ ਸੁਖਮਨੀ ਸਾਹਿਬ ਤੇ ਮੋਹਰ ਲਾਤੀ ਮਹਾਰਾਜ ਨੇ। ਕੀ ਆਖਿਆ ਪੰਜਵੇਂ ਪਾਤਸ਼ਾਹ ਨੇ ਸੁਖਮਨੀ ਸਾਹਿਬ 'ਚ? ਕਿ ਮਹਾਰਾਜ ਨੇ ਆਖਿਆ ਸਭ ਤੋਂ ਵੱਡਾ ਧਰਮ ਕੀ ਹੈ? ਹਰਿ ਕੋ ਨਾਮ ਜਪ ਨਿਰਮਲ ਕਰਮ। ਸਭ ਤੋਂ ਵੱਡਾ ਧਰਮ ਹੈ। ਇੱਥੇ ਸਿੱਖ ਨੂੰ ਵੱਡਾ ਨਹੀਂ ਆਖਿਆ, ਹਿੰਦੂ ਨੂੰ, ਮੁਸਲਮਾਨ, ਈਸਾਈ, ਬੋਧੀ ਨੂੰ ਵੱਡਾ ਨਹੀਂ ਆਖਿਆ। ਕੀ ਆਖਿਆ? ਸ੍ਰੇਸ਼ਟ ਧਰਮ ਕੌਣ ਹੈ? ਤਾਂ ਸਵਾਮੀ ਜੀ ਕਹਿੰਦੇ ਹਰਿ ਕੋ ਨਾਮ ਜਪ ਨਿਰਮਲ ਕਰਮ। ਜਿਸ ਨੇ ਨਿਰੰਕਾਰ ਨੂੰ ਜਪਿਆ ਉਹਦਾ ਸਭ ਤੋਂ ਵੱਡਾ ਧਰਮ ਹੈ। ਪਰ ਸਾਧ ਸੰਗਤ ਜੀ ਕਰਤਵ ਭਰਮ ਕਿਹਨੂੰ ਆਖਿਆ? ਡੈਫੀਨੇਸ਼ਨ ਕੀ ਹੈ, ਪਰਿਭਾਸ਼ਾ ਕੀ ਹੈ? ਕਰਤਵ ਭਰਮ ਕਿਹਨੂੰ ਕਹਿੰਦੇ ਨੇ? ਸਾਧ ਸੰਗਤ ਜੀ ਭੇਦ ਭਰਮ ਕਰ ਤਤ ਭਰਮ। ਵਿਦਵਾਨ ਕਹਿ ਰਹੇ ਨੇ ਕਿ ਇਹ ਜੋ ਆਤਮਾ ਹੈ, ਸਾਧ ਸੰਗਤ ਜੀ ਕਰਤਾ ਭੁਗਤਾ ਤੋਂ ਰਹਿਤ ਹੈ, ਧਰਮਾਂ ਤੋਂ ਰਹਿਤ ਹੈ, ਬੰਧਨਾਂ ਤੋਂ ਰਹਿਤ ਹੈ। ਪਰ ਜੀਵ ਨੂੰ ਅਗਿਆਨ ਕਰਕੇ ਸਾਧ ਸੰਗਤ ਜੀ ਆਪਣੇ ਆਪ ਨੂੰ ਬੰਧਨ ਵਿੱਚ ਪਿਆ ਸਮਝਦੇ ਆ। ਸਾਧ ਸੰਗਤ ਜੀ ਆਪਣੇ ਆਪ ਨੂੰ ਧਰਮ ਵਿੱਚ ਪਿਆ ਸਮਝਦੇ ਆ। ਇਹ ਕਹਿ ਰਿਹਾ ਕਿ ਪਰਮੇਸ਼ਰ ਤੇ ਦੋਸ਼ ਲਾਉਂਦਾ ਕਿ ਪੁੰਨ ਪਾਪ ਵਾਹਿਗੁਰੂ ਹੀ ਕਰਾ ਰਿਹਾ, ਨਿਰੰਕਾਰ ਹੀ ਕਰਾ ਰਿਹਾ। ਸਤਿਗੁਰੂ ਤੇ ਦੋਸ਼ ਲਾ ਰਿਹਾ ਕਿ ਪੁੰਨ ਪਾਪ ਉਸੇ ਨੇ ਹੀ ਕਰਵਾਏ। ਇੱਕ ਪਰ ਭਰਮ ਹੈ, ਆਤਮਾ ਦਾ ਕੋਈ ਧਰਮ ਨਹੀਂ। ਆਤਮਾ ਨੇ ਉਹ ਤੇ ਰਹਿਤ ਹੈ ਕਰਤਾ ਭੁਗਤਾਂ ਤੋਂ। ਆਤਮਾ ਰਹਿਤ ਹੈ ਕਰਤਾ ਭੁਗਤਾਂ ਤੋਂ। ਫਿਰ ਸਾਧ ਸੰਗਤ ਜੀ ਤੀਜਾ ਭਰਮ ਹੈ ਸੰਗ ਭਰਮ। 5 ਪ੍ਰਕਾਰ ਦੇ ਭਰਮ ਹੈ। ਤੀਜਾ ਭਰਮ ਕਿਹਨੂੰ ਆਖਿਆ? ਸੰਗ ਭਰਮ। ਇਹ ਜੋ ਆਤਮਾ ਹੈ ਇਹ ਦੇਹ ਤੋਂ ਨਿਰਲੇਪ ਹੈ, ਦੇਹ ਤੋਂ ਨਿਰਲੇਪ ਹੈ ਸਾਧ ਸੰਗਤ ਜੀ। ਪਰ ਦੇਹ ਆਤਿਕ ਦੀ ਸੰਗ ਪ੍ਰਤੀਤੀ ਹੋ ਗਈ। ਜੀਵ ਨੇ ਮੰਨ ਲਿਆ ਇਹ ਆਤਮ ਸਰੀਰ ਵਿੱਚ ਬੈਠੀ ਹੈ। ਇਹਨੂੰ ਇਹਨੇ ਸਾਧ ਸੰਗਤ ਜੀ ਆਤਮਾ ਦਾ ਧਰਮ, ਦੇਹ ਦਾ ਧਰਮ ਮੰਨ ਲਿਆ ਇਹ ਜੀਵ ਨੇ ਕਿ ਮੈਂ ਬ੍ਰਾਹਮਣ ਹਾਂ, ਮੈਂ ਖੱਤਰੀ ਹਾਂ, ਮੈਂ ਸੰਨਿਆਸੀ ਹਾਂ, ਮੈਂ ਬ੍ਰਹਮਚਾਰੀ ਹਾਂ, ਮੈਂ ਗ੍ਰਸਤੀ ਹਾਂ। ਆਤਮਾ ਨਹੀਂ ਹੈ। ਆਤਮਾ ਨਾ ਖੱਤਰੀ। ਤਾਂ ਹੀ ਤੇ ਕਬੀਰ ਜੀ ਨੇ ਆਖਿਆ ਸੀ ਨਾ, ਜੋ ਤੋ ਬ੍ਰਾਹਮਣ ਬ੍ਰਾਹਮਣੀ ਜਾਇਆ ਤੋ ਆਨ ਬਾਟ ਕਾਹੇ ਨਹੀਂ ਆਇਆ। ਕਹਿੰਦੇ ਜੀ ਫਿਰ ਬ੍ਰਾਹਮਣ ਕੌਣ ਹੈ? ਤਾਂ ਮਹਾਰਾਜ ਕਹਿੰਦੇ ਬ੍ਰਹਮ ਉਹ ਹੈ ਜਿਹੜਾ ਬ੍ਰਹਮ ਦੀ ਵਿਚਾਰ ਕਰੇ। ਬ੍ਰਹਮ ਬਿੰਦੈ ਤਿਸਦਾ ਬ੍ਰਹਮਾਤਰ ਹੈ, ਇੱਕ ਸ਼ਬਦ ਲਿਵ ਲਾਏ। ਉਹ ਬ੍ਰਾਹਮਣ ਹੈ ਭਾਈ ਜਿਸ ਨੇ ਬ੍ਰਹਮ ਵਿੱਚ ਲਿਵ ਲਾਈ ਹੈ, ਜਿਸ ਨੇ ਬ੍ਰਹਮ ਨੂੰ ਜਾਣ ਲਿਆ, ਉਹ ਬ੍ਰਾਹਮਣ ਹੈ। ਗੁਰਬਾਣੀ ਤੇ ਗੁਰੂ ਗ੍ਰੰਥ ਸਾਹਿਬ ਵਿੱਚ ਮੈਨੂੰ ਦਿਖਾ ਦਿਓ ਕਿ ਕੋਈ ਕਹੇ ਵੀ ਮੈਂ ਖੱਤਰੀ ਆ, ਮੈਂ ਸੰਨਿਆਸੀ ਆ, ਮੈਂ ਬ੍ਰਹਮਚਾਰੀ ਆ, ਮੈਂ ਬੋਧੀ ਆ, ਮੈਂ ਇਹ ਸ਼ੂਦਰ ਹਾਂ, ਮੈਂ ਵੈਸ਼ ਹਾਂ, ਮੈਂ ਬ੍ਰਾਹਮਣ ਕੀ ਆ, ਖੱਤਰੀ ਆ, ਕੌਣ ਹੈ? ਕੁਛ ਵੀ ਨਹੀਂ ਹੈ। ਪਰ ਸੰਗ ਭਰਮ ਹੋ ਗਿਆ। ਇਹ ਜੀਵ ਨੇ ਨਾਲ ਜਾਣ ਲਿਆ, ਦੇਹ ਦੇ ਨਾਲ ਜਾਣ ਲਿਆ ਆਤਮਾ ਨੂੰ, ਪਰ ਉਹ ਤੇ ਵੱਖ ਸੀ। ਸਾਧ ਸੰਗਤ ਜੀ ਨਿਰਲੇਪ ਹੈ। ਉਹ ਤੇ ਹੋਇਆ ਕੀ ਹੈ? ਸਾਧ ਸੰਗਤ ਜੀ ਇਹ ਕਹਿ ਰਿਹਾ ਕਿ ਮੈਂ ਜੰਮਦਾ ਹਾਂ, ਮੈਂ ਮਰਦਾ, ਇਹਨੂੰ ਸੰਗ ਭਰਮ ਕਹਿ ਰਹੇ। ਪਰ ਆਤਮਾ ਨਾ ਮਰਦੀ ਹੈ। ਕੌਣ ਮੂਆ ਰੇ? ਕੌਣ ਮੂਆ? ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ, ਇਹ ਤੋਂ ਚਲਤ ਪਿਆ। ਮਰਦਾ ਤੇ ਕੋਈ ਹੈ ਹੀ ਨਹੀਂ ਹੈ। ਗੁਰਬਾਣੀ ਨੇ ਕਿਹਾ ਮਾਟੀ ਮਾਟੀ ਹੋਈ ਏਕ, ਰੋਵਣ ਹਾਰੇ ਕੀ ਕਵਨ ਟੇਕ। ਸੋ ਇਹ ਬ੍ਰਹਮ ਗਿਆਨ ਦੀਆਂ ਗੱਲਾਂ ਨੇ ਸਾਰੀਆਂ। ਸਾਧ ਸੰਗਤ ਜੀ ਜਿੰਨਾ ਚਿਰ ਤੁਸੀਂ ਅਭਿਆਸ ਨਹੀਂ ਵਧਾਉਂਦੇ ਬਾਣੀ ਦਾ, ਨਾਮ ਦਾ, ਇਸ ਨੂੰ ਸਮਝ ਹੀ ਨਹੀਂ ਪਾ ਸਕਦੇ। ਇੱਥੇ ਤੱਕ ਮਨੁੱਖ ਪਹੁੰਚ ਹੀ ਨਹੀਂ ਸਕਦਾ। ਨਾਲ ਰਹਿੰਦਾ ਹੋਇਆ ਵੀ ਦੁਖੀ ਰਹੇਗਾ।
ਇਹ ਜੀਵ ਨਿਰੰਕਾਰ ਦੇ ਕੋਲ ਰਹਿੰਦਾ ਹੋਇਆ ਵੀ ਅਸੀਂ ਕੋਲ ਰਹਿ ਰਹੇ ਹਾਂ। ਆਤਮ ਬ੍ਰਹਮ ਦਾ ਸ਼ੁੱਧ ਅੰਸ਼ ਹੈ। ਨਿਰੰਕਾਰ ਅੰਦਰ ਬੈਠਾ ਖੁਦ, ਪਰ ਸਾਧ ਸੰਗਤ ਜੀ ਦੂਰ ਹੋ ਗਏ, ਮਨ ਕਰਕੇ ਦੂਰ ਹੋ ਗਏ। ਸੱਚੇ ਪਾਤਸ਼ਾਹ ਕਹਿੰਦੇ ਫਿਰ ਵਿਕਾਰ ਭਰਮ, ਇਹ ਜਿਹੜਾ ਜੀਵ ਹੈ ਨਾ ਸਾਧ ਸੰਗਤ ਜੀ, ਇਹਦੇ ਅੰਦਰ ਬ੍ਰਹਮ ਦੀ ਸ਼ੁੱਧ ਅੰਸ਼ ਹੈ, ਨਿਰੰਕਾਰ ਬੈਠਾ ਇਹਦੇ ਅੰਦਰ, ਪਰ ਅਗਿਆਨ ਕਰਕੇ ਵਿਕਾਰ ਕਰਕੇ ਇਹ ਬਦਲ ਰਿਹਾ, ਹੋਰ ਦੀ ਹੋਰ ਹੋ ਰਿਹਾ। ਇਹਨੂੰ ਵਿਕਾਰ ਭਰਮ ਕਹਿੰਦੇ ਨੇ ਸਾਧ ਸੰਗਤ ਜੀ। ਜਗਤ ਦੀ ਨਿਆਈ ਹੋ ਰਿਹਾ, ਝੂਠਾ ਹੋ ਰਿਹਾ, ਵਿਕਾਰ ਦੇ ਵਿੱਚ ਪੈ ਗਿਆ। ਜਿਵੇਂ ਸਾਧ ਇਹ ਬਦਲ ਰਿਹਾ ਬਸ ਆਪਣੇ ਆਪ ਨੂੰ। ਜਿਵੇਂ ਇਹ ਮਨ ਕਰਮਾ, ਇਹ ਮਨ ਧਰਮਾ, ਇਹ ਮਨ ਪੰਚ ਤਤ ਤੇ ਜਨਮ। ਮਨ ਨੇ ਕਿਸੇ ਕਰਮ ਕਾਂਡੀ ਨੂੰ ਵੇਖ ਲਿਆ, ਉਹ ਕਹਿੰਦਾ ਯਾਰ ਮੈਂ ਵੀ ਹੋਵਾਂ। ਮਨ ਨੇ ਵੇਖ ਲਿਆ ਵੀ ਉਹ ਫਲਾਣੇ ਥਾਂ ਦਾ ਚਿੱਟਾ ਚੋਲਾ ਆ, ਚਿੱਟੀ ਦਸਤਾਰ ਬੰਨੀ ਤੇ ਚਿੱਟਾ ਹੀ ਪਰਨਾ ਗਲ, ਮੈਂ ਵੀ ਹੋ ਜਾਵਾਂ। ਇਹ ਮਨ ਕਰਮਾ, ਇਹ ਮਨ ਧਰਮਾ। ਤੇ ਮਨ ਨੇ ਧਰਮੀ ਨੂੰ ਯਾਰ ਬੜਾ ਧਰਮੀ ਹੈ, ਅੰਮ੍ਰਿਤ ਵੇਲੇ ਉੱਠ ਕੇ ਬੜਾ ਪੂਜਾ ਪਾਠ ਕਰਦਾ ਹੈ, ਮੈਂ ਵੀ ਹੋ ਜਾਵਾਂ। ਬਸ ਇਉਂ ਬਦਲ ਰਿਹਾ ਸਾਧ ਸੰਗਤ ਜੀ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਫਿਰ ਜਿਹੜਾ ਪੰਜਵਾਂ ਭਰਮ ਹੈ ਉਹ ਹੈ ਕਿ ਬ੍ਰਹਮ ਇਤਰ ਜਗ ਸਤ ਹੈ। ਅਗਿਆਨ ਕਰਕੇ ਜੀਵ ਸਾਧ ਸੰਗਤ ਜੀ ਜਗਤ ਦੇ ਵਿੱਚ ਬ੍ਰਹਮ ਤੋਂ ਭਿੰਨ ਮੰਨ ਕੇ ਸਾਧ ਸੰਗਤ ਜੀ ਸਤਿਆ ਬੁੱਧੀ ਹੋ ਰਹੀ ਹੈ, ਇਹਨੂੰ ਭਾਵ ਸੰਸਾਰ ਸੱਚਾ ਪ੍ਰਤੀਤ ਹੋ ਰਿਹਾ। ਇਹ ਜੀਵ ਸੱਚੇ ਪ੍ਰਤੀਤ ਹੋ ਰਹੇ ਨੇ ਜੀਵ ਨੂੰ। ਇਹ ਦੌਲਤ ਮਹਿਲ ਮਾੜੀਆਂ ਧੀਆਂ ਪੁੱਤਰ ਸੱਚੇ ਲੱਗ ਰਹੇ ਹੈ, ਪਰ ਸੱਚ ਨਹੀਂ ਹੈ। ਮਹਾਰਾਜ ਕਹਿੰਦੇ ਬ੍ਰਹਮ ਇਤਰ ਜਗ ਸਤ ਹੈ। ਬ੍ਰਹਮ ਤੋਂ ਭਿੰਨਤਾ ਹੋ ਗਈ, ਜਗਤ ਨੂੰ ਸਤ ਮੰਨ ਲਿਆ। ਪਰ ਗੁਰਬਾਣੀ ਵਾਰ-ਵਾਰ ਕਹਿੰਦੀ ਜਗ ਰਚਨਾ ਸਭ ਝੂਠ ਹੈ। ਸਤਿਗੁਰੂ ਜੀ ਨੇ ਸਭ ਰਚਨਾ ਇਹ ਆਪ ਬਣਾਈ ਹੈ, ਪਰ ਝੂਠੀ ਹੈ, ਨਾਸ਼ ਹੋਣ ਵਾਲੀ ਹੈ। ਸਤਿਗੁਰੂ ਮਹਾਰਾਜ ਕਹਿੰਦੇ ਤੂੰ ਉਹਨੂੰ ਨਹੀਂ ਖੋਜਦਾ ਜਿਹਨੇ ਬਣਾਈ ਹੈ ਸਾਰੀ ਰਚਨਾ, ਉਹਨੂੰ ਨਹੀਂ ਲੱਭਦਾ। ਸਾਧ ਸੰਗਤ ਜੀ ਇਸੇ ਪ੍ਰਕਾਰ ਇਹ ਪੰਜ ਭਰਮ ਨੇ। ਤੇ ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਪੰਜ ਭਰਮ ਤੈਨੂੰ ਇਹਦੇ ਅੰਦਰ ਪੈਦਾ ਹੋ ਗਏ ਨੇ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਉਹ ਭਰਮ ਕਰਕੇ ਭੁੱਲਿਆ ਫਿਰਦਾ ਨਿਰੰਕਾਰ ਨੂੰ ਜੀਵ ਇਸਤਰੀ ਭੁੱਲੀ ਫਿਰਦੀ ਹੈ। ਸਾਧ ਸੰਗਤ ਜੀ ਯਾਦ ਰੱਖੋ ਇਹ ਭਰਮਾਂ ਦੀ ਨਿਵਰਤੀ ਕਿਵੇਂ ਹੋਵੇ? ਸਤਿਗੁਰੂ ਦੀ ਕਿਰਪਾ ਦੇ ਨਾਲ। ਗਿਆਨ ਨਾਲ ਵੀ ਭਰਮ ਦੀ ਨਿਵਰਤੀ ਨਹੀਂ ਹੁੰਦੀ। ਗਿਆਨ ਤੇ ਵਿਦਵਾਨਾਂ ਨੂੰ ਬੜਾ ਪਰ ਭਰਮ ਫਿਰ ਵੀ ਲੱਗਿਆ ਹੋਇਆ। ਸਾਧ ਸੰਗਤ ਜੀ ਤੇ ਗੁਰੂ ਜੀ ਨੂੰ ਆਖੇ ਮਹਾਰਾਜ ਕਿਰਪਾ ਕਰੋ, ਮੈਂ ਦ્વੈਤ ਭਾਵਨਾ ਵਿੱਚ ਲੱਗ ਗਿਆ, ਦੁਬਿਧਾ ਅੰਦਰ ਆ ਗਈ, ਭਰਮ ਮੈਨੂੰ। ਸਾਧ ਸੰਗਤ ਜੀ ਮਹਾਰਾਜ ਨੂੰ ਕਹਿਣਾ ਆ ਸੱਚੇ ਪਾਤਸ਼ਾਹ ਭਰਮ ਪਿਆ ਹੋਇਆ ਬਹੁਤਾ ਵੱਡਾ। ਕਿਵੇਂ? ਮੈਂ ਫਿਰ ਕਹਿ ਰਿਹਾ ਸਾਡੇ ਸਾਰਿਆਂ ਦੇ ਅੰਦਰ ਗੁਰੂ ਨਾਨਕ ਬੈਠੇ ਨੇ, ਨਿਰੰਕਾਰ ਜੀ ਬੈਠੇ ਨੇ, ਅਸੀਂ ਦੂਰ ਜਾਣ ਲਿਆ। ਪਰ ਉਹ ਤੇ ਕਹਿੰਦੇ ਕਿਸੇ ਜਨਾਬਤ ਬੁਝਾਵਤ, ਕਿਸੇ ਬੁਝਾਵਤ ਨੇਰਾ। ਮਹਾਰਾਜ ਦਾ ਜਿਵੇਂ ਬਚਨ ਹੈ ਕਿਸੇ ਦੂਰ ਜਨਾਬਤ, ਕਿਸੇ ਬੁਝਾਵਤ ਨੇਰਾ। ਬਸ ਭਰਮ ਕਰਕੇ ਕਿਸੇ ਨੂੰ ਦੂਰ ਨਿਰੰਕਾਰ ਨੇ ਦੂਰ ਜਨਾ ਦਿੱਤਾ। ਤੇ ਸਾਧ ਸੰਗਤ ਜੀ ਜਿਨ੍ਹਾਂ ਤੇ ਕਿਰਪਾ ਹੋ ਗਈ ਨਾ ਮਹਾਰਾਜ ਦੀ, ਉਹਨਾਂ ਨੂੰ ਨੇੜੇ ਜਨਾ ਲਿਆ ਵੀ ਮੈਂ ਤੇ ਤੇਰੇ ਕੋਲ ਹੀ ਬੈਠਾ ਹਾਂ। ਇਸ ਕਰਕੇ ਸਾਧ ਸੰਗਤ ਜੀ ਇਹ ਮਨ ਦੀ ਮੈਲ ਕਰਕੇ ਹੀ ਅਨੇਕਾਂ ਇਹ ਰੂਪ ਬਣਾ ਰਿਹਾ ਭਰਮ ਦੇ। ਪਰ ਜਿਸ ਵੇਲੇ ਸਾਧ ਸੰਗਤ ਜੀ ਜਿਹੜਾ ਮਨ ਹੈ ਜੋਤ ਸਰੂਪ ਹੋ ਜਾਵੇਗਾ। ਦੇਖੋ ਮਨ ਨੂੰ ਵਿਕਾਰ ਲੱਗੇ ਨੇ, ਮਨ ਨੂੰ ਮੈਲ ਲੱਗੀ ਹੈ। ਜਿੰਨਾ ਚਿਰ ਮਨ ਤੇ ਆਤਮਾ ਦਾ ਮੇਲ ਨਹੀਂ ਹੁੰਦਾ ਉਹਨਾਂ ਚਿਰ ਮਨ ਜੋਤ ਸਰੂਪ ਨਹੀਂ ਹੋ ਸਕਦਾ। ਸਾਧ ਸੰਗਤ ਜੀ ਹੈ ਜੋਤ ਸਰੂਪ ਹੀ ਹੈ ਮਨ, ਪਰ ਸਾਧ ਸੰਗਤ ਜੀ ਜਿਵੇਂ ਬਹੁਤੇ ਕੱਪੜਿਆਂ ਵਿੱਚ ਹੀਰਾ ਲਪੇਟਿਆ ਹੋਇਆ ਹੋਵੇ ਇਉਂ ਜਾਣ ਲਵੋ ਮਨ ਹੈ ਜੋਤ ਸਰੂਪ ਹੈ। ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਬਸ ਉਹ ਪਰਤਾਂ ਲਾਉਣੀਆਂ ਨੇ। ਕਿਵੇਂ? ਜਦੋਂ ਸਮਝ ਆ ਜਾਏਗੀ। ਉਹ ਮਨ ਦੀ ਮੈਲ ਦੂਰ ਕਰਨੀ ਹੈ। ਸਾਧ ਸੰਗਤ ਜੀ ਇਸੇ ਕਰਕੇ ਫਿਰ ਕਰਨਾ ਚਾਹੀਦਾ ਸਾਨੂੰ। ਜਿਵੇਂ ਸਾਧ ਸੰਗਤ ਜੀ ਇਹ ਸਾਰਿਆਂ ਗਹਿਣਿਆਂ ਨੂੰ ਢਾਲ ਕੇ ਇੱਕ ਸਾਧ ਸੰਗਤ ਜਿਹੜੀ ਉਹ ਡਲੀ ਹੈ ਬਣ ਜਾਂਦੀ ਹੈ ਨਾ ਕਾਹਦੀ? ਸੋਨੇ ਦੀ। ਦੇਖੋ ਇਹ ਜਿਹੜਾ ਸੋਨਾ ਹੈ, ਸੋਨੇ ਤੋਂ ਗਹਿਣੇ ਪਤਾ ਕਿਵੇਂ ਬਣਦੇ ਐ? ਜਦੋਂ ਸੁਹਾਗਾ ਉਹਦੇ ਵਿੱਚ ਰਲਾਵਟ ਕੀਤੀ ਹੈ ਤਾਂ ਉਹ ਗਹਿਣਾ ਬਣਦਾ। ਸ਼ੁੱਧ ਸੋਨੇ ਦਾ ਗਹਿਣਾ ਹੀ ਨਹੀਂ ਬਣਦਾ। ਤੇ ਸਾਧ ਸੰਗਤ ਜੀ
ਇਸੇ ਪ੍ਰਕਾਰ ਕਰਕੇ ਜਦੋਂ ਉਹਨੂੰ ਸਾਰੇ ਗਹਿਣੇ ਨੂੰ ਢਾਲ ਦਿੱਤਾ ਜਾਂਦਾ ਨਾ ਕੁਠਾਲੀ ਚ ਪਾ ਕੇ, ਤਾਂ ਸ਼ੁੱਧ ਸੋਨਾ ਰਹਿ ਜਾਂਦਾ। ਇਸੇ ਕਰਕੇ ਸਾਧ ਸੰਗਤ ਜੀ ਮਨ ਨੂੰ ਵੀ ਮੈਲ ਏਦਾਂ ਹੀ ਲੱਗੀ ਹੋਈ ਹੈ। ਇਹ ਉਦਾਹਰਣ ਦੇ ਰਿਹਾ ਮੈਂ, ਮਨ ਨੂੰ ਵੀ ਮੈਲ ਏਦਾਂ ਹੀ ਲੱਗੀ ਹੋਈ ਹੈ ਸਾਧ ਸੰਗਤ ਜੀ। ਇਸੇ ਕਰਕੇ ਤੂੰ ਇਹ ਕਰਿਆ ਕਰਕੇ ਪ੍ਰੇਮ ਦੀ ਕੁਠਾਲੀ ਵਿੱਚ ਪਾ ਕੇ ਤਪ ਕਰਨ ਰੂਪੀ ਅੱਗ ਲਾ ਕੇ ਸਾਧ ਸੰਗਤ ਜੀ ਫਿਰ ਤੂੰ ਇਹ ਜਿਹੜੀ ਮਨ ਨੂੰ ਲੱਗੀ ਹੋਈ ਮੈਲ ਹੈ ਇਹਨੂੰ ਕੱਟ ਦੇਣਾ ਕਰ। ਫਿਰ ਸਾਧ ਸੰਗ ਦਵੈਸ਼ ਦੀ ਮੈਲ, ਦੁਬਦਾ ਦੀ ਮੈਲ ਕੱਟੀ ਜਾਏਗੀ। ਇਹ ਮਨ ਜੋਤ ਸਰੂਪ ਹੀ ਹੋ ਜਾਏਗਾ। ਸਾਧ ਸੰਗ ਜੀ ਆਪਣੇ ਮੂਲ ਦੀ ਪਹਿਚਾਣ ਹੋ ਜਾਵੇ ਕਿ ਮੈਂ ਤਾਂ ਸ਼ੁੱਧ ਬ੍ਰਹਮ ਹਾਂ, ਮੈਂ ਤੇ ਨਿਰੰਕਾਰ ਹਾਂ। ਪਰ ਹੁਣ ਭਰਮ ਕਰਕੇ ਕਹਿ ਰਹੇ ਆ ਕਿ ਨਿਰੰਕਾਰ ਹਾਂ, ਉਸ ਅਵਸਥਾ ਤੇ ਨਹੀਂ ਪਹੁੰਚੇ। ਉਹਦੇ ਅਵਸਥਾ ਇਉਂ ਹੈ ਕਿ ਤੱਤੀ ਤਵੀ ਤੇ ਫਿਰ ਬਹਿ ਜਾਈਦਾ, ਉਹ ਤੇ ਫਿਰ ਬੰਦ ਕਟਵਾ ਲਈਦਾ, ਉਹ ਤਾਂ ਫਿਰ ਖੋਪਰ ਵੀ ਲੁਹਾ ਲਈ ਜਾਂਦੇ ਐ। ਸਾਧ ਸੰਗਤ ਜੀ ਸਰੀਰ ਨੂੰ ਦੋ ਫਾੜ ਵੀ ਕਰ ਦਿੱਤਾ ਜਾਂਦਾ, ਉਹ ਤਾਂ ਫਿਰ ਸ਼ੀਸ਼ ਨੂੰ ਹੱਥ ਦੇ ਉਹ ਤਲੀ ਤੇ ਵੀ ਰੱਖ ਲਿਆ ਜਾਂਦਾ ਹੈ। ਉਹਦੇ ਬਾਰੇ ਮਹਾਰਾਜ ਕਹਿ ਰਹੇ ਨੇ ਸਾਧ ਸੰਗਤ ਜੀ, ਜਦੋਂ ਮਨੁੱਖ ਦਾ ਮਨ ਸ਼ੁੱਧ ਹੋ ਜਾਏ, ਜਦੋਂ ਮਨੁੱਖ ਦਾ ਮਨ ਆਤਮ ਸਰੂਪ ਬ੍ਰਹਮ ਚੇਤਨ ਹੋ ਜਾਏਗਾ ਤੇ ਤਾਂ ਸਾਧ ਸੰਗਤ ਜੀ ਫਿਰ ਕਿਰਪਾ ਹੋਣੀ ਹੈ। ਅੱਗੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਐ, ਇਹ ਜੀਵ ਰੂਪੀ ਇਸਤਰੀ ਭਰਮਾਂ ਵਿੱਚ ਪੈ ਕੇ ਭਾਈ ਭੁੱਲ ਗਈ ਨਿਰੰਕਾਰ ਨੂੰ। ਦੂਜੈ ਲੱਗਾ ਹੇਤ, ਹਾਂ ਦੂਜੇ ਵਿੱਚ ਹਿੱਤ ਲੱਗ ਗਿਆ। ਦੂਜਾ ਕੌਣ ਹੈ? ਦੋ ਜੋ ਤੁਸੀਂ ਵੇਖ ਰਹੇ ਹੋ, ਧੀ ਪੁੱਤਰ, ਘਰ ਪਰਿਵਾਰ, ਮਹਿਲ ਮਾੜੀਆਂ, ਇਹ ਦੂਜਾ ਪਣ ਹੈ। ਇੱਕ ਕੌਣ ਸੀ? ਇੱਕ ਤੇ ਅੰਦਰ ਸੀ, ਅੰਦਰ ਬੈਠਾ, ਉਹਨੂੰ ਭੁੱਲ ਗਿਆ। ਹਿੱਤ ਕਿਹਦੇ ਨਾਲ ਲਾ ਲਿਆ? ਮਾਇਆ ਦੇ ਨਾਲ, ਪਰਿਵਾਰ ਦੇ ਨਾਲ, ਧੀ ਦੇ ਨਾਲ, ਪੁੱਤਰ ਦੇ ਨਾਲ। ਭਰਮ ਹੋਣ ਕਰਕੇ ਮੈਂ ਸਮਝਾ ਦਿੱਤਾ ਕਿ ਭਰਮ ਕੀ ਹੈ। ਭਰਮ ਪੈਣੇ ਕਰਕੇ ਦੂਜਾ ਹਿੱਤ ਲੱਗ ਗਿਆ ਇਹਨੂੰ। ਦੂਜਾ ਹਿੱਤ ਅੰਦਰ ਜੇ ਮਨੁੱਖ ਦੇ ਦੁਬਦਾ ਨਾ ਹੁੰਦੀ, ਭਰਮ ਨਾ ਹੁੰਦਾ ਤੇ ਸਾਧ ਸੰਗਤ ਜੀ ਦੂਜਾ ਬਣਾਉਣਾ ਹੀ ਨਹੀਂ ਸੀ। ਅਦਵੈਤ ਸਰੂਪ ਵਾਹਿਗੁਰੂ ਦੀ ਪ੍ਰਾਪਤੀ ਹੋ ਜਾਣੀ ਸੀ। ਪਰ ਕਹਿੰਦੇ ਪੰਜਵੇਂ ਸੁਆਮੀ ਕਹਿੰਦੇ ਦੂਜੇ ਲੱਗਾ ਹੇਤ। ਐਸਾ ਭਰਮ ਵਿੱਚ ਪੈ ਕੇ ਭਟ ਗਿਆ, ਐਸਾ ਭਰਮ ਵਿੱਚ ਪੈ ਕੇ ਭੁੱਲਿਆ ਜੀਵ ਨਿਰੰਕਾਰ ਨੂੰ। ਸਾਧ ਸੰਗਤ ਜੀ ਐਸਾ ਭੁਲਾ ਦਿੱਤਾ ਕਿ ਦੂਜੇ ਵਿੱਚ ਹਿੱਤ ਲਾ ਲਿਆ। ਇਹ ਸੰਸਾਰ ਵਿੱਚ ਹੀ ਹਿੱਤ ਲਾ ਲਿਆ ਜੋ ਸੱਚਾ ਨਹੀਂ। ਮਹਿਲ ਮਾੜੀਆਂ ਸੱਚੀਆਂ ਨਹੀਂ, ਧੀ ਪਰਿਵਾਰ ਦਾ ਸਾਥ ਸੱਚਾ ਨਹੀਂ, ਹਿੱਤ ਲਾ ਲਿਆ। ਇਉਂ ਦੱਸਦੇ ਹਨ, ਲੱਖ ਸੀਗਾਰ ਬਣਾਇਆ। ਤਾਂ ਮਹਾਰਾਜ ਕਹਿੰਦੇ ਦੂਜੇ ਵਿੱਚ ਇਹਦਾ ਹਿੱਤ ਲੱਗਣੇ ਕਰਕੇ ਭਾਈ ਉਹ ਨਿਰੰਕਾਰ ਨੂੰ ਨਹੀਂ ਪ੍ਰਾਪਤ ਨਹੀਂ ਕਰ ਸਕਿਆ। ਬੰਧਨ ਤੋਂ ਮੁਕਤੀ ਨਹੀਂ ਹੋ ਸਕਿਆ, ਸਗੋਂ ਹੋਰ ਬੰਧਨਾਂ 'ਚ ਪੈ ਗਿਆ। ਮਨੁੱਖਾ ਜਨਮ ਦਿੱਤਾ ਗੁਰੂਦੇਵ ਨੇ ਬੰਧਨ ਕੱਟਣ ਵਾਸਤੇ, ਪਰ ਯਾਦ ਕਰੋ ਸਾਰੇ ਜਿੰਨੇ ਬੈਠਿਆ ਬੰਧਨ ਹੋਰ ਪਵਾ ਲਏ। ਨਿੰਦਿਆ ਕਰਕੇ, ਚੁਗਲੀ ਕਰਕੇ, ਭਰਮ ਕਰਕੇ, ਦੁਬਦਾ ਕਰਕੇ, ਵਿਕਾਰਾਂ ਕਰਕੇ ਹੋਰ ਬੰਧਨ ਪਾ ਲਏ। ਤਾਂ ਕਰਕੇ ਭਾਈ ਗੁਰਦਾਸ ਕਹਿੰਦੇ ਨੇ, ਜੁਗ ਜੁਗ ਮੇਰੇ ਸਰੀਰ ਕਾ ਵਾਸ਼ਨਾ ਬੱਧਾ ਆਵੇ ਜਾਵੇ। ਵਾਸ਼ਨਾ ਦਾ ਮਾਰਿਆ ਹੋਇਆ ਮਨੁੱਖ ਵਾਰ-ਵਾਰ ਆ ਰਿਹਾ। ਸਾਧ ਸੰਗਤ ਜੀ ਹਿੱਤ ਕਰਕੇ ਵਾਰ-ਵਾਰ ਦੁਨੀਆ 'ਚ, ਪਰਿਵਾਰ 'ਚ ਹਿੱਤ ਲਾਇਆ ਸੀ, ਸੰਸਾਰ ਵਿੱਚ ਹਿੱਤ ਲਾਇਆ ਸੀ, ਸੰਸਾਰ 'ਚ ਹੀ ਵਾਰ-ਵਾਰ ਆ ਰਿਹਾ। ਯਾਦ ਰੱਖਿਓ, ਜਿੱਥੇ ਤੁਸੀਂ ਹਿੱਤ ਲਾਵੋਗੇ ਨਾ, ਪਿਆਰ ਲਾਵੋਗੇ, ਵਾਰ-ਵਾਰ ਉਹਨੂੰ ਵੇਖੋਗੇ, ਵਾਰ-ਵਾਰ ਉਹਨੂੰ ਸੁਣੋਗੇ, ਵਾਰ-ਵਾਰ ਉੱਥੇ ਆਵੋਗੇ। ਇਹ ਹਿੱਤ ਹੈ, ਇਹ ਪ੍ਰੇਮ ਹੈ। ਤੇ ਸੰਸਾਰ ਵਿੱਚ ਜੇ ਪ੍ਰੇਮ ਲਾ ਲਿਆ ਨਾ ਤੁਸੀਂ, ਵਾਰ-ਵਾਰ ਇੱਥੇ ਆਵੋਗੇ, ਵਾਰ-ਵਾਰ। ਕਦੇ ਵੀ ਸੱਚਖੰਡ ਵਿੱਚ ਵਾਸਾ ਨਹੀਂ ਹੋਵੇਗਾ, ਕਦੇ ਵੀ ਨਿਰੰਕਾਰ ਦੇ ਚਰਨਾਂ 'ਚ ਅਭੇਦਤਾ ਨਹੀਂ ਹੋਵੇਗੀ। ਯਾਦ ਰੱਖਿਓ, ਇਹ ਦੂਜੇ ਦੇ ਹੀ ਸਭ ਕਾਰਨਾਮੇ ਹੈ। ਇਹ ਦਵੈਤ ਭਾਵਨਾ ਕਰਕੇ ਹੀ ਹੈ, ਇਹ ਦੂਜੇ ਹਿੱਤ ਕਰਕੇ ਹੀ ਹੈ। ਤੇ ਕਬੀਰ ਸਾਹਿਬ ਦੇ ਕਿਹੜਾ ਬੱਚੇ ਨਹੀਂ ਸੀ ਹੋਏ। ਜੇ ਤੁਸੀਂ ਆਖਣਾ ਜੀ ਫਿਰ ਪਰਿਵਾਰ ਨੂੰ ਛੱਡ ਦੀ, ਨਾ ਨਹੀਂ ਛੱਡਣਾ। ਮਾਇਆ ਨਹੀਂ ਛੱਡਣੀ। ਕੀ ਛੱਡਣਾ? ਮੋਹ ਛੱਡਣਾ, ਇਹੀ ਤਿਆਗ ਕਰਨਾ। ਅਸਲ 'ਚ ਵਿਰਾਗ ਕੀ ਹੁੰਦਾ ਹੈ? ਸਭ ਕੁਝ ਕੋਲ ਹੁੰਦਿਆਂ ਹੋਇਆਂ ਉਹਦੇ ਵਿੱਚ ਅਟੈਚਮੈਂਟ ਨਾ ਹੋਣੀ, ਉਹ ਲਗਾਵ ਨਾ ਹੋਣੀ, ਇਹਨੂੰ ਤਿਆਗ ਕਹਿੰਦੇ ਨੇ, ਇਹਨੂੰ ਹੀ ਵਿਰਾਗ ਕਹਿੰਦੇ ਨੇ। ਸਭ ਕੁਝ ਕੋਲ ਹੁੰਦਿਆਂ ਹੋਇਆਂ ਵੀ ਉਹਦਾ ਪ੍ਰਭਾਵ ਨਾ ਪਵੇ ਮਨ ਤੇ, ਉਹਨੂੰ ਵਿਰਾਗੀ ਆਖਿਆ।
ਸਾਧ ਸੰਗਤ ਜੀ ਤਾਂ ਕਰਕੇ ਸਤਿਗੁਰੂ ਜੀ ਫਿਰ ਦੱਸਦੇ ਹਨ, ਲੱਖ ਸੀਗਾਰ ਬਣਾਇਆ। ਦੀਨ ਦੁਨੀਆ ਦੇ ਗੁਰਦੇਵ ਕਹਿੰਦੇ ਐ ਇਸ ਮਨੁੱਖ ਨੇ ਲੱਖਾਂ ਹੀ ਸ਼ਿੰਗਾਰ ਬਣਾ ਲਈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਲੱਖਾਂ ਹੀ ਹਾਰ ਸ਼ਿੰਗਾਰ ਕਰ ਰਿਹਾ, ਭਾਵ ਇਹਨੇ ਬੜੇ ਜਲ ਧਾਰੇ ਕੀਤੇ, ਸਾਧ ਸੰਗਤ ਜੀ ਬੜੀਆਂ ਧੂਣੀਆਂ ਤਾਪੀਆਂ, ਬੜਾ ਯੋਗਾ ਅਭਿਆਸ ਕੀਤਾ, ਸ਼ਿੰਗਾਰ ਕਰ ਲਏ। ਸੱਚੇ ਪਾਤਸ਼ਾਹ ਕਹਿੰਦੇ ਇਹਨੇ ਮਨ ਤਨ ਤੇ, ਪਰ ਅਸਲ ਜਿਹੜੀ ਗੱਲ ਸੀ ਨਿਰੰਕਾਰ ਵਾਹਿਗੁਰੂ ਨੂੰ ਯਾਦ ਕਰਨਾ, ਉਹਦੀ ਪ੍ਰਾਪਤੀ, ਉਹਦਾ ਗਿਆਨ ਹੋਣਾ, ਉਹ ਨਹੀਂ ਹੋਇਆ। ਤਾਂ ਇੰਨੇ ਕਾਰਜ ਕੀਤਿਆਂ ਹੋਇਆਂ ਵੀ ਕਿਤੇ ਕੰਮ ਨਹੀਂ ਆਇਆ। ਫਿਰ ਪੜੋ ਜੀ, ਲੱਖ ਸ਼ਿੰਗਾਰ ਬਣਾਇਆ। ਮਹਾਰਾਜ ਕਹਿੰਦੇ ਜਿਵੇਂ ਇਸਤਰੀ ਬਾਹਰੀ ਇਸਤਰੀ ਲੱਖਾਂ ਹੀ ਸ਼ਿੰਗਾਰ ਬਣਾ ਲੈਂਦੀ ਏ, ਸਾਧ ਸੰਗਤ ਜੀ ਹਾਰ ਸ਼ਿੰਗਾਰ ਕਰਦੀ ਏ, ਗਲ ਵਿੱਚ ਕੀ ਕਰਦੀ ਏ, ਸੋਨੇ ਦਾ ਹਾਰ ਪਾ ਲੈਂਦੀ ਏ, ਤੇ ਕੰਨਾਂ ਵਿੱਚ ਬੜੀਆਂ ਸੋਹਣੀਆਂ ਮੁੰਦਰਾਂ ਪਾ ਲੈਂਦੀ ਏ। ਸਾਧ ਸੰਗਤ ਜੀ ਬਹੁਤ ਹਾਰ ਸ਼ਿੰਗਾਰ ਕਰਕੇ ਬਹਿੰਦੀ ਹੈ, ਪਰ ਦਿਖਾਵੇ ਕਿਹਨੂੰ, ਉਹਦਾ ਪਤੀ ਤੇ ਹੈ ਨਹੀਂ ਹੈ, ਤਾਂ ਉਹਦਾ ਹਾਰ ਸ਼ਿੰਗਾਰ ਕੀਤਾ ਹੋਇਆ ਕਿਸੇ ਕੰਮ ਨਹੀਂ ਹੈ। ਤਾਂ ਮਹਾਰਾਜ ਫਿਰ ਉਦਾਹਰਨ ਦੇ ਕੇ, ਦ੍ਰਿਸ਼ਟਾਂਤ ਦੇ ਕੇ ਸਮਝਾਉਂਦੇ ਐ। ਇਸੇ ਤਰ੍ਹਾਂ ਜਿਹੜੀ ਜੀਵ ਰੂਪੀ ਇਸਤਰੀ ਹੈ ਨਾ, ਇਹਨੇ ਬਹੁਤ ਹੀ ਹਾਰ ਸ਼ਿੰਗਾਰ ਕਰ ਲਏ ਸਾਧ ਸੰਗਤ ਜੀ। ਕਿਹੜੇ ਕਿ ਮੈਂ ਕਰਮੀ ਹਾਂ, ਮੈਂ ਧਰਮੀ ਹਾਂ, ਮੈਂ ਪੁੰਨੀ ਹਾਂ, ਮੈਂ ਦਾਨੀ ਹਾਂ, ਬਹੁਤ ਦਾਨ ਕੀਤਾ ਜੀ, ਮੈਂ ਬਹੁਤ ਸੇਵਾਦਾਰ ਹਾਂ। ਤੇ ਇਹਨੇ ਉਹ ਹਾਰ ਸ਼ਿੰਗਾਰ ਤਾਂ ਕਰ ਲਏ ਐ, ਪਰ ਦਿਖਾਵੇ ਕਿਹਨੂੰ, ਨਿਰੰਕਾਰ ਦੀ ਰੀਝ ਦਾ, ਪ੍ਰੇਮ ਦੇ ਨਾਲ, ਨਿਰੰਕਾਰ ਦੀ ਰੀਝ ਦਾ, ਨਾਮ ਦੇ ਨਾਲ। ਜਦੋਂ ਸਾਧ ਸੰਗਤ ਜੀ ਨਾਮ ਅੰਦਰ ਹੋਵੇਗਾ, ਉਹ ਤਤ ਅੰਦਰ ਹੋਵੇਗਾ ਨਾਮ ਦਾ, ਆਪਣੀ ਜੋਤ ਜਗਦੀ ਵੇਖੇਗਾ ਵੀ ਇਹਦੇ ਅੰਦਰ ਨਾਮ ਦੀ ਜੋਤ ਜਗ ਰਹੀ ਹੈ। ਜਦੋਂ ਵੇਖੇਗਾ ਨਾ ਨਿਰੰਕਾਰ, ਉਦੋਂ ਹੀ ਕੋਲ ਆਵੇਗਾ। ਸਾਧ ਸੰਗਤ ਜੀ ਇਸੇ ਕਰਕੇ ਲੱਖਾਂ ਹੀ ਹਾਰ ਸ਼ਿੰਗਾਰ ਤੂੰ ਕਰ ਲੈ, ਜਿੰਨਾ ਚਿਰ ਵਾਹਿਗੁਰੂ ਨਿਰੰਕਾਰ ਨਹੀਂ ਉਹਦੀ ਪ੍ਰਾਪਤੀ ਨਾ ਹੁੰਦੀ, ਤਾਂ ਸਭ ਕੀਤੇ ਪੁੰਨ ਦਾਨ, ਸਾਧ ਸੰਗਤ ਸਭ ਕੀਤੀ ਸੇਵਾ, ਕਿਤੇ ਕੰਮ ਨਹੀਂ ਪੈਣੀ। ਇਹ ਕਾਰਜ ਕੀਤੇ ਕਿਤੇ ਵੀ ਕੰਮ ਨਹੀਂ ਆਉਣਗੇ। ਕਾਰਜ ਨਾਹੀ ਕੇਤੋ। ਮਹਾਰਾਜ ਕਹਿੰਦੇ ਭਾਵੇਂ ਕੋਈ 10 ਵਾਰ ਸਾਧ ਲਵੇ, ਪ੍ਰਾਣਾਯਾਮ ਕਰੇ, ਯੋਗਾ ਅਭਿਆਸ ਕਰੇ, ਤ੍ਰਾਟਕ ਸਾਧ ਲਵੇ, ਮੰਤਰ ਸਿੱਧ ਕਰ ਲਵੇ, ਮੰਤਰ ਸਿੱਧ ਕਰ ਲਵੇ, ਵਾਕ ਸਿੱਧੀ ਵੀ ਹੋ ਜਾਏ। ਸਾਧ ਸੰਗਤ ਜੀ ਓਏ ਬੱਚੇ ਨੂੰ ਚੁੱਪ ਕਰਾਓ। ਤੇ ਸਾਧ ਸੰਗਤ ਜੀ ਸਭ ਕੁਝ ਕੋਈ ਸਾਧਨ ਕਰ ਲਵੇ, ਲੱਖਾਂ ਹੀ ਇਹ ਸਾਧਨ ਕਰ ਲਵੇ, ਸ਼ਿੰਗਾਰ ਕਰ ਲਵੇ। ਦੁਨੀਆ ਕਹਿ ਦੇਵੇਗੀ ਕਰਾਮਾਤੀ ਹੈ ਜੀ, ਦੁਨੀਆ ਕਹਿ ਦੇਵੇਗੀ ਇਹ ਤੇ ਮੰਤਰ ਸਾਧੇ ਹੈ, ਦੁਨੀਆ ਕਹਿ ਦੇਵੇਗੀ ਕਿ 10ਵਾਂ ਦੁਆਰ ਖੁੱਲਿਆ ਹੋਇਆ ਇਹਨੇ ਪ੍ਰਾਣਾਯਾਮ ਕੀਤਾ ਹੋਇਆ। ਪਰ ਸਾਧ ਸੰਗਤ ਜੀ ਸਭ ਕੁਝ ਫੇਲ ਹੈ, ਸਭ ਕੁਝ ਝੂਠ ਹੈ। ਜੇ ਨਿਰੰਕਾਰ ਦਾ ਅੰਦਰ ਪ੍ਰੇਮ ਨਹੀਂ ਹੈ, ਉਹਦੀ ਨਾਮ ਨਹੀਂ, ਉਹਦੀ ਪ੍ਰਾਪਤੀ ਨਹੀਂ ਹੈ। ਜੈਤ ਦਿਨ ਦੇਹ ਬੈਨਸ ਸੀ। ਹਾਂ, ਇਹਦਾ ਸ਼ੁੱਧ ਪਾਠ ਇਦਾਂ ਹੀ ਹੈ, ਬੈਨਸ ਸੀ। ਤੇ ਜਿਨ੍ਹਾਂ ਦੀ ਕੋਈ ਸੰਥਿਆ ਨਹੀਂ ਹੈ, ਕੋਈ ਸ਼ੁੱਧ ਪਾਠ ਨਹੀਂ ਹੈ, ਉਹ ਕਹਿੰਦੇ ਬੈਨਸ ਸੀ। ਉਹ ਸਿੱਧਾ ਬੈਨਸ ਜੀ ਕਹਿਣਗੇ, ਤੁਸੀਂ ਧਿਆਨ ਨਾਲ ਸੁਣਿਓ ਕਿਤੇ। ਤੇ ਸਾਧ ਸੰਗਤ ਜੀ ਸ਼ੁੱਧ ਕੀ ਹੈ, ਬੈਨਸ ਸੀ, ਡੈਸ਼ ਲਗਾ ਕੇ ਬੋਲਣਾ ਹੈ। ਤਾਂ ਮਹਾਰਾਜ ਕਹਿੰਦੇ ਹਨ ਜਿਤ ਦਿਨ, ਜਿਹੜੇ ਦਿਨ ਸਾਧ ਸੰਗਤ ਜੀ ਸਰੀਰ ਦਾ ਨਾਸ਼ ਹੋ ਜਾਏਗਾ ਨਾ, ਤਾਂ ਕੀ ਕਹਿਣਗੇ, ਅੱਗੇ ਦੱਸਦੇ ਹਨ, ਤਿਤ ਵੇਲੇ ਕਹਿਸਨ ਪ੍ਰੇਤ। ਪ੍ਰੇਤ ਕਹਿਣਗੇ, ਮਹਾਰਾਜ ਕਹਿੰਦੇ ਘਰ ਦੇ ਵਿੱਚ ਕਿਹਦੇ ਨਾਲ ਬਹੁਤਾ ਪ੍ਰੇਮ ਹੁੰਦਾ, ਘਰ ਵਾਲੀ ਨਾਲ, ਧੀਆਂ ਪੁੱਤਰਾਂ ਦੇ ਨਾਲ, ਧੀ ਨਾਲ ਪੁੱਤਰ ਨਾਲ ਪ੍ਰੇਮ ਹੁੰਦਾ ਬਹੁਤਾ, ਰਿਸ਼ਤੇਦਾਰਾਂ ਨਾਲੋਂ ਵੀ ਬਹੁਤਾ ਪ੍ਰੇਮ ਧੀਆ ਪੁੱਤਰਾਂ ਪਰਿਵਾਰ ਨਾਲ ਹੁੰਦਾ ਨਾ, ਘਰ ਵਾਲੀ ਨਾਲ। ਤਾਂ ਭਗਤ ਰਵਿਦਾਸ ਮਹਾਰਾਜ ਕਹਿੰਦੇ ਘਰ ਕੀ ਨਾਰ ਉਰਹਿ ਤਨ ਲਾਗੀ, ਉਹ ਤੋਂ ਭੂਤ ਭੂਤ ਕਰ ਭਾਗੀ। ਉਹਦੇ ਭੂਤ ਭੂਤ ਕਹਿ ਕੇ ਕਹੇਗੀ ਕਿ ਇਹ ਭੂਤ ਬਣ ਕੇ ਨੂੰ ਲੈ ਜਾਓ ਹੁਣ ਛੇਤੀ। ਤੇ ਤਾਂ ਕਰਕੇ ਸਾਧ ਸੰਗਤ ਜੀ ਗੁਰਬਾਣੀ ਕਹਿੰਦੀ ਹੈ, ਕਾਹੇ ਭਈਆ ਫਿਰ ਤੋਂ ਫੂਲਿਆ ਫੂਲਿਆ, ਕਿਉਂ ਹੰਕਾਰ ਦੇ ਨਾਲ ਫੁੱਲਿਆ ਫਿਰਦਾ। ਮਹਾਰਾਜ ਕਹਿੰਦੇ ਬਸ ਤੇਰੀ ਔਕਾਤ ਪਤਾ ਕਿੰਨੀ ਕੁ ਹੈ। ਕਬੀਰ ਸਾਹਿਬ ਦੱਸਦੇ ਐ, ਮਹਾਰਾਜ ਕਹਿੰਦੇ ਰਹਿ ਕਿਰਮ ਦਲ ਖਾਈ, ਜਬ ਜਰੀਏ ਤਨ ਹੋਏ ਭਸਮ, ਜਬ ਜਰੀਏ ਤਬ ਹੋਏ ਭਸਮ ਤਨ, ਰਹਿ ਕਿਰਮ ਦਲ ਖਾਈ, ਕਾਚੀ ਗਾਗਰ ਨੀਰ ਪਰਤ ਹੈ, ਯਾ ਤਨ ਕੀ ਇਹ ਵਡਾਈ। ਬਸ ਇੰਨੀ ਕੋਈ ਵਡਿਆਈ ਹੈ ਤੇਰੀ, ਜਿਵੇਂ ਕੱਚੀ ਗਾਗਰ ਵਿੱਚ ਨੀਰ ਹੋਵੇ, ਕੱਚੇ ਘੜੇ ਵਿੱਚ ਪਾਣੀ ਹੋਵੇ। ਕਾਹੇ ਭਈਆ ਫਿਰ ਤੋਂ ਫੂਲਿਆ ਫੂਲਿਆ, ਕਿਉਂ ਮਾਣ ਚੱਕੀ ਫਿਰਦਾ ਹੈ, ਮੈਂ ਬੜਾ ਸੁੰਦਰ ਹਾਂ।
ਮੇਰੇ ਕੋਲ ਮਹਿਲ ਮਾੜੀਆਂ ਨੇ। ਸੱਚੇ ਪਾਤਸ਼ਾਹ ਕਹਿੰਦੇ ਸੁੰਦਰ ਘਰ ਵਾਲੀ ਹੈ, ਧੀ ਪਰਿਵਾਰ ਸੁੰਦਰ ਹੈ, ਆਗਿਆਕਾਰ ਹੈ। ਇਸੇ ਹੀ ਆਗਿਆਕਾਰ ਧੀ ਘਰ ਵਾਲੀ ਨੇ ਕਹਿਣਾ ਇਹ ਹੁਣ ਮਰ ਗਿਆ, ਇਹਨੂੰ ਲੈ ਜਾਓ। ਤੇ ਮਹਾਰਾਜ ਕਹਿੰਦੇ, ਸੱਚੇ ਪਾਤਸ਼ਾਹ ਕਹਿੰਦੇ ਹੋਰ ਜੋਰ ਜੋਰ ਧਨ ਕੀ ਆ, ਜੋਰ ਜੋਰ ਕੇ ਧਨ ਨੂੰ ਇਕੱਠਾ ਕੀਤਾ, ਮਰਤੀ ਬਾਰ ਲੇਹੋ ਲੇਹੋ ਕਰੀਏ। ਦੇਖੋ ਕਬੀਰ ਸਾਹਿਬ ਦਾ ਬਚਨ। ਤੇ ਮਰਨ ਵੇਲੇ ਦੁਨੀਆ ਇਹ ਪਰਿਵਾਰ ਘਰ ਵਾਲੇ ਕਹਿੰਦੀ ਜੀ ਤੂੰ ਲੈ ਲਓ ਮਾਇਆ, ਮਰਤੀ ਬਾਰ ਲੇਹੋ ਲੇਹੋ ਕਰੀਏ, ਭੂਤ ਰਹਿਣ ਕਿਉਂ ਦੀਆ। ਕਿੰਨੇ ਮੋਲਕ ਬਚਨ ਮਹਾਰਾਜ ਕਹਿ ਰਹੇ ਨੇ। ਫਿਰ ਸਮਝੋ ਮਹਾਰਾਜ ਕਹਿੰਦੇ ਮਰਤੀ ਬਾਰ ਲੇਹੋ ਲੇਹੋ ਕਰੀਏ, ਮਾਇਆ ਇਕੱਠੀ ਧਨ ਪਦਾਰਥ ਐਫਡੀਆਂ ਬਣਾਈਆਂ ਸਾਰੀਆਂ ਬੈਂਕ ਬੈਲੈਂਸ। ਜਿਸ ਵੇਲੇ ਮੰਜੇ ਤੇ ਪਿਆ ਹੋਵੇਗਾ ਨਾ ਜੀਵ, ਤਾਂ ਸਾਧ ਸੰਗਤ ਜੀ ਇਹਦੀ ਘਰ ਵਾਲੀ ਧੀ ਪੁੱਤਰ ਕਹਿਣਗੇ ਬਾਪੂ ਬੜਾ ਧਨ ਜੋੜ ਲਿਆ, ਹੁਣ ਦੱਸ ਦੇ ਕਿੱਥੇ ਹੈ। ਲੇਹੋ ਲੇਹੋ ਕਰੀਏ, ਭੂਤ ਰਹਿਣ ਕਿਉਂ ਦੀਆ। ਕਹਿਣਗੇ ਭੂਤ ਕੋਲੇ ਕਾਹਤੋਂ ਰਹਿਣ ਦੇਣਾ, ਹੁਣ ਤੇ ਮਰ ਗਿਆ। ਤਾਂ ਕਰਕੇ ਗੁਰਬਾਣੀ ਕਹਿੰਦੀ ਹੈ ਜਿਸ ਦੇਹ ਦਾ ਤੂੰ ਮਾਣ ਕਰ ਰਿਹਾ, ਜਿਸ ਦੇਹ ਨੂੰ ਸਤ ਸੰਗਤ ਵਿੱਚ ਨਹੀਂ ਲੈ ਕੇ ਗਿਆ, ਜਿਸ ਦੇਹ ਨੂੰ ਸੰਤਾਂ ਦੀ ਸੰਗਤ 'ਚ ਨਹੀਂ ਲਾਇਆ, ਮਹਾਰਾਜ ਕਹਿੰਦੇ ਨਾਸ਼ ਹੋਣ ਵਾਲੀ ਝੂਠੀ ਦੇਹੀ ਹੈ। ਤਿਤ ਵੇਲਾ ਕੈਸਾ ਪ੍ਰੇਤ ਬਸ, ਸਭ ਕੋ ਜੀਵਤ ਕੋ ਵਿਵਹਾਰ। ਬਸ ਇਹਦੇ ਸਾਧ ਸੰਗਤ ਜੀ ਦੇਖਣ ਮਾਤਰੀ ਸਰੀਰ ਪ੍ਰਤੀਤ ਹੁੰਦੇ ਹੈ ਸਭ ਕੁਝ ਝੂਠਾ ਹੀ ਹੈ। ਜਿਸ ਵੇਲੇ ਦੁਨੀਆ ਤੋਂ ਚਲਿਆ ਗਿਆ ਸਭ ਤੈਨੂੰ ਪ੍ਰੇਤ ਕਹਿਣਗੇ। ਪਕੜ ਚਲਾਇਆ ਨਾ ਦੂਤ ਜਾਮ। ਹਾਂ ਸਾਧ ਸੰਗਤ ਜੀ ਪੂਰੀ ਪੰਕਤੀ ਪੜ੍ਹ। ਪਕੜ ਚਲਾਇਆ ਨਾ ਦੂਤ ਜਾਮ, ਕਿਸੈ ਨਾ ਦੇਨੀ ਭੇਤ। ਪੰਜਵੇਂ ਪਾਤਸ਼ਾਹ ਭਾਦੋ ਦੇ ਮਹੀਨੇ ਕਹਿੰਦੇ ਐ ਜਿਸ ਵੇਲੇ ਉਹ ਸਾਧ ਸੰਗਤ ਜੀ ਮਲਕਲ ਮੌਤ ਨੇ ਆ ਕੇ ਪਕੜ ਲਿਆ ਨਾ। ਕਿਵੇਂ? ਇੱਕ ਸਾਧ ਸੰਗਤ ਜੀ ਰਾਜਾ ਹੋਇਆ, ਇਹਨੂੰ ਬਹੁਤਾ ਗਰੂਰ ਸੀ, ਬਹੁਤਾ ਹੰਕਾਰ ਸੀ। ਇਹ ਘੋੜੇ ਤੇ ਚੜ ਗਿਆ, ਸੁੰਦਰ ਘੋੜਾ, ਬੜਾ ਬਲਵਾਨ ਘੋੜਾ। ਸੁੰਦਰ ਘੋੜੇ ਤੇ ਚੜ ਕੇ ਚਲਿਆ ਗਿਆ ਸਾਧ ਸੰਗਤ ਜੀ ਸੈਰ ਕਰਨ ਵਾਸਤੇ। ਤੇ ਜਿਸ ਵੇਲੇ ਸਾਧ ਸੰਗਤ ਜੀ ਮਲਕਲ ਮੌਤ ਨੇ ਨਿਰੰਕਾਰ ਸੱਚੇ ਪਾਤਸ਼ਾਹ ਨੂੰ ਆਖਿਆ, ਨਿਰੰਕਾਰ ਨੇ ਆਖਿਆ ਮਲਕਲ ਮੌਤ ਨੂੰ ਕਿ ਜਾ ਉਸ ਰਾਜੇ ਨੂੰ ਲੈ ਕੇ ਆਓ। ਸਾਧ ਸੰਗਤ ਜੀ ਪਰਿਵਾਰ ਵਿੱਚ 5 ਜੀ ਨੇ, 10 ਜੀ ਨੇ। ਤੇ ਵੇਖੋ ਜਿਸ ਨਿਰੰਕਾਰ ਵਾਹਿਗੁਰੂ ਦੀ ਆਗਿਆ ਹੁੰਦੀ ਹੈ ਮੌਤ ਉਹਨੂੰ ਹੀ ਲੈ ਕੇ ਜਾਂਦੀ ਹੈ, 7 ਨੂੰ ਨਹੀਂ ਲੈ ਜਾਂਦੀ, 10 ਨੂੰ ਨਹੀਂ ਲੈ ਜਾਂਦੀ, ਉਹਨੂੰ ਹੀ ਲੈ ਕੇ ਜਾਂਦਾ। ਹੋਇਆ ਕੀ ਹੈ, ਇਹ ਮਲਕਲ ਮੌਤ ਨੇ ਸਾਧ ਸੰਗਤ ਜੀ ਜਿਸ ਵੇਲੇ ਵਾਹਿਗੁਰੂ ਦਾ ਫਰਮਾਨ ਸੁਣਿਆ ਨਾ, ਨਿਰੰਕਾਰ ਦਾ ਫਰਮਾਨ ਸੁਣਿਆ ਕਿ ਉਹਨੂੰ ਲੈ ਕੇ ਆਉਣਾ ਰਾਜੇ, ਇਹਨੇ ਫਕੀਰ ਦਾ ਭੇਸ ਧਾਰਨ ਕਰ ਲਿਆ। ਜਿਸ ਵੇਲੇ ਇਹਨੇ ਫਕੀਰ ਦਾ ਭੇਸ ਧਾਰਨ ਕੀਤਾ, ਉਹ ਰਾਜੇ ਨੇ ਉੱਥੋਂ ਦੀ ਲੰਘਣਾ ਸੀ, ਉਸੇ ਰਸਤੇ ਵਿੱਚ ਆ ਕੇ ਮਲਕਲ ਮੌਤ ਫਕੀਰ ਦਾ ਭੇਸ ਧਾਰਨ ਕਰਕੇ ਖੜ ਗਈ। ਜਿਸ ਵੇਲੇ ਭੇਖ ਧਾਰਨ ਕਰਕੇ ਖੜੀ ਹੈ ਨਾ, ਸਾਧ ਸੰਗਤ ਜੀ ਰਾਜੇ ਨੂੰ ਦੂਰੋਂ ਆਉਂਦਾ ਵੇਖ ਲਿਆ, ਬਹੁਤ ਗਰੂਰ ਵਿੱਚ ਆ ਰਿਹਾ, ਬਹੁਤ ਹੰਕਾਰ ਵਿੱਚ। ਤੁਹਾਨੂੰ ਪਤਾ ਹੀ ਹੈ ਬਹੁਤੀ ਮਾਇਆ ਆ ਜੇ, ਸੁਖ ਸਾਧਨ ਆ ਜਾਣ, ਮਹਿਲ ਮਾੜੀ ਚੰਗੀ ਕੋਠੀ ਪੈ ਜਾਏ, ਆਟੋਮੈਟਿਕ ਹੀ ਗਰੂਰ ਆਵੇਗਾ। ਸਾਧ ਸੰਗਤ ਜੀ ਉਹਦੇ ਅੰਦਰ ਹੰਕਾਰ ਆ ਜਾਵੇਗਾ, ਸੂਖਮ ਹੰਕਾਰ ਹੰਗ ਤਾਂ ਅਹੰ ਭਾਵ ਆ ਜਾਏਗਾ, ਜੀਵ ਪੁਣੇ ਦਾ ਮਾਣ ਆ ਜਾਏਗਾ। ਤੇ ਸਾਧ ਸੰਗਤ ਜੀ ਜਦੋਂ ਉਹ ਫਕੀਰ ਕੋਲੇ ਪਹੁੰਚਿਆ ਨਾ ਰਾਜਾ, ਇਹ ਮੌਤ ਫਕੀਰ ਦੇ ਰੂਪ ਵਿੱਚ ਕਹਿੰਦੀ ਹੈ ਰਾਜਨ ਮੈਂ ਤੇਰੇ ਨਾਲ ਇੱਕ ਗੱਲ ਕਰਨੀ ਹੈ ਤੇਰੇ ਨਾਲ। ਰਾਜਾ ਕਹਿੰਦਾ ਵੀ ਰੁਕ, ਮੈਂ ਘੋੜੇ ਤੋਂ ਉਤਰਨਾ ਫਿਰ ਮੈਨੂੰ ਦਸੀ। ਕਹਿੰਦੇ ਨਾ ਇੰਨਾ ਤੇ ਸਮਾਂ ਹੀ ਨਹੀਂ ਹੈ ਮੇਰੇ ਪਾਸ। ਫਕੀਰ ਕਹਿੰਦਾ ਮੌਤ ਰੂਪ ਦੇ ਵਿੱਚ। ਜੇ ਸਾਧ ਸੰਗਤ ਜੀ ਫੇਰ ਆਖਿਆ ਮੌਤ ਨੇ ਛੇਤੀ ਗੱਲ ਕਰਨੀ ਹੈ ਮੈਂ ਤੇਰੇ ਨਾਲ। ਤੇ ਰਾਜਾ ਕਹਿੰਦਾ ਚਲ 10 ਘੋੜੇ ਤੇ ਚੜਿਆ ਚੜਾਈ ਕਹਿੰਦਾ। ਤੇ ਕੰਨ ਦੇ ਵਿੱਚ ਆਖਿਆ ਨਾ ਉਹ ਮੌਤ ਰੂਪੀ ਫਕੀਰ ਨੇ ਮੈਂ ਮੌਤ ਹਾਂ। ਤੇ ਜਦੋਂ ਆਖਿਆ ਨਾ ਸਹਿਮ ਗਿਆ ਸਾਧ ਸੰਗਤ ਜੀ, ਡਰ ਗਿਆ। ਮੈਂ ਤੇ ਘਰੋਂ ਨਿਕਲਿਆ ਹੋਇਆ। ਕਹਿੰਦਾ ਜੀ ਮੈਨੂੰ ਸਮਾਂ ਦੇ ਦਿਓ ਥੋੜਾ ਜਿਹਾ, ਘਰੇ ਦੱਸ ਆਵਾਂ। ਕਹਿੰਦੇ ਨਾ ਹੁਕਮ ਨਹੀਂ ਹੈ ਨਿਰੰਕਾਰ ਦਾ, ਪਰਮੇਸ਼ਰ ਦਾ ਹੁਕਮ ਨਹੀਂ ਹੈ, ਬਸ ਹੁਣੀ ਤੈਨੂੰ ਲੈ ਕੇ ਜਾਣਾ। ਜਿਹੜਾ ਰਾਜਾ ਕਹਿੰਦਾ ਸੀ ਨਾ ਮੈਂ ਘੋੜੇ ਤੋਂ ਥੱਲੇ ਉਤਰ ਕੇ ਗੱਲ ਸੁਣਾਂਗਾ, ਬਸ ਮੌਤ ਨੇ ਉਸੇ ਵੇਲੇ ਜੀਵ ਆਤਮਾ ਨੂੰ ਲਿਆ ਨਾਲ
ਲੈ ਗਈ। ਤੇ ਸਾਧ ਸੰਗਤ ਜੀ ਘੋੜੇ ਤੇ ਬੈਠਾ ਹੋਇਆ ਰਾਜਾ ਫਿਰ ਮੌਤ ਹੋ ਕੇ ਡਿੱਗਿਆ ਥੱਲੇ। ਜਿਹੜਾ ਕਹਿੰਦਾ ਸੀ ਨਾ ਮੈਨੂੰ ਉੱਤਰ ਖੜਨ ਦਿਓ ਤੇ ਮੈਂ ਫਿਰ ਤੇਰੀ ਗੱਲ ਸੁਣਾਂਗਾ, ਪਰ ਨਹੀਂ, ਸਮਾਂ ਨਹੀਂ ਹੈ। ਤਾਂ ਕਰਕੇ ਕਬੀਰ ਸਾਹਿਬ ਕਹਿੰਦੇ ਐ ਸੱਚੇ ਪਾਤਸ਼ਾਹ ਅੰਮ੍ਰਿਤਸਰਾਨੋਂ ਲੇਖਾ ਦੇਣਾ, ਆਏ ਕਠਨ ਦੂਤ ਜੰਮ ਲੈਣਾ। ਕਰੜੇ ਸੁਭਾਅ ਵਾਲੇ ਨੇ, ਕਠਨ ਸੁਭਾਅ ਵਾਲੇ ਦੂਤ ਨੇ। ਤੂੰ ਕਹਿ ਦੇਗਾ ਰਾਜ ਦਰਬਾਰ ਵਿੱਚ ਕੋਈ ਨਹੀਂ ਜੀ, ਕੱਲ ਨੂੰ ਆਵਾਂਗਾ, ਪਰਸੋਂ ਨੂੰ ਮਿਲਾਂਗਾ, ਉੱਥੇ ਕੁਝ ਵੀ ਨਹੀਂ ਹੈ। ਉਹ ਰਾਜੇ ਨੇ ਆਖਿਆ ਮੈਂ ਘਰ ਦੱਸ ਆਵਾਂ, ਕਹਿੰਦਾ ਨਹੀਂ, ਮੈਂ ਤੇ ਸਫ਼ਰ ਤੇ ਤੁਰਿਆ ਹੋਇਆ, ਮੈਂ ਤੇ ਸੈਰ ਤੇ ਤੁਰਿਆ ਹੋਇਆ, ਉਹਨਾਂ ਨੂੰ ਕੀ ਪਤਾ ਲੱਗੇਗਾ। ਕਹਿੰਦੇ ਨਹੀਂ ਦੱਸਣਾ, ਸਮਾਂ ਹੀ ਨਹੀਂ ਹੈ, ਇੰਨਾ ਪਾਸ ਸਮਾਂ ਹੀ ਨਹੀਂ ਹੈ। ਨਿਰੰਕਾਰ ਨੇ ਆਖਿਆ ਲੈ ਆ, ਬਸ ਮੈਂ ਛੇਤੀ ਲੈ ਕੇ ਜਾਣਾ। ਤਾਂ ਕਰਕੇ ਕਬੀਰ ਸਾਹਿਬ ਕਹਿੰਦੇ ਐ ਅੰਮ੍ਰਿਤਸਰਾਨੋਂ ਲੇਖਾ ਦੇਣਾ, ਆਏ ਕਠਨ ਦੂਤ ਜੰਮ ਲੈਣਾ। ਬੜੇ ਕਰੜੇ ਸੁਭਾਅ ਵਾਲੇ ਐ ਜਿਹੜੇ, ਬਹੁਤੇ ਹੰਕਾਰੀ ਐ, ਬਹੁਤੇ ਗਰੂਰ ਵਾਲੇ ਐ। ਵੇਖੋ ਤੁਹਾਡਾ ਹੰਕਾਰ ਦੂਤਾਂ ਨੇ ਭੰਨਣਾ ਹੈ। ਸਾਧ ਸੰਗਤ ਜੀ ਆਏ ਕਠਨ ਦੂਤ ਜੰਮ ਲੈਣਾ, ਕਿਆ ਤੇ ਖਟਿਆ ਕਹਾ ਗਵਾਇਆ, ਚਲੋ ਸਿਤਾਬ ਦੀਵਾਨ ਬੁਲਾਇਆ। ਨਿਰੰਕਾਰ ਨੇ ਬੁਲਾਇਆ ਆ ਜਾ ਹੁਣ ਛੇਤੀ। ਤਾਂ ਕਰਕੇ ਸਤਿਗੁਰੂ ਜੀ ਕਹਿੰਦੇ ਆ ਭਾਈ ਜਿਸ ਵੇਲੇ ਤੈਨੂੰ ਦੂਤਾਂ ਨੇ ਪਕੜ ਲਿਆ ਨਾ, ਨਿਰੰਕਾਰ ਸੱਚੇ ਪਾਤਸ਼ਾਹ ਦੇ ਹੁਕਮ ਦੇ ਨਾਲ ਉਹ ਮੌਤ ਨੇ ਫੜ ਲਿਆ। ਸਾਧ ਸੰਗਤ ਜੀ ਤਾਂ ਫਿਰ ਮਹਾਰਾਜ ਕਹਿੰਦੇ ਕਿਸੇ ਨਾ ਦੇਨੀ ਭੇਤ, ਕਿਸੇ ਨੂੰ ਭੇਤ ਨਹੀਂ ਦਿੰਦੇ ਉਹ ਵੀ ਅਸੀਂ ਉਹਨੂੰ ਲੈਣ ਆਉਣਾ, ਤੂੰ ਵੀ ਕਿਸੇ ਨੂੰ ਭੇਤ ਨਹੀਂ ਦੱਸੇਗਾ। ਕਹਿੰਦੇ ਜੀ ਮੰਜੇ ਤੇ ਪਿਆ ਰਹਿ ਗਿਆ, ਮੰਜੇ ਤੇ ਪਿਆ ਰਹਿ ਗਿਆ, ਸੁੱਤਾ ਹੀ ਪਿਆ ਰਹਿ ਗਿਆ। ਸਾਧ ਸੰਗਤ ਜੀ ਤਾਂ ਕਰਕੇ ਸਤਿਗੁਰੂ ਜੀ ਦੱਸਦੇ ਕਿਸੇ ਨਾ ਦੇਨੀ ਭੇਤ। ਮਹਾਰਾਜ ਕਹਿੰਦੇ ਭਾਈ ਮੌਤ ਕਿਸੇ ਨੂੰ ਭੇਤ ਹੀ ਨਹੀਂ ਦੱਸਦੀ, ਇਸੇ ਕਰਕੇ ਨਿਰੰਕਾਰ ਨੂੰ ਜਪਣਾ ਕਰ ਛੇਤੀ ਛੇਤੀ, ਕੋਈ ਪਤਾ ਨਹੀਂ ਉਹ ਸਮਾਂ ਕਿਸ ਵੇਲੇ ਆ ਜਾਣਾ। ਛੱਡ ਖੜੋਤੇ ਖਿਨੈ ਮਾਹੇ, ਮਹਾਰਾਜ ਕਹਿੰਦੇ ਜਾ ਜਮ ਪਕੜ ਚਲਾਇਆ ਵਣਜਾਰਿਆ ਮਿੱਤਰਾ, ਕਿਸੇ ਨਾ ਮਿਲਿਆ ਭੇਤ। ਭੇਤ ਚੇਤ ਹਰ ਕਿਸੇ ਨਾ ਮਿਲਿਓ, ਜਾ ਜਮ ਪਕੜ ਚਲਾਇਆ, ਝੂਠਾ ਰਦਨ ਹੋਆ ਦੁਆਲੇ, ਖਿਨ ਮੈਂ ਭਇਆ ਪਰਾਇਆ। ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਸੁਆਮੀ ਜੀ ਸ਼੍ਰੀ ਰਾਗ ਵਿੱਚ ਬੜੇ ਅਮੋਲਕ ਬਚਨ ਕਹਿ ਰਹੇ ਨੇ, ਭੇਤ ਚੇਤ ਹਰ ਕਿਸੇ ਨਾ ਮਿਲਿਓ। ਹਾਂ ਸਾਧ ਸੰਗਤ ਜੀ ਤੁਹਾਡੇ ਪਰਿਵਾਰ ਵਿੱਚੋਂ ਜਾਂ ਸਾਡੇ ਪਰਿਵਾਰ ਚੋਂ ਕਿੰਨੀ ਗਏ ਐ, ਸਾਨੂੰ ਥੋੜੀ ਪਤਾ ਸੀ ਇਹਨੇ ਜਾਣਾ ਹੈ, ਤੁਹਾਨੂੰ ਥੋੜੀ ਪਤਾ ਵੀ ਫਲਾਣੇ ਨੇ ਜਾਣਾ ਹੈ। ਭੇਤ ਚੇਤ ਹਰ ਕਿਸੇ ਨਾ ਮਿਲਿਓ। ਸਤਿਗੁਰੂ ਨਿਰੰਕਾਰ ਗੁਰੂ ਨਾਨਕ ਦੇਵ ਸੁਆਮੀ ਕਹਿੰਦੇ ਜਾ ਜਮ ਪਕੜ ਚਲਾਇਆ, ਫਿਰ ਹੋਵੇਗਾ ਕੀ, ਝੂਠਾ ਰੁਦਨ ਹੋਆ ਦੁਆਲੇ, ਖਿਨ ਮੈਂ ਭਇਆ ਪਰਾਇਆ। ਸੱਚੇ ਪਾਤਸ਼ਾਹ ਮਹਾਰਾਜ ਦੱਸਦੇ ਐ ਕਿ ਕਿਸੇ ਨੇ ਵੀ ਭੇਤ ਨਹੀਂ ਦੇਣਾ, ਛੱਡ ਖੜੋਤੇ ਖਿਨੇ ਮਾਹੇ, ਇੱਕ ਛਿਨ ਵਿੱਚ ਤੈਨੂੰ ਛੱਡ ਜਾਣਗੇ, ਜਿਸ ਕਰਕੇ ਤੂੰ ਧਰਮ ਨੂੰ ਭੁਲਾ ਦਿੱਤਾ। ਜਿਸ ਕਰਕੇ ਕਹਿੰਦਾ ਜੀ ਸਮਾਂ ਬਹੁਤਾ ਹੋ ਗਿਆ, ਖੇਤ ਜਾਣਾ ਆ, ਫਲਾਨੀ ਥਾਂ ਜਾਣਾ ਆ, ਪਰਿਵਾਰ ਵਿੱਚ ਜਾਣਾ ਆ, ਨਾ ਨਾ ਕੋਈ ਮਤਲਬ ਨਹੀਂ ਹੈ। ਸਾਧ ਸੰਗਤ ਜੀ ਯਾਦ ਰੱਖਿਓ ਇਹਨਾਂ ਨੇ ਇੱਕ ਛਿਨ ਵਿੱਚ ਛੱਡ ਕੇ ਜਾਣਾ ਤੁਹਾਨੂੰ। ਸੱਚੇ ਪਾਤਸ਼ਾਹ ਦੱਸਦੇ ਹਨ ਛੱਡ ਖੜੋਤੇ ਖਿਨੈ ਮਾਹੇ। ਹਾਂ ਜਿਨ੍ਹਾਂ ਧੀਆਂ ਪੁੱਤਰਾਂ ਦੇ ਸੰਬੰਧੀਆਂ ਵਿੱਚ ਬਹੁਤਾ ਹੀ ਹਿੱਤ ਲਾਇਆ ਹੋਇਆ, ਸੱਚੇ ਪਾਤਸ਼ਾਹ ਮਹਾਰਾਜ ਦੱਸਦੇ ਹਨ ਜਨ ਸਿਓ ਲੱਗਾ ਹੇਤ, ਬਹੁਤ ਪ੍ਰੇਮ ਤੇਰਾ ਵਧਾਇਆ ਹੋਇਆ ਆ। ਇੱਕ ਛਿਨ ਵਿੱਚ ਮਹਾਰਾਜ ਕਹਿੰਦੇ ਪ੍ਰੇਮ ਨਾਸ ਹੋ ਜਾਵੇਗਾ, ਝੂਠਾ ਰੋਣਾ ਸ਼ੁਰੂ ਕਰ ਦੇਣਗੇ। ਸਾਧ ਸੰਗਤ ਜੀ ਕੋਈ ਮਰੇ ਨਾ ਮੋਇਆ ਨਾਲੇ, ਕੋਈ ਮਰੇ ਹੋਏ ਪੁਰਖ ਦੇ ਨਾਲ ਨਹੀਂ ਮਰਦਾ। ਸਾਧ ਸੰਗਤ ਜੀ ਇਹ ਧਨ ਜਿਹੜਾ ਮਿੱਤਰ ਸੀ ਉਹ ਵੀ ਸਰਾਣੇ ਪਿਆ ਰਹਿ ਗਿਆ। ਫਿਰ ਜਿਹੜੇ ਸਾਧ ਸੰਗਤ ਜੀ ਪਰਿਵਾਰ ਰੂਪੀ ਮਿੱਤਰ, ਸਾਖ ਸੰਬੰਧੀ ਰੂਪੀ ਮਿੱਤਰ ਸੀ ਉਹ ਵੀ ਬਸ ਸ਼ਮਸ਼ਾਨ ਭੂਮਾ ਤੱਕ ਛੱਡ ਕੇ ਆ ਗਏ। ਕਰਮ ਮਿੱਤਰ ਨਾਲ ਜਾਂਦਾ ਆ, ਜਿਹੜੇ ਜਿਹੜੇ ਕਰਮ ਤੂੰ ਕੀਤੇ ਐ ਉਹ ਤੈਨੂੰ ਪ੍ਰਾਪਤ ਹੋ ਜਾਣਗੇ। ਸਤਿਗੁਰੂ ਦੱਸਦੇ ਹਨ ਤੂੰ ਜਾਣ ਲੈ, ਹੁਣ ਵੀ ਸਮਝ ਲੈ। ਸੱਚੇ ਪਾਤਸ਼ਾਹ ਕਹਿੰਦੇ ਨਿਰੰਕਾਰ ਦੀ ਭਗਤੀ ਵਿੱਚ ਜੁੜ ਜਾ, ਇਹਨਾਂ ਵਿੱਚ ਬਹੁਤਾ ਹਿੱਤ ਨਾ ਲਾ, ਤੈਨੂੰ ਛੱਡ ਕੇ ਚਲੇ ਜਾਣਗੇ। ਹੱਥ ਮਰੋੜੈ ਤਨ ਕਪੇ। ਸਾਧ ਸੰਗਤ ਜੀ ਜਦੋਂ ਫਿਰ ਦੂਤ ਲੈਣ ਆਉਂਦੇ ਨਾ, ਸੂਖਮ ਸਰੀਰ ਕੱਢਦੇ ਇਸ ਸਰੀਰ ਵਿੱਚੋਂ, ਬਾਹਰੀ ਸਰੀਰ ਵਿੱਚੋਂ, ਉਸ ਵੇਲੇ ਸਾਧ ਸੰਗਤ ਜੀ ਹੱਥ ਮੁੜ ਜਾਂਦੇ ਐ, ਸਰੀਰ ਕੰਬਦਾ ਹੈ। ਸੱਚੇ ਪਾਤਸ਼ਾਹ ਕਹਿੰਦੇ ਦੱਸਦੇ ਹਨ ਸਿਆਹੋ ਹੋਆ ਸੇਤ। ਹਾਂ ਡਰ ਕਰਕੇ ਸਭ ਖੂਨ ਪਾਣੀ ਬਣ ਜਾਂਦਾ ਆ ਦੂਰ ਜਦੋਂ ਲੈਣ ਆਉਂਦੇ ਨੇ, ਕਿਉਂਕਿ ਗੁਰਬਾਣੀ ਨੇ ਕਹਿ ਦਿੱਤਾ ਤੁਸੀਂ ਮੰਨੋ ਨਾ ਮੰਨੋ। ਪੰਜਵੇਂ ਪਾਤਸ਼ਾਹ ਨੇ ਕਹਿ ਦਿੱਤਾ ਕਰੋ ਧਰਮ ਰਾਇਆ, ਕਿ ਬੜੇ ਕਰੜੇ ਸੁਭਾਅ ਵਾਲਾ ਧਰਮ ਰਾਜ ਹੈ। ਗੁਰਬਾਣੀ ਦਾ ਅਮੋਲਕ ਬਚਨ ਹੈ ਕਰੋ ਧਰਮ ਰਾਇਆ। ਪੰਜਵੇਂ ਸੁਆਮੀ ਕਹਿੰਦੇ ਬੜੇ ਕਰੜੇ ਸਖਤ ਸੁਭਾਅ ਵਾਲਾ ਧਰਮ ਰਾਜ ਹੈ।
ਇਸ ਕਰਕੇ ਸਾਧ ਸੰਗਤ ਜੀ ਸਤਿਗੁਰੂ ਜੀ ਕਹਿੰਦੇ ਜਦੋਂ ਫਿਰ ਦੂਤ ਲੈਣ ਵਾਸਤੇ ਆਉਂਦੇ ਐ ਨਾ, ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਹੱਥ ਮੁੜ ਜਾਂਦੇ ਐ, ਤਨ ਕੰਬਣ ਲੱਗ ਜਾਂਦਾ ਆ। ਹੁਣ ਬੋਲ ਵੀ ਨਹੀਂ ਹੁੰਦਾ, ਦੱਸ ਵੀ ਨਹੀਂ ਸਕਦਾ ਮੇਰੇ ਕੋਲ ਦੂਤ ਆ ਗਏ, ਆਵਾਜ਼ ਵੀ ਨਹੀਂ ਵੱਜਦੀ। ਸੱਚੇ ਪਾਤਸ਼ਾਹ ਕਹਿੰਦੇ ਸਭ ਖੂਨ ਪਾਣੀ ਬਣ ਜਾਂਦਾ ਹੈ। ਇਉਂ ਦੱਸਦੇ ਹਨ, ਹੱਥ ਮਰੋੜੈ ਤਨ ਕਪੇ। ਹਾਂਜੀ, ਦੂਜਾ ਅਰਥ ਇਹ ਹੈ ਜਦੋਂ ਬੁਢੇਪੇ ਦੀ ਅਵਸਥਾ ਆਉਂਦੀ ਹੈ ਹੱਥ ਮੋੜਨ ਲੱਗ ਜਾਂਦੇ ਨੇ। ਜਿਵੇਂ ਬਾਬਾ ਫਰੀਦ ਸਾਹਿਬ ਮਹਾਰਾਜ ਕਹਿੰਦੇ ਐ, ਤਲੀਆਂ ਖੁੰਡੇ ਕਾਗ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਉਦੋਂ ਹੱਥ ਖੁੰਡੇ ਹੋ ਜਾਂਦੇ ਐ, ਖੁੰਡੀ ਵਾਂਗ ਮੁੜ ਜਾਂਦੇ ਐ। ਤਨ ਕਪੇ, ਤਨ ਵੀ ਕੰਬਣ ਲੱਗ ਜਾਂਦਾ, ਸਿਰ ਕੰਪਿਓ, ਪੱਗ ਡਗਮਗੇ, ਪੱਗ ਡਗਮਗਮਾਉਂਦੇ ਨੇ। ਸਾਧ ਸੰਗ ਜੀ ਰੱਖਦਾ ਪੈਰ ਕਿਤੇ ਹੋਰ ਹੈ ਤੇ ਰੱਖਿਆ ਕਿਤੇ ਹੋਰ ਜਾਂਦਾ ਆ, ਇਉਂ ਡਗਮਗਾਉਂਦਾ ਏ ਪੈਰ। ਸੱਚੇ ਪਾਤਸ਼ਾਹ ਦੱਸਦੇ ਐ, ਸਿਆਹੋ ਹੋਆ ਸੇਤ। ਇਹ ਜਿਹੜੇ ਸਾਧ ਸੰਗਤ ਜੀ ਕਾਲੇ ਕੇਸ ਜੀ ਸੇਤ ਚਿੱਟੇ ਹੋਣੇ ਲੱਗ ਗਏ, ਹੱਸਦੀ ਨਹੀਂ ਆਈ। ਯਾਦ ਕਰ ਲੈ ਬਸ ਹੁਣ ਸਮਾਂ ਨੇੜੇ ਹੀ ਹੈ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਫਰੀਦਾ ਸਿਰ ਪਲਿਆ, ਦਾੜੀ ਪਲੀ, ਮੁੱਛਾਂ ਵੀ ਪਲੀਆਂ, ਦੇ ਮਨ ਗਹਿਲੇ ਬਾਵਲੇ, ਮਾਣੇ ਕਿਆ ਰਲੀਆਂ। ਕੇਸ ਦਾੜਾ ਚਿੱਟਾ ਹੋ ਗਿਆ, ਹੁਣ ਯਾਦ ਕਰੀਏ ਨਿਰੰਕਾਰ ਨੂੰ, ਜਿਸ ਵਖਰ ਕੋ ਲੈਣ ਤੂੰ ਆਇਆ, ਫਿਰ ਵੀ ਮੁਕਤ ਹੋ ਸਕੇਗਾ। ਗੁਰਮੁਖ ਪਿਆਰਿਆਂ ਦੀ ਸੰਗਤ ਕਰ ਲੈ। ਸੱਚੇ ਪਾਤਸ਼ਾਹ ਕਹਿੰਦੇ ਨਿਰੰਕਾਰ ਦਾ ਗਿਆਨ ਧਾਰਨ ਕਰ ਲੈ। ਵਾਹਿਗੁਰੂ ਨਿਰੰਕਾਰ ਨੂੰ ਅੰਮ੍ਰਿਤ ਵੇਲੇ ਉੱਠ ਕੇ ਯਾਦ ਕਰਿਆ ਕਰ, ਉਹਦਾ ਚਿੰਤਨ ਕਰਿਆ ਕਰ, ਚਿੱਤ ਵਿੱਚ ਵਸਾ ਲੈ। ਬੁੱਧੀ ਵਿੱਚ ਗਿਆਨ ਪ੍ਰਾਪਤ ਜਦੋਂ ਹੋ ਜਾਵੇਗਾ ਨਾ, ਸੱਚੇ ਪਾਤਸ਼ਾਹ ਕਹਿੰਦੇ ਡਰ ਹੀ ਨਹੀਂ ਰਹੇਗਾ ਮੌਤ ਦਾ, ਡਰ ਹੀ ਨਹੀਂ ਰਹੇਗਾ। ਇਸੇ ਕਰਕੇ ਗੁਰੂ ਜੀ ਦੱਸਦੇ ਐ, ਬੜਾ ਵੱਡਾ ਸਾਧ ਸੰਗ ਜੀ ਕੋਈ ਬਲਵਾਨ ਹੋਵੇ, ਜਦੋਂ ਮੌਤ ਆਉਂਦੀ ਹੱਥ ਮੁੜ ਜਾਂਦੇ ਐ, ਤਨ ਕਪੇ, ਤਨ ਕੰਬਣ ਲੱਗ ਜਾਂਦਾ ਹੈ। ਸਿਆਹੋ ਹੋਆ ਸੇਤ, ਕਾਲੇ ਕੇਸ ਚਿੱਟੇ ਹੋ ਜਾਂਦੇ ਹਨ। ਸੱਚੇ ਪਾਤਸ਼ਾਹ ਦੱਸਦੇ ਹਨ, ਜਿਹਾ ਬੀਜੈ ਸੋ ਲੁਣੈ। ਸਿਆਹੋ ਹੋਆ ਸੇਤ, ਸਾਧ ਸੰਗਤ ਜੀ ਜਿਹੜੇ ਕਾਲੇ ਪਾਪ ਕੀਤੇ ਸੀ ਨਾ, ਤੇ ਸੇਤ ਚਿੱਟੇ ਵਾਂਗ ਹੁਣ ਪ੍ਰਗਟ ਹੋਣਗੇ। ਕਿੱਥੇ? ਦਰਗਾਹ ਦੇ ਵਿੱਚ। ਤੀਜਾ ਅਰਥ ਇਹ ਹੈ, ਸਿਆਹੋ ਹੋਆ ਸੇਤ। ਸੱਚੇ ਪਾਤਸ਼ਾਹ ਦੱਸਦੇ ਹਨ, ਜਿਹੜੇ ਕਾਲੇ ਕਰਮ ਕੀਤੇ ਸੀ, ਕਾਲੇ ਪਾਪ ਕੀਤੇ ਸੀ, ਸੇਤ ਹੱਸਦੀ ਨਹੀਂ ਆਈ, ਚਿੱਟੇ ਹੋਣਗੇ। ਕਿੱਥੇ? ਦਿਨ ਵਾਂਗ ਚਿੱਟੇ ਹੋਣਗੇ, ਪ੍ਰਗਟ ਹੋਣਗੇ। ਜਿਹਾ ਬੀਜੈ ਸੋ ਲੁਣੈ। ਮਹਾਰਾਜ ਕਹਿੰਦੇ ਬਸ ਜਿਹੋ ਜਿਹਾ ਮਨੁੱਖ ਕਰਮ ਕਰਦਾ, ਕਰਮ ਤਿੰਨ ਪ੍ਰਕਾਰ ਦਾ ਸਾਧ ਸੰਗਤ ਜੀ, ਕਿਰੇਮਾਨ ਕਰਮ, ਸਿੰਚੇਮਾਨ ਕਰਮ ਔਰ ਪਰਾਲਬਧ। ਕਿਰੇਮਾਨ ਕਰਮ ਜਿਵੇਂ ਹੁਣ ਸਭ ਸਾਧ ਸੰਗਤ ਜੀ ਕਰ ਰਹੇ ਆ ਕਰਮ, ਮੈਂ ਬੋਲ ਰਿਹਾ, ਤੁਸੀਂ ਸੁਣ ਰਹੇ, ਕਿਰਿਆ ਹੋ ਰਹੀ ਹੈ, ਇਹਨੂੰ ਕਿਰੇਮਾਨ ਕਰਮ ਆਖਿਆ। ਇਹਨੂੰ ਹੀ ਸਿੰਚੇਮਾਨ ਕਰਮ ਕਹਿ ਦਿੱਤਾ, ਕਿਉਂਕਿ ਜੋ ਕਿਰਿਆ ਹੋ ਗਈ ਉਹ ਇਕੱਠੀ ਹੋ ਜਾਣੀ ਹੈ। ਸਿੰਚੇਮਾਨ ਕਰਮ ਉਹਦੀ ਪਰਾਲਬਧ ਬਣਦੀ ਹੈ। ਕੋਈ ਵੀ ਕਰਮ ਹੈ, ਕਤਲ ਕੀਤਾ ਆ, ਪਾਪ ਕੀਤਾ ਆ, ਕਿਸੇ ਦੇ ਧੀ ਪੁੱਤ ਨੂੰ ਮਾਰਿਆ, ਤੇਰਾ ਵੀ ਮਰੇਗਾ। ਯਾਦ ਰੱਖੀ ਸਾਧ ਸੰਗਤ ਜੀ, ਗੁਰਬਾਣੀ ਨੇ ਸਪਸ਼ਟ ਕਹਿ ਦਿੱਤਾ, ਜਿਹਾ ਬੀਜੈ ਸੋ ਲੁਣੈ। ਵੀ ਬਸ ਇਹ ਸਭ ਕਰਮਾਂ ਦੇ ਲੇਖੇ ਜੋਖੇ ਹੁੰਦੇ ਐ। ਜਿਹੋ ਜਿਹਾ ਤੂੰ ਕਰਮ ਪਿਛਲੇ ਕਰਮ ਵਿੱਚ ਕੀਤਾ ਸੀ, ਉਹ ਤੈਨੂੰ ਪ੍ਰਾਪਤ ਹੋ ਰਿਹਾ। ਕਈ ਸ਼ੰਕਾ ਕਰਦੇ ਆ ਕਰਮ ਤੇ, ਪਰ ਸਾਧ ਸੰਗਤ ਜੀ ਸ਼ੰਕਾ ਕੀਤਿਆ ਹੋਇਆ ਕਰਮ ਕੁਝ ਨਹੀਂ ਹੋਣਾ, ਉਹ ਤੇ ਭੋਗਣਾ ਹੀ ਪਏਗਾ। ਭੋਗੇ ਬਿਨ ਭਾਗੇ ਨਹੀਂ, ਕਰਮ ਗਤੀ ਬਲਵਾਨ। ਕਰਮ ਗਤੀ ਦਾ ਬੜੀ ਬਲਵਾਨ ਹੈ। ਸਤਿਗੁਰੂ ਸਵਾਮੀ ਜੀ ਕਹਿੰਦੇ ਭੋਗਣਾ ਹੀ ਪੈਂਦਾ ਹੈ। ਕਰਮ ਸੰਦੜਾ ਖੇਤ। ਹਾਂ, ਕਰਮ ਦਾ ਖੇਤ ਹੀ ਇਦਾਂ, ਸ਼੍ਰੀ ਰੂਪੀ ਖੇਤ ਹੀ ਇਦਾਂ ਹੈ ਸਾਧ ਸੰਗਤ ਜੀ। ਕੋਈ ਵੀ ਬੀਜ ਬੀਜ ਲੈ, ਇਸੇ ਕਰਕੇ ਗੁਰਮੁਖੋ ਨਾਮ ਜਪੋ, ਸਤਿਗੁਰ ਦੀ ਬਾਣੀ ਪੜ੍ਹ ਲਿਆ ਕਰੋ, ਸੇਵਾ ਕਰਿਆ ਕਰੋ। ਕੰਨਾਂ ਕਰਕੇ ਗੁਰਮੁਖਾਂ ਪਾਸੋਂ ਮਹਾਰਾਜ ਦੇ ਬਚਨ ਸੁਣੋ, ਸਰੀਰ ਕਰਕੇ ਹੱਥ ਪੈਰ ਕਰਕੇ ਗੁਰੂ ਘਰ ਜਾ ਕੇ ਸੇਵਾ ਕਰੋ। ਇਹ ਕਰਮ ਕਰ ਲਓ, ਇਹਦਾ ਜਿਹੜਾ ਫਲ ਹੈ ਤੁਹਾਨੂੰ ਹੀ ਪ੍ਰਾਪਤ ਹੋਵੇ। ਕੱਲ ਮੈਂ ਗੱਲ ਕਰ ਰਿਹਾ ਸੀ ਗੁਰਮੁਖਾਂ ਦੇ ਨਾਲ, ਸਾਧ ਸੰਗਤ ਜੀ, ਕਿ ਜਿਹੜਾ ਜਿਹੜਾ ਵੀ ਕਰਮ ਕਰਦੇ ਆ ਉਹ ਸਾਨੂੰ ਹੀ ਪ੍ਰਾਪਤ ਹੋਵੇਗਾ। ਆਪੇ ਬੀਜ ਆਪੇ ਹੀ ਖਾਓ। ਨਾਨਕ ਪ੍ਰਭ ਸਰਣਾਗਤੀ। ਹਾਂ, ਅਰਦਾਸ ਕੀ ਕਰਨੀ ਹੈ ਸੱਚੇ ਪਾਤਸ਼ਾਹ? ਸਭ ਕਰਮਾਂ ਧਰਮਾਂ ਦਾ ਭੇਦ ਭਰਮ ਛੱਡ ਕੇ, ਹੁਣ ਧਿਆਨ ਦਿਓ ਇੱਥੇ, ਸਭ ਦੁਬਦਾ ਛੱਡ ਕੇ, ਸਭ ਭਰਮ ਛੱਡ ਕੇ, ਸਭ ਕੁਝ ਛੱਡ ਕੇ ਸਤਿਗੁਰੂ ਨਿਰੰਕਾਰ ਦੀ ਸ਼ਰਨਾਗਤੀ ਆ ਜਾਓ। ਚਰਨ ਬੋਹਿਤ ਪ੍ਰਭ ਦੇਤ। ਹਾਂ, ਉੱਥੇ ਆ ਕੇ ਇਹ ਕਹਿਣਾ ਕਿ ਸੱਚੇ ਪਾਤਸ਼ਾਹ ਔਗਣਾ ਤੋਂ ਬਚਣ ਵਾਸਤੇ ਇਹ ਜਿਹੜਾ ਤੁਹਾਡਾ ਨਾਮ ਜਹਾਜ਼ ਦੀ ਨਿਆਈ ਹੈ ਨਾ, ਇਹ ਬਾਣੀ ਤੁਹਾਡੇ ਜੋ ਹੈ ਬੇੜੀ ਦੀ ਨਿਆਈ ਹੈ, ਜਿਹੜਾ ਸੰਸਾਰ ਸਮੁੰਦਰ ਨੂੰ ਪਾਰ ਕਰਨ ਵਾਲੀ, ਇਹ ਦੇਣੀ ਕਰੋ। ਸਾਧ ਸੰਗਤ ਜੀ, ਪ੍ਰਭੂ ਦੀ ਸ਼ਰਨ ਵਿੱਚ ਆ ਕੇ ਇਹ ਕਹਿਣਾ ਕਰੋ, ਮਹਾਰਾਜ ਮੈਨੂੰ ਤੇ ਵਿਦਿਆ ਵੀ ਨਹੀਂ ਆਉਂਦੀ, ਮੇਰਾ ਕੋਈ ਜਪ ਤਪ ਨਹੀਂ,
ਕੋਈ ਮੇਰਾ ਕਰਮ ਧਰਮ ਨਹੀਂ ਹੈ, ਮੈਂ ਤੇ ਭ੍ਰਸ਼ਟ ਹਾਂ। ਜਦੋਂ ਮਨੁੱਖ ਇਉਂ ਕਹੇਗਾ ਨਾ, ਉਦੋਂ ਫਿਰ ਕਿਰਪਾ ਹੋਣੀ ਹੈ, ਉਦੋਂ ਫਿਰ ਸਤਿਗੁਰੂ ਜੀ ਨੇ ਆਪਣਾ ਨਾਮ ਦੇਣਾ, ਉਦੋਂ ਮਹਾਰਾਜ ਨੇ ਫਿਰ ਬਾਣੀ ਪੜਨ ਵਾਸਤੇ ਦੇਣੀ ਹੈ। ਜਿੰਨਾ ਚਿਰ ਤੂੰ ਸਾਧ ਸੰਗਤ ਜੀ ਕਹਿੰਦਾ ਨਹੀਂ ਹੈ ਕਿ ਮਹਾਰਾਜ ਔਗਣਹਾਰ ਹਾਂ, ਤੇਰੀ ਸ਼ਰਨਾਗਤੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ, ਤੇ ਤੁਹਾਡੀ ਸ਼ਰਨ ਵਿੱਚ ਆ ਗਿਆ, ਕਿਰਪਾ ਕਰ ਮੇਰੇ ਤੇ, ਮੈਨੂੰ ਨਾਮ ਰੂਪੀ ਜਹਾਜ਼ ਦੇਣਾ ਕਰੋ ਸੱਚੇ ਪਾਤਸ਼ਾਹ, ਜਿਸ ਕਰਕੇ ਪਾਰ ਹੋ ਜਾਵਾਂ। ਸੇ ਭਾਦੋਏ ਨਰਕ ਨਾ ਪਾਈ ਹੈ। ਹਾਂ, ਸਾਧ ਸੰਗਤ ਜਿਹੜੇ ਨਾਮ ਰੂਪੀ ਜਹਾਜ਼ ਤੇ ਚੜ ਜਾਂਦੇ ਆ, ਸਮਾਪਤੀ ਕਰਦੇ ਹੋਏ ਗੁਰਦੇਵ ਬਚਨ ਕਰਦੇ ਐ ਸਾਧ ਸੰਗਤ ਜੀ, ਪਰਮੇਸ਼ਰ ਦੇ ਚਰਨਾਂ ਦਾ ਧਿਆਨ ਕਰਨ ਰੂਪੀ ਜਹਾਜ਼ ਤੇ ਜਿਹੜੇ ਚੜ ਜਾਂਦੇ ਐ, ਉਹਨਾਂ ਦੀ ਸੁਰਤੀ ਸਾਧ ਸੰਗਤ ਜੀ ਵਾਹਿਗੁਰੂ ਦੇ ਸ਼ਬਦ ਵਿੱਚ ਅਭੇਦ ਹੋ ਜਾਂਦੀ ਹੈ, ਉਹ ਮੁਕਤ ਹੋ ਜਾਂਦੇ ਐ। ਉਹਨਾਂ ਦੀ ਸੁਰਤੀ ਫਿਰ ਪਦਾਰਥਾਂ ਵਿੱਚ ਨਹੀਂ ਲੱਗਦੀ। ਪੁੱਤਰ ਮਰ ਗਿਆ ਕੋਈ ਦੁੱਖ ਨਹੀਂ ਹੈ, ਕਿਉਂਕਿ ਸੁਰਤੀ ਹੈ ਹੀ ਨਹੀਂ ਹੈ ਇੱਥੇ। ਸਰੀਰ ਬੰਦ ਕੱਟ ਦਿੱਤਾ, ਦੁੱਖ ਨਹੀਂ ਆਇਆ, ਕਿਉਂ? ਸੁਰਤੀ ਤੇ ਹੈ ਹੀ ਨਹੀਂ ਹੈ। ਮਨੁੱਖ ਦੀ ਸੁਰਤੀ ਸਰੀਰ ਨਾਲ ਲੱਗੀ ਹੋਣੀ ਕਰਕੇ ਦੁੱਖ ਸੁੱਖ ਲੱਗ ਰਹੇ ਨੇ। ਜਿੰਨਾ ਚਿਰ ਤੁਹਾਡਾ ਮਨ ਚਿੱਤ ਬੁੱਧ ਸਰੀਰ ਨਾਲ ਲੱਗਿਆ ਹੋਵੇਗਾ ਨਾ, ਉਨਾ ਹੀ ਵੱਡਾ ਦੁੱਖ ਹੋਵੇਗਾ। ਜਿਸ ਵੇਲੇ ਮਨ ਚਿੱਤ ਬੁੱਧ ਇਸ ਸਰੀਰ ਨੂੰ ਸੰਸਾਰ ਨੂੰ ਉੱਪਰ ਉੱਠ ਜਾਏਗੀ, ਇਹ ਚਿੱਤ ਬਿਰਤੀ ਨਿਰੰਕਾਰ ਵਿੱਚ ਲੱਗ ਜਾਏਗੀ, ਕੋਈ ਦੁੱਖ ਨਹੀਂ ਹੋਵੇਗਾ, ਕੋਈ ਤੁਹਾਨੂੰ ਡੁਬਾ ਨਹੀਂ ਸਕਦਾ, ਕੋਈ ਤੁਹਾਨੂੰ ਸਾੜ ਨਹੀਂ ਸਕਦਾ। ਸੱਚੇ ਪਾਤਸ਼ਾਹ ਕਹਿੰਦੇ ਐ, ਪਰਮੇਸ਼ਰ ਦੇ ਚਰਨਾਂ ਦਾ ਧਿਆਨ ਕਰਨ ਰੂਪੀ ਜਿਹੜੇ ਜਹਾਜ਼ ਚੜ ਜਾਂਦੇ, ਜਿਹੜੇ ਧਿਆਨ ਲਾਈ ਰੱਖਦੇ ਨੇ ਨਿਰੰਕਾਰ ਦੇ ਚਰਨਾਂ ਵਿੱਚ, ਤੇ ਤੁਸੀਂ ਪਹਿਲਾਂ ਪਤਾ ਕੀ ਆਖਣਾ? ਮਹਾਰਾਜ ਗਿਆਨ ਧਿਆਨ ਕਿਛ ਕਰਮ ਨਾ ਜਾਣ, ਹਜੇ ਇਉਂ ਆਖਣਾ ਆ। ਤੇ ਸਾਧ ਸੰਗਤ ਜਿਨ੍ਹਾਂ ਨੂੰ ਗਿਆਨ ਹੋ ਗਿਆ, ਨਿਰੰਕਾਰ ਦਾ ਧਿਆਨ ਲੱਗ ਗਿਆ, ਤੇ ਉਹ ਫਿਰ ਮੁਕਤੀ ਰੂਪੀ ਦੂਜੇ ਕਿਨਾਰੇ ਤੇ ਚੜ ਜਾਂਦੇ, ਪਹੁੰਚ ਜਾਂਦੇ ਆ ਸਾਧ ਸੰਗਤ ਜੀ। ਸਤਿਗੁਰੂ ਜੀ ਪਹੁੰਚਾ ਦਿੰਦੇ ਹਨ। ਗੁਰ ਰੱਖਣ ਵਾਲਾ ਹੇਤੁ ਸੇ ਭਾਦੋਏ ਨਰਕ ਨਾ ਪਾਈ ਹੈ। ਮਹਾਰਾਜ ਕਹਿੰਦੇ ਭਾਦੋ ਦੇ ਮਹੀਨੇ ਦੱਸਦੇ ਐ, ਉਹ ਪੁਰਖ ਫਿਰ ਨਰਕਾਂ 'ਚ ਨਹੀਂ ਪਾਏ ਜਾਣਗੇ, ਨਰਕਾਂ 'ਚ ਨਹੀਂ ਪੈਂਦੇ। ਸੱਚੇ ਪਾਤਸ਼ਾਹ ਨੂੰ ਨਰਕਾਂ ਵਿੱਚ ਨਹੀਂ ਪਾਉਣਗੇ। ਕਿਹੜੇ ਨਰਕ 'ਚ? 84 ਲੱਖ ਰੂਪੀ ਸਾਧ ਸੰਗਤ ਜਨਮ ਰੂਪੀ ਨਰਕ 'ਚ। ਉਹਨਾਂ ਫਿਰ 84 ਲੱਖ ਜੂਨ ਭੋਗਣੀ ਨਹੀਂ ਪੈਂਦੀ, ਨਰਕ ਦੇ ਵਿੱਚ ਪੈਣਾ ਹੀ ਨਹੀਂ ਪੈਂਦਾ। ਜਿਨ੍ਹਾਂ ਨੇ ਸਤਿਗੁਰੂ ਜੀ ਨੂੰ ਚੇਤੇ ਕੀਤਾ, ਜਿਨ੍ਹਾਂ ਨੇ ਵਾਹਿਗੁਰੂ ਦੇ ਚਰਨ ਦਾ ਧਿਆਨ ਧਾਰਨ ਕੀਤਾ, ਸਤਿਗੁਰੂ ਦੱਸਦੇ ਹਨ ਗੁਰ ਰੱਖਣ ਵਾਲਾ ਹੇਤੁ, ਉਹਨਾਂ ਨੂੰ ਭਾਈ ਗੁਰੂ ਪਰਮੇਸ਼ਰ ਨਿਰੰਕਾਰ ਜੀ ਰੱਖਣ ਵਾਲੇ ਰੱਖ ਲਿਆ ਮਹਾਰਾਜ ਨੇ ਨਾਮ ਦੇ ਕੇ। ਸੱਚੇ ਪਾਤਸ਼ਾਹ ਨੇ ਅੰਮ੍ਰਿਤ ਰੂਪੀ ਨਾਮ ਦੇ ਕੇ ਉਹਨਾਂ ਗੁਰਮੁਖਾਂ ਨੂੰ, ਉਹਨਾਂ ਜੀਵ ਰੂਪੀ ਇਸਤਰੀ ਨੂੰ ਰੱਖ ਲਿਆ। ਉਹ ਹੁਣ ਭਾਦੋ ਦੇ ਮਹੀਨੇ ਨਰਕਾਂ 'ਚ ਨਹੀਂ ਪੈਣਗੇ। ਮਹਾਰਾਜ ਕਹਿੰਦੇ ਮੁਕਤ ਹੋ ਗਏ, ਵਾਹਿਗੁਰੂ ਦੇ ਚਰਨਾਂ 'ਚ ਅਭੇਦ ਹੋ ਗਏ। ਇਉਂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਖਿਆ। ਇਸ ਕਰਕੇ ਗੁਰਮੁਖੋ, ਇਸ ਗਿਆਨ ਨੂੰ ਜੋ ਤੁਸੀਂ ਸੁਣਿਆ ਹੈ, ਬਸ ਸੁਣ ਕੇ ਦੀ ਕਮਾਈ ਕਰੋ। ਕਿਹਦੀ? ਨਾਮ ਦੀ ਕਮਾਈ। ਸਭ ਕੁਝ ਛੱਡ ਦਿਓ ਸਾਧ ਸੰਗਤ ਜੀ, ਇਹ ਨਿੰਦਿਆ ਚੁਗਲੀ ਈਰਖਾ ਬਖੀਲੀ। ਸਤਿਗੁਰੂ ਕਲਗੀਧਰ ਜੀ ਪੁੱਤਰ ਧੀਆਂ ਬਣ ਕੇ ਨਿਰੰਕਾਰ ਦੇ ਨਾਮ ਨੂੰ ਜਪ ਕੇ ਉਹ ਮੁਕਤੀ ਰੂਪੀ ਦਰਵਾਜ਼ਾ ਖੋਲ ਲਵੋ। ਸਤਿਗੁਰੂ ਜੀ ਕਿਰਪਾ ਕਰਨ। ਸਤਿਗੁਰੂ ਮਹਾਰਾਜ ਭਾਦੋ ਦੇ ਮਹੀਨੇ ਜਿਵੇਂ ਮਹਾਰਾਜ ਨੇ ਉਪਦੇਸ਼ ਬਖਸ਼ਿਆ, ਆਪ ਜੀ ਨੇ ਸਰਵਣ ਕੀਤਾ ਆ। ਦੀਨ ਦੁਨੀਆ ਦੇ ਗੁਰਦੇਵ ਕਿਰਪਾ ਕਰਨ। ਸੱਚੇ ਪਾਤਸ਼ਾਹ ਜੀ ਭਾਈ ਸਤਿਗੁਰੂ ਜੀ ਦੇ ਨਾਮ ਨੂੰ ਜਪੋ, ਬਾਣੀ ਪੜਿਆ ਕਰੋ, ਸੇਵਾ ਮਹਾਰਾਜ ਦੀ ਕਰੋ। ਕਥਾ ਅੰਮ੍ਰਿਤ ਵੇਲੇ ਔਰ ਹੁੰਦੀ ਹੈ, ਜੋ ਤੁਸੀਂ ਸਰਵਣ ਕਰਿਆ ਕਰੋ। ਸੱਚੇ ਪਾਤਸ਼ਾਹ ਜੀ ਕਿਰਪਾ ਕਰਨ। ਤਾਂ ਮਹਾਰਾਜ ਨੂੰ ਆਖੋ, ਸਤਿਗੁਰੂ ਜੀ ਕਿਰਪਾ ਕਰੋ, ਮਹਾਰਾਜ ਮੈਂ ਹੁਣ ਤੁਹਾਡੇ ਸ਼ਰਣੀ ਆ। ਨਾਨਕ ਲਾਜ ਬਿਰਧ ਕੀ ਰੱਖੋ, ਨਾਮ ਤੁਹਾਰੋ ਲੀਨੋ। ਮਹਾਰਾਜ ਆਪਣੇ ਬਿਰਧ ਪੁਣੀ ਦੀ ਲਾਜ ਰੱਖੋ, ਨਾਮ ਦੇਣਾ ਕਰੋ ਭੁੱਲ ਚੁੱਕ ਦੀ ਖੇਮਾ। ਗੁਰਦੇਵ ਦੀ ਕਥਾ ਕਰਦੇ ਆ, ਅਨੇਕ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਚੁੱਕਾ ਹੋ ਜਾਂਦੀਆਂ ਨੇ। ਦੀਨ ਦੁਨੀਆ ਦੇ ਸਤਿਗੁਰੂ ਦਾਸ ਨੂੰ ਬਖਸ਼ ਲੈਣਗੇ, ਆਪ ਪਿਆਰੀ ਸਾਧ ਸੰਗਤ ਨੇ ਬਖਸ਼ ਲੈਣਾ ਭਾਈ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭਾਪੇ ਮੇਲੇ। ਆਖਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ। ਨਾਨਕ ਪ੍ਰਭ ਸਰਨਾਗਤੀ, ਚਰਨ ਬੋਹਿਤ ਪ੍ਰਭ ਦੇਤ। ਸੇ ਭਾਦੋਏ ਨਰਕ ਨਾ ਪਾਈਐ ਹੈ, ਗੁਰ ਰੱਖਣ ਵਾਲਾ ਹੇਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।